अपनी गल शुरू करदा कि ਇਹ खेती कानून ਕੀ ਨੇ ਤੇ ਇਹਦੇ ਨਾਲ ਜਿਹੜਾ ਵਿਸ਼ਾ ਰੱਖਿਆ ਕਿ ਲੋਕ ਸੰਘਰਸ਼ ਕੀ ਹੈ। ਮੈਂ ਤੇ ਚੀਮਾ ਸਾਹਿਬ ਗੱਲ ਕਰਦੇ ਕਿੰਨਾ ਕੁ ਅਸੀਂ ਕਵਰ ਕਰਨਾ ਤੇ ਕਿੰਨਾ ਕੁ ਕਰਨਗੇ। ਤਾਂ ਬਹੁਤ ਸਾਰੀਆਂ ਲਿਖਤਾਂ ਹਰ ਰੋਜ਼ ਅਖਬਾਰਾਂ ਦੇ ਵਿੱਚ ਹਰ ਥਾਵਾਂ ਦੇ ਉੱਤੇ ਇਹ ਆ ਰਿਹਾ ਵੱਡੀ ਪੱਧਰ ਦੇ ਉੱਤੇ ਕਿ ਤੁਸੀਂ ਦੇਖੋ ਕਿ ਜਦੋਂ ਮੀਟਿੰਗ ਦੇ ਵਿੱਚ ਕਿਸਾਨ ਜਾਂਦੇ ਨੇ ਉਸ ਤੋਂ ਪਹਿਲਾਂ ਉਹ ਸ਼ੁਰੂ ਕਰ ਦਿੰਦੇ ਕਿ 12 ਵਜੇ ਮੀਟਿੰਗ ਸ਼ੁਰੂ ਹੋਈ ਸੀ, ਅਪਡੇਟ ਦੇਵਾਂਗੇ। ਹੁਣ ਜੀ ਆਹ ਕਿਸਾਨ ਨੇ ਜਿਹੜੇ ਵਿਗਿਆਨ ਭਵਨ ਦੇ ਵਿੱਚ ਪਹੁੰਚ ਕੇ ਬਾਹਰ ਖੜੇ ਨੇ ਜੀ, ਇਹ ਵਿਗਿਆਨ ਭਵਨ ਹੈ ਜੀ, ਤਾਂ ਲੋਕਾਂ ਦਾ ਸਾਰਾ ਦਿਨ ਇਹਦੇ ਉੱਤੇ ਨਿਗਾਹ ਹੁੰਦੀ ਹੈ ਕਿ ਜੀ ਹੁਣ ਚਾਹ ਪੀਣ ਲੱਗੇ ਹੁਣ ਆਪਣਾ ਲੰਗਰ ਲੈਣ। ਮਤਲਬ ਇੰਨਾ ਜ਼ਿਆਦਾ ਮੈਂ ਸੱਚਮੁੱਚ ਕਿ 30 ਤਰੀਕ ਨੂੰ ਸਾਡਾ ਬਜਟ ਦੇ ਵਿੱਚ ਆਉਣਾ ਤੇ ਅਸੀਂ ਉਸ ਦਿਨ ਪੂਰੇ ਬਿਜੀ ਹੁੰਦੇ ਸੀ। ਸਵੇਰੇ ਕਿ ਟਿਊਬ ਜੋ 10 ਵਜੇ ਬਜਟ ਜਿਹੜਾ ਪੇਸ਼ ਹੋਣਾ ਅਸੀਂ ਦੇਖਾਂਗੇ ਇਹਦੇ ਵਿੱਚ ਕੀ ਕੀਤਾ, ਉਹਦੇ ਉੱਤੇ ਫਿਰ ਕਮੈਂਟ ਸ਼ੁਰੂ। ਇੱਕ ਦਿਨ ਜਾਂ ਵੱਧ ਤੋਂ ਵੱਧ 2 ਦਿਨ ਅਸੀਂ ਬਿਜੀ ਹੁੰਦੇ ਸੀ, ਬਾਕੀ ਦਿਨਾਂ ਦੇ ਵਿੱਚ ਬਹੁਤਾ ਜ਼ਿਆਦਾ ਜਿਹੜਾ ਇੰਨਾ ਨਹੀਂ ਸੀ ਜਿਵੇਂ ਹੁਣ ਪਿਛਲੇ 3-4 ਮਹੀਨੇ ਦੇ ਵਿੱਚੋਂ ਅਸੀਂ ਚੱਲ ਰਹੇ ਹਾਂ। ਤਾਂ ਇਹ ਕੀ ਹੈ ਕਿ ਇਹ ਦੱਸਦਾ ਕਿ ਵਿਸ਼ਾ ਕਿਹੋ ਜਿਹਾ, ਇਹ ਦੱਸਦਾ ਕਿ ਲੋਕਾਂ ਦਾ ਸਰੋਕਾਰ ਕੀ ਹੈ, ਇਹ ਦੱਸਦਾ ਕਿ ਸੰਘਰਸ਼ ਕਿਸ ਲੈਵਲ 'ਤੇ ਪਹੁੰਚਿਆ ਹੋਇਆ। ਬਹੁਤ ਚੀਜ਼ਾਂ ਨੇ ਇਹਦੇ ਵਿੱਚ ਸਮਝਾਉਣ ਵਾਲੀਆਂ ਮੋਟੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਕਿ ਖੇਤੀ ਕਾਨੂੰਨ ਜਦੋਂ 5 ਜੂਨ ਨੂੰ ਤੁਸੀਂ ਕਰੋ ਜਦੋਂ ਰਾਸ਼ਟਰਪਤੀ ਦੇ ਸਾਈਨ ਹੋ ਜਾਂਦੇ ਨੇ ਆਰਡੀਨੈਂਸਾਂ ਉੱਤੇ, ਉਹ ਆਰਡੀਨੈਂਸ ਆ ਜਾਂਦੇ ਨੇ, ਫਿਰ ਇਹ ਲੋਕ ਸਭਾ ਦੇ ਵਿੱਚ ਹੁੰਦੇ ਹੋਏ ਰਾਜ ਸਭਾ ਦੇ ਵਿੱਚ ਸਤੰਬਰ ਦੇ ਵਿੱਚ ਪਾਸ ਹੋ ਜਾਂਦੇ ਨੇ, ਕਾਨੂੰਨ ਦਾ ਰੂਪ ਧਾਰਨ ਕਰ ਲੈਂਦੇ ਨੇ। ਤਾਂ ਉਹਦੀ 3 ਕਾਨੂੰਨ ਸਾਡੇ ਸਾਹਮਣੇ ਲਿਆਂਦੇ ਜਾਂਦੇ ਜਿਨ੍ਹਾਂ ਦੇ ਨਾਂ ਲੈਣੇ ਵੀ ਬਹੁਤ ਔਖੇ ਨੇ। ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਹੈ ਕੀ ਨੇ। ਪਹਿਲਾਂ ਆਰਡੀਨੈਂਸ ਲੋਕ ਹਾਲੇ ਵੀ ਆਰਡੀਨੈਂਸ ਕਹੀ ਜਾਂਦੇ, ਬਿੱਲ ਕਹੀ ਜਾਂਦੇ ਨੇ, ਐਕਟ ਕਹਿੰਦੇ ਜਾਂ ਕਾਨੂੰਨ ਅਸੀਂ ਕਹਿੰਦੇ ਹਾਂ, ਲਾ ਪਾਸ ਹੋ ਗਿਆ। ਤਾਂ ਇਹ 3 ਕਾਨੂੰਨ ਜਦੋਂ ਆ ਗਏ, ਜਦੋਂ ਆਰਡੀਨੈਂਸ ਆ ਗਏ ਤਾਂ ਉਹਦੀ ਰੌਲਾ ਪਾਉਣਾ ਸ਼ੁਰੂ ਹੋ ਗਿਆ ਸੀ। ਪਰ ਨਾਲ ਦੀ ਨਾਲ ਹੀ ਸਰਕਾਰ ਨੇ ਕੀ ਕੀਤਾ ਕਿ ਰੌਲਾ ਤਾਂ ਵਧੀ ਜਾਂਦਾ। ਉਹਨਾਂ ਨੇ ਕਿਹਾ ਵੀ ਇਹ ਕਿਤੇ ਵਾਪਸ ਨਾ ਕਰਨੇ ਪੈ ਜਾਣ। ਉਹਨਾਂ ਨੇ 2 ਕਾਨੂੰਨ ਨਾਲ ਹੋਰ ਲਾਤੇ। ਚਾਹੀਦਾ ਤਾਂ ਇਹ ਸੀਗਾ ਕਿ ਜਦੋਂ ਆਰਡੀਨੈਂਸਾਂ ਉੱਤੇ ਰੌਲਾ ਪੈ ਗਿਆ ਸੀ ਤਾਂ ਸਟੇਕ ਹੋਲਡਰ ਨਾਲ ਜਿਹੜਾ ਗੱਲ ਕਰਦੇ ਕਿ ਗੱਲ ਕਰਨ ਤੋਂ ਬਾਅਦ ਇਹ ਆਉਂਦਾ ਸਾਹਮਣੇ ਕਿ ਜੇ ਇਹਦੇ ਵਿੱਚ ਕੁਝ ਕਰਨ ਵਾਲਾ, ਕੁਛ ਅਮੈਂਡਮੈਂਟਾਂ ਕਰਨ ਵਾਲੀਆਂ ਜਾਂ ਨਾ ਕਰਨ ਵਾਲੀਆਂ ਨੇ, ਜਾਂ ਖਤਮ ਕਰਨਾ ਜਾਂ ਨਹੀਂ ਕਰਨਾ, ਜਾਂ ਸਾਰੇ ਇਸ ਤਰ੍ਹਾਂ ਹੀ ਰੱਖਣੇ, ਹੋਰ ਸਖਤ ਬਣਾਉਣੇ ਨੇ, ਇਹ ਕਰਨ ਵਾਸਤੇ ਸਾਨੂੰ ਆਰਡੀਨੈਂਸਾਂ ਉੱਤੇ ਜਦੋਂ ਇੰਨਾ ਵਿਰੋਧ ਸ਼ੁਰੂ ਹੋ ਗਿਆ ਸੀ ਤਾਂ ਜ਼ਰੂਰ ਗੱਲ ਕਰ ਲੈਣੀ ਚਾਹੀਦੀ ਸੀ ਸਟੇਕ ਹੋਲਡਰ ਨਾਲ, ਉਹ ਕਿਸਾਨਾਂ ਨਾਲ, ਮਜ਼ਦੂਰਾਂ ਨਾਲ, ਹੋਰ ਤਬਕਿਆਂ ਨਾਲ, ਸਾਡੀ ਸਰਕਾਰ ਨਾਲ, ਸਟੇਟਾਂ ਨਾਲ, ਕਿਉਂਕਿ ਸਟੇਟ ਸਬਜੈਕਟ ਨੇ। ਚੀਮਾ ਸਾਹਿਬ ਇਹਦੀ ਗੱਲ ਕਰਨਗੇ ਕਿ ਮੈਂ ਉਹਦੇ ਵਿੱਚ ਨਹੀਂ ਜਾਊਂਗਾ। ਪਰ ਅਸੀਂ ਇਹ ਦੇਖਦੇ ਹਾਂ ਕਿ ਸਾਡੀ ਸਰਕਾਰ ਨੇ ਇਹ ਦੇਖਿਆ ਕਿ ਆਪਾਂ ਇਹ ਕਰੋ, ਜੇ ਵਿਰੋਧ ਜਾਂ ਵੱਧ ਹੈ ਆਪਾਂ 2 ਹੋਰ ਨਾਲ ਛੱਡ ਦਿਓ ਤਾਂ ਕਿ ਜਦੋਂ ਸਮਝੌਤਾ ਜਾ ਕਰਾਂਗੇ ਉਹ ਕੱਟ ਲਾਂਗੇ ਤੇ ਲੱਗੂ ਕਿ ਅੱਧੇ 1/5 ਵਾਪਸ ਹੋ ਗਏ, ਥੋੜ੍ਹੀ ਜਿਹੀ ਅਮੈਂਡ ਹੋ ਗਈ ਤੇ ਕਰ ਲਓ। ਤਾਂ ਇਸ ਦੇ ਨਾਲ ਹੀ ਜਦੋਂ ਇਹ ਵਧਿਆ ਕੰਮ ਤਾਂ ਉਸ 'ਤੇ ਉਹਨਾਂ ਨੇ ਇਹ ਕਿਹਾ ਕਿ ਇਹ 2 ਤਾਂ ਬੰਦ ਹੀ ਕਰ ਦਿਓ। ਇੱਕ ਬਿੱਲ ਹੈ ਤੇ ਜਿਹੜਾ ਹੈਗਾ ਨੋਟੀਫਿਕੇਸ਼ਨ ਜਾਂ ਕੁਛ ਵੀ ਹੈ। ਨਾਲ ਦੀ ਨਾਲ ਸਰਕਾਰ ਨੇ ਕਿਹਾ ਕਿ ਇੱਕ MSP ਦਾ ਵੀ ਸ਼ੁਰੂ ਕਰ ਲਿਆ ਕਿ ਜੇ ਵਾਪਸ ਜੇ ਇੱਕ ਅੱਧਾ ਇਹਨਾਂ 'ਚੋਂ ਅਮੈਂਡ ਕਰ ਲਾਂਗੇ, ਕੁਛ ਥੋੜ੍ਹਾ ਬਹੁਤਾ ਕਰ ਦਾਂਗੇ, ਨਾਲ ਇੱਕ MSP ਟੁੱਟੀ ਭੱਜੀ ਕਰ ਲਾਂਗੇ ਅਤੇ ਜਿਹਦੇ ਉੱਤੇ ਬਹੁਤ ਰੌਲਾ ਕਿ ਨਹੀਂ ਕੀਤੀ ਜਾ ਸਕਦੀ, ਕਈ ਕੁਛ ਹੈ। ਤਾਂ ਮਤਲਬ ਕਿਸ ਤਰ੍ਹਾਂ ਇਹਨੂੰ ਲੜਿਆ ਜਾ ਰਿਹਾ, ਕਿਸ ਤਰ੍ਹਾਂ ਲੋਕਾਂ ਨੂੰ ਭਰਮਾਇਆ ਜਾ ਰਿਹਾ, ਮੈਂ ਇਹਦੀ ਗੱਲ ਜ਼ਿਆਦਾ ਕਰਦਾ। ਤਾਂ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ? ਪਹਿਲਾਂ ਇਹ ਕਿਹਾ ਕਿ ਪੰਜਾਬ ਦੇ ਵਿੱਚ ਹੀ ਹੋ ਰਿਹਾ। ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਇਹ ਕਿਸਾਨਾਂ ਦਾ ਉਹ ਪੱਖ ਕਰਦੀ ਹੈ, ਉਹ ਸਾਡੇ BJP ਦੀ ਸਰਕਾਰ ਦੇ ਖਿਲਾਫ ਹੈ। ਫਿਰ ਇਹ ਕਿਹਾ ਕਿ ਕੋਈ ਨਾ ਥੋੜ੍ਹਾ ਜਿਹਾ ਹਰਿਆਣੇ 'ਚ ਹੋਰ ਕਿਤੇ ਨਹੀਂ ਹੈਗਾ, ਥੋੜ੍ਹਾ ਜਿਹਾ UP 'ਚ ਹੈ, ਹੋਰ ਕਿਤੇ ਨਹੀਂ, ਥੋੜ੍ਹਾ ਬਹੁਤਾ ਬਾਕੀ ਸਟੇਟਾਂ ਦੇ ਵਿੱਚ ਜਿੱਥੇ ਐਂਟੀ BJP ਸਰਕਾਰਾਂ ਨੇ ਉੱਥੇ ਹੈ, ਬਹੁਤਾ ਨਹੀਂ ਹੈਗਾ। ਬਾਹਰ ਵੀ ਉੱਥੇ ਹੈ ਜਿੱਥੇ ਪੰਜਾਬੀ ਬੈਠੇ ਨੇ, ਸਿਰਫ ਆਸਟ੍ਰੇਲੀਆ ਦੇ ਵਿੱਚ ਹੈ, ਥੋੜ੍ਹਾ ਬਹੁਤਾ ਕਿਤੇ ਕੈਨੇਡਾ ਦੇ ਵਿੱਚ ਹੈ, ਆਸਟ੍ਰੇਲੀਆ ਦੇ ਵਿੱਚ ਹੈ, ਹੋਰ ਕਿਤੇ ਨਹੀਂ ਹੈਗਾ। ਉਸ ਤੋਂ ਬਾਅਦ ਇਹ ਕਰਦੇ ਕਰਾਉਂਦੇ ਇਹ ਹੋ ਗਿਆ ਕਿ ਦੁਨੀਆ ਦੇ ਇੰਨੇ ਦੇਸ਼ਾਂ ਦੇ ਵਿੱਚ ਵੀ ਇਹ ਪੰਜਾਬੀ ਵੀ ਕਰਦੇ ਆ ਅਤੇ ਕਈ ਫੋਰਸਾਂ ਹੋਰ ਨਾਲ ਲੱਗੀਆਂ ਹੋਈਆਂ ਨੇ। ਉਹਦੇ ਉੱਤੇ ਵੀ ਗੱਲਾਂ ਚੱਲੀਆਂ ਕਿ ਇਹ ਵੱਖਵਾਦੀ ਨੇ, ਪਾਕਿਸਤਾਨੀ ਨੇ, ਇਹ ਪਤਾ ਨਹੀਂ ਕੌਣ ਨੇ, ਇਹ ਖਾਲਿਸਤਾਨੀ ਨੇ, ਇਹ ਜਿਹੜੇ ਨਕਸਲਾਈਟ ਨੇ, ਇਹ ਮੌਸਟ ਨੇ, ਅਰਬਨ ਮੌਸ ਨੇ, ਪਤਾ ਨਹੀਂ ਕੀ। ਉਹ ਸਾਰਾ ਕੁਝ ਜੋੜਨ ਤੋਂ ਬਾਅਦ ਵੀ ਗੱਲ ਇੱਥੇ ਨਹੀਂ ਬਣੀ। ਤਾਂ ਸਰਕਾਰ ਨੂੰ ਹੁਣ ਇਹ ਲੱਗਦਾ ਮਤਲਬ ਆਪਾਂ ਦੇਖਣਾ ਕੀ ਹੈ ਕਿ ਕਿਉਂ ਇਸ ਤਰ੍ਹਾਂ ਹੋ ਰਿਹਾ। ਅਸਲ ਵਿੱਚ ਕਾਲੇ ਕਾਨੂੰਨ ਸੱਚ ਵਿੱਚ ਕਾਲੇ ਹੈ ਕਿ ਥੋੜ੍ਹੇ ਜਿਹੇ ਸਾਂਵਲੇ ਜਿਹੇ
ਕਿ ਸੁਨਹਿਰੀ ਹੈ ਸਰਕਾਰ ਕਹਿੰਦੀ, ਤੁਸੀਂ ਐਵੇਂ ਕਾਲੇ ਕਹਿ ਦਿੰਦੇ, ਕਾਲੇ ਤਾਂ ਹੈ ਨਹੀਂ, ਆਪਾਂ ਰੰਗ 'ਚ ਕਿਸੇ 'ਚ ਹੋਰ ਲਿਖ ਦਿੰਦੇ, ਉਹਦੀ ਗੱਲ ਕਿ ਇਹ ਕਾਨੂੰਨਾਂ ਨਾਲ ਅਸੀਂ ਸਰਕਾਰ ਕੋਲ ਲੌਜਿਕ ਕੀ ਹੈ ਇਹ ਕਹਿਣ ਦਾ ਕਿ ਅਸੀਂ ਤਾਂ ਇਹ ਕਾਨੂੰਨ ਲਿਆਵਾਂਗੇ। ਜਦੋਂ ਸ਼ੁਰੂ ਦੇ ਵਿੱਚ ਇੱਕ ਦੋ ਮੱਤ ਆਈਆਂ ਸੀ ਪੰਜਾਬ ਦੇ ਵਿੱਚੋਂ, ਕੁਝ ਕਹਿੰਦੇ ਸੀ ਕਿ ਇਹਨਾਂ ਦੇ ਬਹੁਤ ਫਾਇਦੇ ਨੇ, ਕੁਝ ਕਹਿੰਦੇ ਇਹਨਾਂ ਦੇ ਬਹੁਤ ਨੁਕਸਾਨ ਨੇ। ਉਸ ਤੋਂ ਬਾਅਦ ਫਾਇਦਿਆਂ ਵਾਲੇ ਕਹਿਣ ਵਾਲੇ ਵੀ ਲੋਕ ਇਹ ਕਹਿਣ ਲੱਗੇ ਕਿ ਭਾਵੇਂ ਇਹਨਾਂ ਦੇ ਫਾਇਦੇ ਨੇ, ਭਾਵੇਂ ਇਹਨਾਂ ਦੇ ਫਾਇਦੇ ਬਹੁਤ ਨੇ ਸਾਡੇ ਤੱਕ, ਪਰ ਹੁਣ ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ, ਕਿਉਂਕਿ ਵੱਡੀ ਗਿਣਤੀ ਲੋਕ ਨੇ ਜਿਹੜੇ ਉਹ ਇਹਨਾਂ ਨੂੰ ਮੰਨਦੇ ਨਹੀਂ। ਜਦੋਂ ਲੋਕਾਂ ਵਾਸਤੇ ਕਾਨੂੰਨ ਆਉਂਦੇ ਲੋਕ ਨਹੀਂ ਮੰਨਦੇ ਤਾਂ ਸਾਨੂੰ ਵਾਪਸ ਲੈ ਲੈਣਾ ਚਾਹੀਦਾ। ਸਰਕਾਰ ਕੋਲੇ ਲੌਜਿਕ ਕੀ ਹੈ? ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਤੁਹਾਡਾ ਫਾਇਦਾ ਕਰ ਰਹੇ ਹਾਂ, ਇਹ ਤੁਹਾਡਾ ਬਹੁਤ ਫਾਇਦਾ ਕਰ ਦੇਣਗੇ, ਇਹ ਕਾਨੂੰਨਾਂ ਨਾਲ ਥੋੜ੍ਹਾ ਬਹੁਤ ਸਾਰਾ ਫਾਇਦਾ ਹੋ ਜਾਣਾ। ਪਰ ਕਿਸਾਨ, ਮਜ਼ਦੂਰ ਅਤੇ ਹੋਰ ਲੜਨ ਵਾਲੇ ਲੋਕ ਕਹਿੰਦੇ ਨੇ ਕਿ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ। ਲੋਕਾਂ ਦੀ ਮੰਗ ਕੀ ਹੈ? ਲੋਕਾਂ ਦੀ ਮੰਗ ਕੀ ਹੈ ਕਿ ਨਵੇਂ ਕਾਨੂੰਨ ਨਹੀਂ ਚਾਹੀਦੇ। ਉਹ ਕਹਿੰਦੇ ਅਸੀਂ ਧੱਕੇ ਨਾਲ ਕਾਨੂੰਨ ਦੇਣਾ, ਅਸੀਂ ਤਾਂ ਧੱਕੇ ਨਾਲ ਤੁਹਾਡਾ ਫਾਇਦਾ ਕਰਨਾ ਹੀ ਕਰਨਾ। ਤੁਹਾਨੂੰ ਸਮਝ ਨਹੀਂ ਹੈਗੀ, ਮੈਂ ਸਮਝਦਾ ਕਿ ਸੱਚ ਵਿੱਚ ਜੇ ਲੋਕਾਂ ਨੂੰ ਸਮਝ ਨਹੀਂ ਹੈਗੀ ਤਾਂ ਵੀ ਫਾਇਦਾ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ। ਆਪਾਂ ਕਿਸੇ ਦੇ ਢਾਹ ਕੇ ਆਪਰੇਸ਼ਨ ਕਿਉਂ ਕਰਨੇ ਕਿ ਅਸੀਂ ਤਾਂ ਤੁਹਾਡਾ ਫਾਇਦਾ ਹੀ ਕਰਕੇ ਹਟਣਾ। ਤਾਂ ਅੱਜ ਜਿਹੜੀ ਸਰਕਾਰ ਹੈ ਉਹ ਫਾਇਦਾ ਨਹੀਂ ਕਰ ਰਹੀ, ਉਹਦੇ ਕੋਲ ਕੋਈ ਲੌਜਿਕ ਨਹੀਂ ਇਸ ਗੱਲ ਕਹਿਣ ਤੋਂ ਕਿ ਅਸੀਂ ਤਾਂ ਤੁਹਾਡੇ ਫਾਇਦੇ ਕਰਨੇ। ਬਹੁਤ ਸਾਰੇ ਲੋਕ ਮੰਨਦੇ ਆ ਇਸ ਫਾਇਦਾ ਕਰਨ ਦਾ, ਸਾਰੀਆਂ ਇੰਸਟੀਟਿਊਸ਼ਨਾਂ ਵੀ ਇਹਦੇ ਵਿੱਚ ਇਨਵੋਲਵ ਹੋ ਗਈਆਂ। ਸੁਪਰੀਮ ਕੋਰਟ ਤੱਕ ਦਾ ਜਿੰਨਾ ਉਹਦਾ ਇੱਕ ਕ੍ਰੈਡੀਬਿਲਿਟੀ ਸੀ ਉਹ ਵੀ ਲਗਭਗ ਹੈ ਜਿਹੜੀ ਇਹਨਾਂ ਸਾਰੇ ਕਾਸੇ ਦੇ ਥਰੂ, ਕਮੇਟੀਆਂ, ਕਾਨੂੰਨ, ਸਭ ਕੁਛ ਉਹਦੇ ਥਰੂ ਬਹੁਤ ਸਾਰੀ ਜਿਹੜੀ ਡਿਸਕ੍ਰੈਡਿਟ ਹੋਈ ਹੈ। ਤਾਂ ਇਹ ਜਿਹੜੇ 3 ਕਾਨੂੰਨ ਆਏ ਨੇ ਉਹ ਇੱਕ ਕੈਪਸੂਲ ਦਾ ਰੂਪ ਬਣਾ ਕੇ ਸਾਡੇ ਕੋਲ ਛੱਡੇ ਗਏ ਨੇ। ਭਾਵੇਂ ਉਹ ਜਿਹੜਾ ਫਾਰਮਰ ਜਿਹੜਾ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਵਾਲਾ, ਭਾਵੇਂ ਫਾਰਮਰ ਦੀ ਐਗਰੀਮੈਂਟ, ਜਿਹੜਾ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮਰ ਸਰਵਿਸ ਐਕਟ, ਜਿਹਨੂੰ ਕੰਟਰੈਕਟ ਫਾਰਮਿੰਗ ਐਕਟ ਕਹਿੰਦੇ। ਪਹਿਲੇ ਐਕਟ ਨੂੰ ਅਸੀਂ ਕਹਿੰਦੇ APMC ਬਾਈਪਾਸ ਐਕਟ, ਦੂਜੇ ਨੂੰ ਕੰਟਰੈਕਟ ਫਾਰਮਿੰਗ ਐਕਟ, ਤੀਜੇ ਨੂੰ ਜਿਹੜਾ ECA ਕਹਿੰਦੇ ਕਿ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਦਾ ਇੱਕ ਐਕਟ ਸੀਗਾ ਜਿਹਦੇ ਵਿੱਚ ਕੁਝ ਸੋਧਾਂ ਕਰਕੇ 2020 ਦਾ ਐਕਟ ਬਣਾਤਾ। ਤਾਂ ਇਹ 3 ਕਾਨੂੰਨ ਨੇ ਜਿਹੜੇ ਉਹ ਬਣ ਕੇ ਆ ਗਏ। ਪੰਜਾਬ ਦੇ ਵਿੱਚੋਂ ਇਹਦੇ ਉੱਤੇ ਇੱਕ ਮੂਵਮੈਂਟ ਉੱਠੀ। ਪੰਜਾਬ 'ਚ ਕਿਉਂ ਉੱਠਦੀ ਹੈ ਪਹਿਲਾਂ ਇਹ ਦੇਖਣ ਦੀ ਲੋੜ ਹੈ। ਪੰਜਾਬ ਦੇ ਵਿੱਚ ਇੱਕ ਹਰੀ ਕ੍ਰਾਂਤੀ ਦਾ ਮਾਡਲ ਲਿਆਂਦਾ ਗਿਆ। ਹਰੀ ਕ੍ਰਾਂਤੀ ਦੇ ਮਾਡਲ ਨੇ ਕੁਝ ਸਮਾਂ ਸਾਨੂੰ ਇਨਕਮ ਦਿੱਤੀ, ਉਸ ਤੋਂ ਬਾਅਦ ਬਹੁਤ ਚੀਜ਼ਾਂ ਸਾਡੇ ਤੋਂ ਖੋਹ ਰਹੀਆਂ। ਅੱਜ ਪੰਜਾਬ ਦੀ ਕਿਸਾਨੀ ਹੈ ਜਿਹੜੀ, ਇਸ ਤੋਂ ਬਾਅਦ ਜਿਵੇਂ 1991 ਜੋ WTO ਆ ਜਾਂਦਾ, ਕ੍ਰਾਈਸਿਸ ਹੋਰ ਤਿੱਖਾ ਹੋ ਜਾਂਦਾ। ਇੰਟਰਨੈਸ਼ਨਲ ਸਾਡੀਆਂ ਰੇਟ ਇੰਟਰਨੈਸ਼ਨਲ ਪ੍ਰਾਈਸ ਨਾਲ ਜੁੜ ਗਏ। ਇੱਕ ਇੰਟਰਨਲ ਕ੍ਰਾਈਸਿਸ ਹੋ ਗਿਆ, ਇੱਕ ਇੰਟਰਨੈਸ਼ਨਲ ਕ੍ਰਾਈਸਿਸ ਹੋ ਗਿਆ। 2 ਤਰ੍ਹਾਂ ਦੇ ਕ੍ਰਾਈਸਿਸ ਜੁੜਨ ਕਰਕੇ ਅਸੀਂ ਸਾਡੀਆਂ ਜਿਹੜੀਆਂ ਪ੍ਰੋਫਿਟੇਬਿਲਿਟੀ ਹੈ, ਜਿਹੜੀ ਫਾਰਮਰ ਦੇ 4 ਪੈਸੇ ਬਣਦੇ ਸੀ, ਉਹ ਵੀ ਖੋਏ ਗਏ। 1991 ਤੋਂ ਬਾਅਦ 95 ਦੇ ਵਿੱਚ WTO ਬਣਦਾ ਹੈ। 91 ਤੋਂ ਬਾਅਦ ਲੋਕ ਨੇ ਜਿਹੜੇ ਕਿਸਾਨ ਨੇ ਉਹ ਇੱਕ ਕ੍ਰਾਈਸਿਸ 'ਚ ਫਸ ਗਏ, ਜਿਹਨੂੰ ਅਸੀਂ 3D ਦਾ ਕ੍ਰਾਈਸਿਸ ਕਹਿੰਦੇ ਹਾਂ। 3 ਡੀਆਂ ਅਸੀਂ ਕਹਿੰਦੇ ਹਾਂ ਕਿ ਇਹਨਾਂ ਸਿਰ ਕਰਜ਼ਾ ਹੋ ਗਿਆ, ਡੈਟ, ਡੀਪੀਜੈਂਟਾਈਜੇਸ਼ਨ ਐਂਡ ਡੈਥ, ਕਿ ਉਹ ਕਰਜ਼ਾਈ ਹੋ ਗਏ, ਛੋਟੇ ਕਿਸਾਨ ਖੇਤੀ ਤੋਂ ਬਾਹਰ ਹੋ ਗਏ, ਅਤੇ ਇਹ ਕੀ ਹੈ ਕਿ ਖੁਦਕਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ, ਉਹ ਆਪਣੇ ਆਪ ਨੂੰ ਮਾਰਨਾ ਸ਼ੁਰੂ ਕਰਤਾ। ਤਾਂ ਇਹ 3 ਡੀਆਂ ਨੇ ਜਿਹੜੀਆਂ ਇਹ ਦੱਸਦੀਆਂ ਨੇ ਕਿ ਡੂੰਘਾਈ ਕਿੰਨੀ ਹੈ। ਅੱਜ ਪੰਜਾਬ ਦੇ ਪੂਰੇ ਪੰਜਾਬ ਦੀ ਕਿਸਾਨੀ ਸਿਰ 1 ਲੱਖ ਕਰੋੜ ਰੁਪਏ ਦਾ ਕਰਜ਼ਾ। ਇਹ ਕੋਈ ਛੋਟਾ ਕਰਜ਼ਾ ਨਹੀਂ। ਹਰ ਪਰਿਵਾਰ ਸਿਰ 10 ਲੱਖ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ, ਔਸਤਨ 10 ਲੱਖ ਰੁਪਏ ਦਾ। ਕਿਉਂਕਿ 10,53,000 ਕਿਸਾਨ ਨੇ ਪੰਜਾਬ ਦੇ ਵਿੱਚ, ਕਿਸਾਨਾਂ ਦੇ ਘਰ ਨੇ ਜਿਹੜੇ ਖੇਤੀ ਕਰਦੇ ਨੇ, ਅਤੇ 1 ਲੱਖ ਕਰੋੜ ਹੈ ਜਦੋਂ ਡਿਵਾਈਡ ਕਰਦੇ ਤਾਂ ਆਲਮੋਸਟ 10 ਲੱਖ ਜਿਹੜਾ ਇੱਕ ਪਰਿਵਾਰ ਸਿਰ ਬਣ ਜਾਂਦਾ। ਇਹ ਕੋਈ ਛੋਟਾ ਅਮਾਊਂਟ ਨਹੀਂ। ਆਮਦਨ ਕਿੰਨੀ ਹੈ? ਔਸਤਨ ਆਮਦਨ ਸਾਡੇ ਪੰਜਾਬ ਦੇ ਕਿਸਾਨ ਦੀ 6 ਲੱਖ ਹੈ, ਕਰਜ਼ਾ 10 ਲੱਖ ਹੈ। ਜਿੱਥੋਂ ਇਹ ਲੱਗਦਾ ਕਿ ਇਹ ਬੜੇ ਅਮੀਰ ਨੇ, ਕਿਉਂ ਲੜ ਰਹੇ ਨੇ, ਤਾਂ ਬੜੇ ਬੜੇ ਟਰੈਕਟਰਾਂ 'ਤੇ ਆਉਂਦੇ ਨੇ, ਆਹ ਕਰਦੇ ਨੇ, ਉਹ ਕਰਦੇ ਨੇ। ਕਿਉਂਕਿ ਤੁਸੀਂ ਨੈਸ਼ਨਲ ਮੀਡੀਆ ਦੇ ਵਿੱਚ ਦੇਖੋਗੇ ਕੀ ਬਣਦਾ। ਉੱਥੇ ਪੰਜਾਬ ਦੇ ਇਹਨਾਂ ਦੇ ਵਿੱਚੋਂ ਵੀ ਤੁਸੀਂ ਛੋਟੇ ਕਿਸਾਨਾਂ ਦੇ ਸਿਰ ਪਰ ਏਕੜ ਕਰਜ਼ਾ ਦੇਖਦੇ ਤਾਂ ਬਹੁਤ ਜ਼ਿਆਦਾ ਹੈ। ਈਵਨ 1/3 ਜਿਹੜੀ ਛੋਟੀ ਕਿਸਾਨੀ ਹੈ ਉਹਦੇ ਜਿਵੇਂ ਕਰਜ਼ਾ ਇੰਨਾ ਕਿ ਉਹ ਆਪਣਾ ਕਰਜ਼ੇ ਦਾ ਵਿਆਜ ਵਾਪਸ ਕਰਨ ਦੇ ਵੀ ਸਮਰੱਥ ਨਹੀਂ। ਕਰਜ਼ੇ ਦਾ ਸਿਰਫ ਵਿਆਜ ਹੀ ਵਾਪਸ ਨਹੀਂ ਹੁੰਦਾ। ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ।
ਤੇ ਇਸ ਤੋਂ ਬਾਅਦ 1991 ਦੇ ਵਿੱਚ ਅਸੀਂ ਦੇਖਿਆ ਕਿ 5 ਲੱਖ ਛੋਟੇ ਕਿਸਾਨ ਸੀਗੇ ਪੰਜਾਬ ਦੇ ਵਿੱਚ। 5 ਲੱਖ ਚੋਂ ਉਹਨਾਂ ਦਾ ਨੰਬਰ 3 ਲੱਖ ਰਹਿ ਗਿਆ 2001 ਦੇ ਵਿੱਚ 10 ਸਾਲਾਂ ਦੇ ਵਿੱਚ। 2 ਲੱਖ ਖੇਤੀ ਚੋਂ ਬਾਹਰ ਹੋ ਗਏ। ਅਸੀਂ ਪੰਜਾਬ ਸਟੇਟ ਫਾਰਮਿੰਗ ਕਮਿਸ਼ਨ ਦੇ ਨਾਲ ਜੁੜ ਕੇ ਇੱਕ ਸਟੱਡੀ ਕੀਤੀ ਕਿ ਕਿੱਥੇ ਗਏ, ਤਾਂ ਇਹ ਦੇਖਿਆ ਕਿ ਛੋਟੇ ਕਿਸਾਨਾਂ ਚੋਂ ਵੱਡੀ ਗਿਣਤੀ ਜਦੋਂ ਖੇਤੀ ਚੋਂ ਬਾਹਰ ਹੋ ਜਾਂਦੀ ਹੈ ਉਹਨਾਂ ਨੂੰ ਕੋਈ ਬਹੁਤਾ ਕੰਮ ਧੰਦਾ ਵਧੀਆ ਨਹੀਂ ਮਿਲਿਆ। ਮਾਰਜਨਲ ਫਾਰਮਰ 2.5 ਏਕੜ ਤੋਂ ਘੱਟ ਵਾਲੇ 40% ਸੀਗੇ ਜਿਹੜੇ ਜਿਨ੍ਹਾਂ ਨੇ ਖੇਤੀ ਛੱਡੀ। 2 ਲੱਖ ਦੇ ਉਹ 2 ਲੱਖ ਦੇ ਵਿੱਚੋਂ ਮਾਰਜਨਲ ਫਾਰਮਰ ਸੀਗੇ, ਉਹਨਾਂ ਦਾ 40% ਹਿੱਸਾ ਮਜ਼ਦੂਰੇ ਜਿਹੜਾ ਲੇਬਰ ਮਾਰਕੀਟ ਨੂੰ ਜੁਆਇਨ ਕੀਤਾ, ਜਿਹਨਾਂ 'ਚੋਂ ਕੁਛ ਹਿੱਸਾ ਖੇਤੀ 'ਚ, ਕੁਛ ਅਰਬਨ ਏਰੀਏ ਦੇ ਵਿੱਚ ਮਜ਼ਦੂਰ ਬਣੇ ਮੰਡੀਆਂ ਸ਼ਹਿਰਾਂ 'ਚ। ਉਸ ਤੋਂ ਬਾਅਦ 2.5 ਤੋਂ 5 ਕਿੱਲਿਆਂ ਦਾ ਵੀ ਚੌਥਾ ਹਿੱਸਾ 23% ਨੇ ਜੋ ਮਜ਼ਦੂਰ ਦੇ ਵਿੱਚ ਟਰਾਂਸਫਰ ਹੋਏ। ਤਾਂ ਇਹ ਇੱਕ ਸ਼ਿਫਟਿੰਗ ਹੋਈ। ਇਸ ਤੋਂ ਬਾਅਦ ਜਿਹੜੇ ਮੱਧਲੇ ਤੇ ਵੱਡੇ ਕਿਸਾਨ ਸੀ ਉਹ ਥੋੜ੍ਹੇ ਜਿਹੇ ਇਹਨਾਂ ਨੂੰ ਚੰਗੇ ਪਾਸੇ ਐਡਜਸਟ ਹੋਏ। ਕੁਛ ਬਾਹਰ ਵੀ ਚਲੇ ਗਏ, ਕੁਛ ਨੇ ਇੱਥੇ ਹੀ ਆਪਣਾ ਕੋਈ ਟਰਾਂਸਪੋਰਟ ਦਾ ਕੋਈ ਹੋਰ ਨਿੱਕਾ ਮੋਟਾ ਧੰਦਾ ਸ਼ੁਰੂ ਕੀਤਾ, ਕੁਛ ਨੇ ਟੈਕਨੀਕਲ ਕੰਮ ਕੀਤੇ, ਕੁਛ ਨੇ ਥੋੜ੍ਹੇ ਜਿਹੇ % ਨੇ ਜ਼ਮੀਨਾਂ ਠੇਕੇ 'ਤੇ ਵੀ ਦਿੱਤੀਆਂ, ਵੇਚੀਆਂ ਵੀ, ਠੇਕੇ ਨਾਲ ਵੀ ਕੰਮ ਚਲਾਇਆ ਤੇ ਵੇਚ ਕੇ ਵੀ ਉਹ ਜਿਹੜੀ ਜ਼ਮੀਨ ਹੈ ਜਿਹੜੀ ਉਸਨੇ 11% ਨੇ ਜਿਹੜਾ ਜ਼ਮੀਨ ਵੇਚਤੀ, ਬਾਕੀਆਂ ਨੇ ਹਿੱਸਾ ਵਾਢਾ ਜਿਵੇਂ ਰੱਖ ਲਿਆ। ਉਸ ਤੋਂ ਬਾਅਦ ਉਹ ਵੇਚਣਾ ਸ਼ੁਰੂ ਕਰਤਾ। ਤਾਂ ਇਹ ਇੱਕ ਪ੍ਰੋਸੈਸ ਹਰੀ ਕ੍ਰਾਂਤੀ ਦਾ ਹੋਇਆ। ਹੁਣ ਜਿਹੜੇ ਨਵੇਂ ਕਾਨੂੰਨ ਤੰਨੇ ਆ ਰਹੇ ਨੇ ਇਕੱਠੇ ਕਰਕੇ, ਉਹਨਾਂ ਨਾਲ ਕੀ ਹੋਣਾ ਕਿ ਇਸ ਪ੍ਰੋਸੈਸ ਦੇ ਵਿੱਚ ਹੋਰ ਵਾਧਾ ਹੋਣਾ। ਇਹ ਪ੍ਰੋਸੈਸ ਜਿਹੜਾ ਪਹਿਲਾਂ ਸਿਰਫ ਡੀਪੀਜੈਂਟ ਜਿਹੜਾ ਸਮਾਲ ਫਾਰਮਰ ਤੱਕ ਹੋਇਆ ਸੀ, ਹੁਣ ਜਿਹੜੀ ਵੱਡੀ ਗਿਣਤੀ ਹੈ ਜਿਹੜੀ ਉਹ ਵੱਡੇ ਫਾਰਮਰ ਜਿਹੜੇ ਕੋਈ ਚੰਗੇ ਪਾਸੇ ਥੋੜ੍ਹਾ ਬਹੁਤਾ ਐਡਜਸਟ ਹੋ ਗਏ ਸੀਗੇ, ਉਹ ਵੀ ਇਹਨਾਂ ਕਾਨੂੰਨਾਂ ਨੇ ਚੰਗੇ ਪਾਸੇ ਐਡਜਸਟ ਨਹੀਂ ਹੋਣ ਦੇਣੇ। ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਡਿਸਟਰੈਸ ਹੈ, ਇਸ ਤਰ੍ਹਾਂ ਦੀ ਜਿਹੜੀ ਕ੍ਰਾਈਸਿਸ ਹੈ ਉਹ ਆ ਜਾਣਾ। ਤਾਂ ਸਾਨੂੰ ਦੇਖਣਾ ਕਿ ਨਵੇਂ ਕਾਨੂੰਨ ਨੇ ਇਸ ਕ੍ਰਾਈਸਿਸ ਦੇ ਵਿੱਚ ਹੋਰ ਵਾਧਾ ਕਰਨਗੇ, ਉਹ ਹੋਰ ਜਿਹੜਾ ਕਰਜ਼ਾ ਵਧਾਉਣਗੇ, ਉਹ ਹੋਰ ਜਿਹੜਾ ਇਹਦੇ ਵਿੱਚ ਜਿਹੜੀਆਂ ਵੱਡੇ ਪੱਧਰ ਤੇ ਜਿਹੜੀਆਂ ਜਿਵੇਂ ਖੁਦਕੁਸ਼ੀਆਂ ਹੋ ਰਹੀਆਂ ਨੇ। ਹੁਣ ਦੇਖੋ ਖੁਦਕੁਸ਼ੀਆਂ ਪਿਛਲੇ ਇੱਕ ਜਦੋਂ ਅਸੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡਾਟਾ ਦੇਖਦੇ ਹਾਂ, ਅੱਜ ਇੰਡੀਆ ਦੇ ਵਿੱਚ 3.5 ਲੱਖ ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀਆਂ ਕਰ ਲਈਆਂ। ਪੰਜਾਬ ਦੇ ਵਿੱਚ ਅਸੀਂ ਡੋਰ ਟੂ ਡੋਰ ਸਰਵੇ ਕੀਤਾ 3 ਯੂਨੀਵਰਸਿਟੀਆਂ ਨੇ, ਤਾਂ ਉਸ ਡੋਰ ਟੂ ਡੋਰ ਸਰਵੇ ਦੇ ਵਿੱਚ ਅਸੀਂ ਇਹ ਦੇਖਿਆ ਕਿ 16,606 ਖੁਦਕੁਸ਼ੀਆਂ ਹੋਈਆਂ ਨੇ ਜਿਹੜੀਆਂ 17 ਸਾਲਾਂ ਦੇ ਵਿੱਚ। ਤਾਂ ਇਹਦਾ ਮਤਲਬ ਕਿ ਲਗਭਗ 1000 ਖੁਦਕੁਸ਼ੀ ਹਰ ਸਾਲ ਹੁੰਦੀ ਹੈ। 1000 ਖੁਦਕੁਸ਼ੀ ਦਾ ਮਤਲਬ ਕਿ ਆਲਮੋਸਟ 3 ਖੁਦਕੁਸ਼ੀਆਂ ਰੋਜ਼ ਹੁੰਦੀਆਂ ਨੇ। 2 ਕਿਸਾਨ 1 ਮਜ਼ਦੂਰ ਹਰ ਰੋਜ਼ ਖੁਦਕੁਸ਼ੀ ਕਰ ਰਿਹਾ ਜਿਹੜਾ 17 ਸਾਲ ਤੋਂ। ਹਰ ਰੋਜ਼ ਦਾ ਇਹ ਡਾਟਾ ਹੈ। ਇਹ ਕਿਸੇ ਸਾਲ ਇਹਦੀ ਜੀ ਐਵਰੇਜ ਮਿਨੀਮਮ ਇੱਕ ਵਾਰੀ 950 ਹੈ ਤੇ 1150 ਹੈ। ਮਤਲਬ ਕਿਤੇ ਵੀ ਤੁਸੀਂ ਦੇਖ ਲਓ ਕਿ 1000 ਦੇ ਨੇੜੇ ਤੇੜੇ, ਕਿਸੇ ਵੀ ਸਾਲ ਬਹੁਤ ਘੱਟ ਨਹੀਂ, ਕਿਸੇ ਵੀ ਸਾਲ ਬਹੁਤ ਜ਼ਿਆਦਾ ਨਹੀਂ, ਲਗਾਤਾਰ ਈਵਨ ਪਿਛਲੇ 2 ਸਾਲਾਂ ਦਾ ਸਾਡੇ ਕੋਲ ਡਾਟਾ ਨਹੀਂ ਹੈਗਾ। ਹਰ ਸਾਲ ਇਹ ਖੁਦਕੁਸ਼ੀਆਂ ਦਾ ਨੰਬਰ ਹੈ ਜਿਹੜਾ 1000, 1100, 900 ਇੱਥੇ ਰਹੇ। ਇਹਦਾ ਮਤਲਬ ਕਿ ਕ੍ਰਾਈਸਿਸ ਇੱਕ ਲੰਬੇ ਸਮੇਂ ਤੋਂ ਚੱਲ ਰਿਹਾ। 2 ਕਿਸਾਨ 1 ਮਜ਼ਦੂਰ ਖੁਦਕੁਸ਼ੀ ਕਰ ਰਹੇ ਨੇ। ਕਈ ਵਾਰੀ ਇਹ ਕਿਹਾ ਜਾਂਦਾ ਕਿ ਕਿਸਾਨ ਨੇ ਜਿਹੜਾ ਇਸ ਕਰਕੇ ਖੁਦਕੁਸ਼ੀ ਕਰ ਰਹੇ ਕਿ ਇਹ ਖਰਚ ਬਹੁਤ ਕਰ ਦਿੰਦੇ ਇੱਧਰ ਉੱਧਰ, ਇਹ ਮਜ਼ਦੂਰ ਕਿਉਂ ਨਹੀਂ ਕਰਦੇ, ਝੁੱਗੀ ਝੌਂਪੜੇ ਵਾਲੀ ਕਿਉਂ ਨਹੀਂ ਕਰਦੇ। ਇਹ ਗੱਲ ਬਿਲਕੁਲ ਜਿਹੜੀ ਹੈਗੀ ਗਲਤ ਹੈ। ਅਸੀਂ ਮਜ਼ਦੂਰਾਂ ਦਾ ਵੀ ਖੁਦਕੁਸ਼ੀ ਦਾ ਡਾਟਾ ਲਿਆ। 16,600 ਦੇ ਵਿੱਚੋਂ 9300 ਕਿਸਾਨ ਨੇ, 7300 ਮਜ਼ਦੂਰ ਨੇ। ਕਿਸਾਨਾਂ ਦਾ ਨੰਬਰ ਪੂਰੇ ਪੰਜਾਬ ਦੇ ਵਿੱਚ 20 ਲੱਖ ਹੈ, ਮਜ਼ਦੂਰਾਂ ਦਾ ਨੰਬਰ ਪੰਜਾਬ ਦੇ ਵਿੱਚ 15 ਲੱਖ ਹੈ। 20 ਲੱਖ ਦੇ ਵਿੱਚੋਂ 9300 ਕਰਕੇ, 15 ਲੱਖ ਦੇ ਵਿੱਚੋਂ 7300 ਕਰਕੇ ਪ੍ਰਪੋਰਸ਼ਨ ਜੇ ਤੁਸੀਂ ਉਹਨੂੰ ਵੰਡ ਲਓਗੇ ਤਾਂ ਬਿਲਕੁਲ ਬਰਾਬਰ ਹੈ। 1 ਲੱਖ ਪਿੱਛੇ ਜਿੰਨੇ ਕਿਸਾਨ ਕਰਦੇ ਨੇ ਉਨੇ ਮਜ਼ਦੂਰ ਕਰਦੇ ਨੇ। ਇਹ ਕੋਈ ਸੈਂਪਲ ਸਰਵੇ ਨਹੀਂ, ਇਹ ਡੋਰ ਟੂ ਡੋਰ ਸੈਂਸਸ ਸਰਵੇ ਹੈ। ਅਸੀਂ ਹਰ ਇੱਕ ਘਰ ਦੇ ਵਿੱਚ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਜਿੱਥੇ ਕੋਈ ਖੁਦਕੁਸ਼ੀ ਹੋਈ ਹੈ। ਇਹ ਤਾਂ ਹੋ ਸਕਦਾ ਕਿ ਕਿਤੇ ਕੋਈ ਰਹਿ ਗਿਆ ਹੋਵੇ, ਪਰ ਇਹ ਨਹੀਂ ਹੈ ਕਿ ਅਸੀਂ, ਕਿਉਂਕਿ ਪੂਰੀ ਗੌਰਮੈਂਟ ਨੂੰ ਇੱਕ ਰਿਪੋਰਟ ਸਬਮਿਟ ਕੀਤੀ ਹੈ, ਉਹਦੇ ਵਿੱਚ ਪੂਰੀ ਡਿਟੇਲ ਹੈ, ਉਹਨਾਂ ਨੂੰ ਕੰਪਨਸੇਸ਼ਨ ਦੇਣ ਦੀਆਂ ਵੀ, ਉਹਨਾਂ ਦੀਆਂ ਫੋਟੋਆਂ, ਸਭ ਕੁਝ ਚੀਜ਼ਾਂ ਉਹਦੇ 'ਤੇ ਲੱਗੀਆਂ ਹੋਈਆਂ ਨੇ। ਇੰਡੀਆ ਲੈਵਲ 'ਤੇ ਜਦੋਂ ਅਸੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡਾਟਾ ਦੇਖਦੇ ਹਾਂ ਤਾਂ ਪੰਜਾਬ ਨੂੰ ਉਹ ਲੀਸਟ ਸੁਇਸਾਈਡ ਪ੍ਰੋਨ ਏਰੀਆ ਕਹਿੰਦੇ ਨੇ ਕਿ ਇੱਥੇ ਨਹੀਂ ਹੁੰਦੀਆਂ ਖੁਦਕੁਸ਼ੀਆਂ, ਕਿਉਂਕਿ ਦੂਜੇ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੇ ਸਰਵੇ ਨਹੀਂ ਹੋਏ। ਸਾਡੇ ਸਰਵੇ ਹੋਏ ਨੇ ਤੇ ਇੱਥੋਂ ਪਤਾ ਲੱਗਦਾ ਇਹ ਡਾਟਾ 3.5 ਲੱਖ ਨਹੀਂ, ਇਸ ਤੋਂ ਵੀ ਕਈ ਗੁਣਾ ਵੱਧ ਹੈ ਜੇਕਰ ਅਸੀਂ ਇਸ ਤਰ੍ਹਾਂ ਦੇ ਸਰਵੇ ਕਰਕੇ ਦੇਖੀਏ। ਕਿਸਾਨੀ ਸਿਰੇ ਜਿਹੜਾ ਬਹੁਤ ਜ਼ਿਆਦਾ ਕ੍ਰਾਈਸਿਸ ਹੈ। ਅੱਜ ਜਦੋਂ ਇੱਕ ਖੁਦਕੁਸ਼ੀ ਹੁੰਦੀ ਹੈ, ਜੋ WHO ਦੀ ਇੱਕ ਰਿਪੋਰਟ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਇੱਕ ਰਿਪੋਰਟ ਹੈ ਕਿ ਜੇਕਰ ਇੱਕ ਖੁਦਕੁਸ਼ੀ, ਉਹਨਾਂ ਕੋਲ ਇੱਕ ਟੈਕਨੀਕਲ ਰਿਪੋਰਟ ਹੈ ਕਿ ਇੱਕ ਖੁਦਕੁਸ਼ੀ ਪਹਿਲੀ ਵਾਰੀ ਨਹੀਂ ਹੁੰਦੀ। ਇਹ ਸਮਝਣ ਵਾਲੀ ਗੱਲ ਹੈ ਕਿ ਜਦੋਂ ਬੰਦਾ ਖੁਦਕੁਸ਼ੀ ਕਰਦਾ, ਇਹਦਾ ਮਤਲਬ ਇਹ ਨਹੀਂ ਕਿ ਇੱਕ ਬੰਦਾ ਖੁਦਕੁਸ਼ੀ ਕਰ ਰਿਹਾ।
ਉਹ ਕਹਿੰਦੇ ਇੱਕ ਖੁਦਕੁਸ਼ੀ ਪਿੱਛੇ 20 ਕੋਸ਼ਿਸ਼ਾਂ 20 ਅਟੈਂਪਟਸ 20 ਕੋਸ਼ਿਸ਼ਾਂ ਹੋਈਆਂ ਹੁੰਦੀਆਂ ਨੇ। ਟੈਕਨੀਕਲ ਡਾਟਾ ਪੂਰੀ ਦੁਨੀਆ ਦਾ, ਇੱਕ ਖੁਦਕੁਸ਼ੀ ਪਿੱਛੇ 20 ਕੋਸ਼ਿਸ਼ਾਂ ਹੋਈਆਂ ਹੁੰਦੀਆਂ ਨੇ। ਇਹਦਾ ਮਤਲਬ ਕੀ ਹੈ ਕਿ ਹਰ ਰੋਜ਼ 3 ਬੰਦੇ ਨਹੀਂ ਪੰਜਾਬ 'ਚ ਖੁਦਕੁਸ਼ੀਆਂ ਕਰਦੇ, 60 ਬੰਦੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ। ਉਹ ਜੋ 3 ਬੰਦੇ ਕਰ ਜਾਂਦੇ, ਬਾਕੀ ਕਦੇ ਫੇਰ ਕਰਦੇ ਜਾਂ ਕਦੇ ਟਲ ਵੀ ਜਾਂਦਾ, ਕੋਈ ਹੋਰ ਕਰਦਾ। ਇਹਦਾ ਮਤਲਬ ਕੀ ਹੈ ਕਿ ਜਦੋਂ 60 ਬੰਦੇ ਛੋਟੇ ਜਿਹੇ ਪੰਜਾਬ ਦੇ ਵਿੱਚ ਖੁਦਕੁਸ਼ੀ ਕਰ ਰਹੇ ਨੇ, ਭਾਵੇਂ ਮੈਚਿਓਰ ਨਹੀਂ ਹੋਏ, ਕਰਦੇ ਨਹੀਂ, ਬਚ ਰਹੇ ਨੇ ਅਸੀਂ, ਇਹਦਾ ਮਤਲਬ ਹਾਲਾਤ ਕਿਹੋ ਜਿਹੇ ਬਣਦੇ ਨੇ। ਆਪਣੇ ਆਪ ਨੂੰ ਮਾਰਨਾ ਇਹ ਸਭ ਤੋਂ ਵੱਡੀ ਤਰਾਸਦੀ ਹੈ, ਇਸ ਤੋਂ ਵੱਡਾ ਕੋਈ ਕ੍ਰਾਈਮ ਨਹੀਂ ਹੋ ਸਕਦਾ। ਤਾਂ ਇਹੋ ਜਿਹੇ ਜਿਹੜੇ ਕਨਸੈਪਟ ਨੇ ਉਹ ਤੁਸੀਂ ਦੇਖੋ ਕਿ ਕਿਉਂ ਲੋਕ ਲੜਦੇ ਨੇ। ਦੇਖੋ ਜਿੰਨੇ ਖੁਦਕੁਸ਼ੀਆਂ ਕਰ ਗਏ, ਅਸੀਂ ਸਾਰੇ ਡੋਰ ਟੂ ਡੋਰ ਸਰਵੇ ਕੀਤਾ, ਉਹਨਾਂ ਦੇ 1/3 ਪਰਿਵਾਰਾਂ ਦੇ ਵਿੱਚ, 1/3 ਪਰਿਵਾਰ ਦੇ ਵਿੱਚ ਕੋਈ ਕਮਾਊ ਮੈਂਬਰ ਨਹੀਂ ਰਿਹਾ। ਵੱਡੀ ਗਿਣਤੀ ਮਜ਼ਦੂਰਾਂ ਦੇ ਵਿੱਚ ਇਹ ਹੋਰ ਵੀ ਚੱਲ ਰਿਹਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿੱਥੇ ਕਮਾਊ ਹੈਗਾ ਸੀ, ਇੱਕੋ ਹੀ ਬੰਦਾ ਕਮਾਉਣ ਵਾਲਾ ਸੀ, ਉਹੀ ਖੁਦਕੁਸ਼ੀ ਕਰ ਗਿਆ। ਅੰਦਾਜ਼ਾ ਲਓ ਕਿ ਜਿਸ ਦਿਨ ਕਮਾਊ ਬੰਦਾ ਘਰ ਦੇ ਵਿੱਚ ਬੈਠਾ ਸੀ, ਕ੍ਰਾਈਸਿਸ ਸੀ, ਸੰਕਟ ਸੀਗਾ, ਕਬੀਲਦਾਰੀ ਸੈੱਟ ਨਹੀਂ ਸੀ ਆਉਂਦੀ, ਇਸੇ ਕਰਕੇ ਉਹਨੂੰ ਖੁਦਕੁਸ਼ੀ ਕਰਨੀ ਪਈ। ਉਹ ਬੰਦਾ ਉੱਧਰ ਹੈਗਾ ਸੀ, ਉਹ ਤੋਂ ਵੀ ਇਹ ਸੰਕਟ ਦੀ ਮਾਰ ਝੱਲੀ ਨਹੀਂ ਗਈ, ਇਸ ਕਰਕੇ ਖੁਦਕੁਸ਼ੀ ਕਰ ਗਿਆ। ਹੁਣ ਸਾਰੇ ਲੋਕ ਅਸੀਂ ਅੰਦਾਜ਼ਾ ਲਾ ਸਕਦੇ ਕਿ ਅੱਜ ਉਹ ਵੀ ਘਰੇ ਹੈ ਨਹੀਂ ਗਾ। ਬਾਕੀਆਂ ਦਾ ਕੀ ਹਾਲ ਹੁੰਦਾ ਹੋਣਾ, ਇਹ ਅੰਦਾਜ਼ੇ ਲਾਉਣੇ ਕੋਈ ਬਹੁਤੇ ਮੁਸ਼ਕਲ ਨਹੀਂ। ਹਰ ਇੱਕ ਬੰਦਾ ਸੈਂਸਿਟਿਵ ਹੈ ਜਿਹੜਾ, ਉਹ ਸੋਚ ਕੇ ਅੰਦਾਜ਼ਾ ਲਾ ਸਕਦਾ। ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਪਰਿਵਾਰਾਂ ਦੇ ਵਿੱਚ ਜਾਂਦੇ ਸੀ ਤਾਂ ਬਹੁਤ ਵਾਰੀ ਸਾਨੂੰ ਇੱਕ ਵੀ ਅਸੀਂ ਇੰਟਰਵਿਊ ਕਰੇ ਤੋਂ ਬਿਨਾਂ ਵਾਪਸ ਆ ਜਾਂਦੇ ਸੀ। ਤੁਸੀਂ ਕਰ ਹੀ ਨਹੀਂ ਸਕਦੇ ਸੀ, ਮਤਲਬ ਗਾਹ ਨਹੀਂ ਤੁਰ ਸਕਦੇ, ਕਿਉਂਕਿ ਇਹ ਕੋਈ ਆਮ ਸਰਵੇ ਨਹੀਂ। ਜਿਹੜੀਆਂ ਮਤਲਬ ਜਦੋਂ ਮਤਲਬ ਕੋਈ ਸੈਂਸਿਟਿਵ ਉਹਨਾਂ ਨਾਲ ਗੱਲ ਕਰਦਾ, ਪਰਿਵਾਰ ਦਾ ਦੁੱਖ ਦੇਖਦਾ, ਤਾਂ ਉਹ ਜਿਹੜੀਆਂ ਬੰਦੇ ਦੀਆਂ ਭੁੱਬਾਂ ਨਿਕਲ ਆਉਂਦੀਆਂ ਨੇ, ਅਤੇ ਉਸ ਪਰਿਵਾਰਾਂ ਦਾ ਦੇਖ ਕੇ ਕਿ ਕੀ ਹੋਈ ਜਾਂਦਾ। ਤਾਂ ਇਹਦੇ ਨਾਲ ਹੀ ਕੀ ਹੈ ਕਿ ਜਦੋਂ ਪਰਿਵਾਰ ਜਿਹੜੇ ਰਹਿ ਗਏ, 28% ਪਰਿਵਾਰਾਂ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਡਿਪਰੈਸ਼ਨ ਦਾ ਸ਼ਿਕਾਰ ਹੈ। 28% ਪਰਿਵਾਰਾਂ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਲੋਕ ਲੰਘ ਰਹੇ ਨੇ। ਅਤੇ ਇੱਕ ਹੋਰ ਜਿਹੜੀ ਤਰਾਸਦੀ ਹੈ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੀ ਖੁਦਕੁਸ਼ੀ ਹੋਈ ਹੈ, ਉਹਨਾਂ ਦੇ 11% ਟੋਟਲ, ਜਿਹੜਾ ਮੈਂ 16,600 ਦੀ ਗੱਲ ਕਰਦਾ, ਉਹਨਾਂ ਦੇ 11% ਪਰਿਵਾਰਾਂ ਦੇ ਬੱਚੇ ਨੇ ਜਿਹੜੇ ਉਹ ਆਪਣੇ ਸਕੂਲ 'ਚੋਂ ਜਿੰਨਾ ਕੋਈ ਪੜ੍ਹਦੇ ਸੀ 5ਵੀਂ 7ਵੀਂ 8ਵੀਂ 9ਵੀਂ ਜੋ ਵੀ, ਉਹ ਡਰੋਪ ਕਰ ਗਏ, ਸਕੂਲ ਦੇ ਵਿੱਚੋਂ ਹਟ ਗਏ ਪੜ੍ਹਨ। ਇਹ ਵੀ ਇੱਕ ਵੱਡੀ ਤਰਾਸਦੀ ਕਿ ਅਗਲੀ ਜਨਰੇਸ਼ਨ ਕੀ ਕਰ ਰਹੀ ਹੈ। ਇਹ ਜਿਹੜਾ ਕ੍ਰਾਈਸਿਸ ਮੌਜੂਦਾ ਅਤੇ ਹੋਰ ਵੀ ਜ਼ਿਆਦਾ ਹੈ ਕਿਸਾਨਾਂ ਨੂੰ, ਇਹ ਉਹਨਾਂ ਦੇ ਕੇਸ ਦੇ ਵਿੱਚ ਹੋਰ ਵੀ ਜ਼ਿਆਦਾ ਹੈ। ਤਾਂ ਇੱਕ ਜਿਹੜੀ ਸਭ ਤੋਂ ਵੱਡੀ ਹੈਗੀ ਹੈ ਕਿ 3.5% ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਰਿਸ਼ਤੇ ਨੇ ਜਿਹੜੇ ਚੱਲ ਰਹੇ ਸੀਗੇ, ਉਹ ਟੁੱਟ ਗਏ ਜਾਂ ਕਿ ਉਹ ਨਹੀਂ ਹੋ ਰਹੇ। ਇਹਨਾਂ ਦੇ ਵਿੱਚ ਵੱਡੀ ਗਿਣਤੀ ਲੜਕੀਆਂ ਦੇ ਕੇਸ 'ਚ ਬਹੁਤ ਵਾਪਰ ਹੈ ਕਿ ਲੜਕੀਆਂ ਨੇ ਜਿਹੜੀਆਂ ਜਿਨ੍ਹਾਂ ਦਾ ਕਿਸੇ ਦਾ ਰਿਸ਼ਤਾ ਪੱਕਾ ਹੋਇਆ ਜਾਂ ਉਸ ਏਜ ਸੀ, ਉਹ ਨਹੀਂ ਹੋ ਰਿਹਾ। ਤਾਂ ਇਸ ਤਰ੍ਹਾਂ ਦੀ ਇੱਕ ਸੋਸ਼ਲ ਪ੍ਰੋਬਲਮ ਹੈ ਕਿ ਇਸ ਪਰਿਵਾਰ ਨਾਲ ਅਸੀਂ ਰਿਸ਼ਤਾ ਕੀ ਜੋੜਨਾ ਯਾਰ, ਜਿਹੜੀ ਲੜਕੀ ਦਾ ਫਾਦਰ ਕਰਜ਼ੇ ਕਰਕੇ ਖੁਦਕੁਸ਼ੀ ਕਰ ਗਿਆ, ਆਪਾਂ ਇਸ ਨਾਲ ਆਪਣਾ ਰਿਸ਼ਤਾ ਨਾ ਜੋੜੋ, ਆਪਾਂ ਇਹ ਤੋਂ ਬਚਾਂਗੇ ਤਾਂ ਇਹ ਵਧੀਆ ਗੱਲ ਹੈ। ਪਰ ਉਹ ਬੱਚੇ ਜਿਨ੍ਹਾਂ ਦਾ ਬਾਪ ਕੁਛ ਕਮਾਉਂਦਾ ਸੀ, ਅੱਗੇ ਉਹਨਾਂ ਨੇ ਪੜ੍ਹਨਾ ਸੀ ਜਾਂ ਅੱਗੇ ਉਹਨਾਂ ਦੀ ਮੈਰਿਜ ਹੋਣੀ ਸੀ, ਹੁਣ ਬਾਪ ਵੀ ਨਹੀਂ ਰਿਹਾ, ਪੜ੍ਹਾਈ ਵੀ ਨਹੀਂ ਰਹੀ, ਉਹ ਰਿਸ਼ਤਾ ਵੀ ਟੁੱਟ ਗਿਆ। ਤਾਂ ਇਸ ਤਰ੍ਹਾਂ ਦੇ ਇੱਕ ਹਾਲਾਤ ਬਣੇ ਹੋਏ ਨੇ ਜਿਨ੍ਹਾਂ ਕਰਕੇ ਇਹ ਜਿਹੜਾ ਲੋਕ ਸੱਚਮੁੱਚ ਇੱਕ ਕ੍ਰਾਈਸਿਸ ਦੇ ਵਿੱਚ ਨੇ। ਉਸ ਕ੍ਰਾਈਸਿਸ ਦੇ ਵਿੱਚੋਂ ਨਿਕਲਣ ਦੇ ਲਈ ਉਹਨਾਂ ਨੂੰ ਕੁਛ ਨਾ ਕੁਛ ਇਸ ਤਰ੍ਹਾਂ ਦਾ ਉਹ ਲੱਭਦੇ ਸੀ ਕਿ ਕਿੱਥੇ ਜਾ ਕੇ ਅਸੀਂ ਆਪਣੀ ਜਿਹੜੀ ਇਸ ਸਮੱਸਿਆ ਨੂੰ ਕਰੀਏ। ਜਦੋਂ ਕਾਲੇ ਕਾਨੂੰਨ ਇਹ ਆਏ ਤਾਂ ਲੋਕ ਇਹਦੇ ਵਿੱਚ ਕੁੱਦ ਪਏ। ਤਾਂ ਸਾਨੂੰ ਲੱਗਦਾ ਕਿ ਹਾਲੇ ਵੀ ਫੋਕਸ ਕਰਨ ਦੀ ਲੋੜ ਹੈ। ਹਾਲੇ ਵੀ ਇਹਨਾਂ ਕਾਨੂੰਨਾਂ ਨੇ ਜਿੰਨਾ ਕੁਛ ਕਰ ਦੇਣਾ, ਮੈਂ ਕੁਛ ਨਾ ਕੁਛ ਕੋਸ਼ਿਸ਼ ਕਰੂੰਗਾ ਗੱਲ ਕਰਨ ਦੀ, ਕਿ ਪ੍ਰੋਟੈਸਟ ਇਸ ਇਲਾਕੇ 'ਚ ਤਾਂ ਹੋ ਰਿਹਾ ਕਿ ਸਾਡੇ ਇਸ ਖਿੱਤੇ ਦੇ ਵਿੱਚ ਹਰੀ ਕ੍ਰਾਂਤੀ ਦੇ ਵਿੱਚ ਸਾਡੇ ਕੋਲ ਕੁਛ ਫਸਲਾਂ ਸੀਆਂ, ਫਸਲਾਂ ਦੀ MSP ਮਿਲਦੀ ਸੀ, ਕਣਕ ਝੋਨੇ। ਮੈਂ ਬਹੁਤੀਆਂ ਗੱਲਾਂ ਉਹ ਨਹੀਂ ਕਰਦਾ ਕਿਉਂਕਿ ਬਹੁਤ ਸਾਰਾ ਅਖਬਾਰਾਂ ਦੇ ਵਿੱਚ ਆ ਚੁੱਕਾ ਹੈ। ਸਾਨੂੰ MSP ਮਿਲਦੀ ਹੈ, MSP ਮਿਲਣ ਤੋਂ ਬਾਅਦ ਸਾਡੇ ਕੋਲ ਕਣਕ ਝੋਨਾ ਜਿਹਦੀ ਪ੍ਰੋਡਕਸ਼ਨ ਵੀ ਸ਼ੋਰਡ ਹੈ, ਜਿਹਦੀ ਮਾਰਕੀਟ ਵੀ ਸ਼ੋਰਡ ਹੈ, ਜਿਹਦੀ ਪੰਜਾਬ ਦੀ ਪ੍ਰੋਡਕਟੀਵਿਟੀ ਦੁਨੀਆ ਦੇ ਵਿੱਚ ਹਾਈਐਸਟ ਪ੍ਰੋਡਕਟੀਵਿਟੀ ਹੈ।
ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਣਕ ਝੋਨੇ ਦਾ ਝਾੜ ਇੱਕ ਸਾਲ ਦੇ ਵਿੱਚ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ 1 ਏਕੜ ਦੇ ਵਿੱਚੋਂ ਇਸ ਤੋਂ ਵੱਧ ਦਾਣੇ ਕਿਤੇ ਨਹੀਂ ਹੁੰਦੇ। ਸਾਡੇ ਸਭ ਤੋਂ ਵੱਧ ਦਾਣੇ ਸਾਡੇ ਹੁੰਦੇ ਆ। ਇਹ ਦੋ ਫਸਲਾਂ ਨੇ ਜਿਹੜੀਆਂ ਜਿਨ੍ਹਾਂ ਦਾ ਪ੍ਰੋਡਕਸ਼ਨ ਹੈ ਸੀ ਸ਼ੋਰਟ ਹੈ, ਜਿਨ੍ਹਾਂ ਦੀ ਫਸਲ ਮਰਨ ਦਾ ਸਭ ਤੋਂ ਘੱਟ ਜਿਹੜਾ ਹੈਗਾ ਡਰ ਹੁੰਦਾ। ਇਹ ਦੋ ਫਸਲਾਂ ਨੇ ਜਿਹਦੀ ਮਾਰਕੀਟ ਵੀ ਸ਼ੋਰਟ ਹੈ। ਇਹਨਾਂ ਤੋਂ ਹੀ ਸਭ ਤੋਂ ਵੱਧ ਜਿਹੜੇ 4 ਪੈਸੇ ਬਣਦੇ ਨੇ। ਇਹ ਸਾਡੇ ਕੋਲੇ ਸੀਗੇ MSP, ਸਾਡੇ ਕੋਲ ਪਬਲਿਕ ਪ੍ਰੋਕਿਊਰਮੈਂਟ ਸਾਡੇ ਕੋਲੇ ਸੀਗੀ ਤੇ ਇਸ ਉੱਤੇ ਲੋਕ ਖਰੀਦਦੇ ਸੀਗੇ। ਸਾਨੂੰ ਇਹ ਲੱਗਦਾ ਕਿ ਖੋਹ ਲਿਆ ਸਾਥੋਂ ਇਹ ਖੋਇਆ ਗਿਆ ਇਹ ਕਾਨੂੰਨ ਸੇ। ਕਿਉਂਕਿ ਪ੍ਰਾਈਵੇਟ ਮੰਡੀਆਂ ਬਣ ਗਈਆਂ। ਪ੍ਰਾਈਵੇਟ ਮੰਡੀਆਂ ਦੇ ਵਿੱਚ ਇੱਕ ਸਿਸਟਮ ਹੈ ਕਿ ਤੁਸੀਂ ਪ੍ਰਾਈਵੇਟ ਜਿਹੜੀਆਂ ਮੰਡੀਆਂ ਨੇ ਉਹਨਾਂ ਦੇ ਵਿੱਚ ਕੋਈ ਟੈਕਸ ਨਹੀਂ ਹੋਣਾ। ਉਹ ਪਹਿਲੇ ਮੰਡੀਆਂ ਬਣਨਗੀਆਂ, ਟੈਕਸ ਨਹੀਂ ਹੋਣਾ ਤਾਂ 155 ਰੁਪਏ ਤੋਂ ਲੈ ਕੇ 164 ਰੁਪਏ ਕਣਕ ਝੋਨਾ ਉਹਨੂੰ ਸਸਤਾ ਮਿਲੂਗਾ ਕਿਉਂਕਿ ਟੈਕਸ ਲਾਉਂਦੀ ਹੈ ਸਾਡੀ ਸਰਕਾਰ। ਹੁਣ ਜਿਹੜਾ 8.5% 6% ਸਰਕਾਰੀ ਟੈਕਸ ਹੈ, 2.5% ਆੜ੍ਹਤੀਆਂ ਦਾ ਟੈਕਸ ਹੈ, 8.5% ਟੈਕਸ ਲੱਗਦਾ। ਪ੍ਰਾਈਵੇਟ ਉੱਤੇ ਨਹੀਂ ਲੱਗਣਾ। ਇਹ 155 ਤੋਂ 164 ਰੁਪਏ ਕਣਕ ਝੋਨੇ 'ਤੇ ਬਣ ਜਾਂਦਾ 1 ਕੁਇੰਟਲ 'ਤੇ। ਉਹ ਜਦੋਂ ਅਸੀਂ ਉੱਧਰ ਜਾਵਾਂਗੇ ਪ੍ਰਾਈਵੇਟ ਨੇ ਕੋਈ ਟੈਕਸ ਨਹੀਂ, ਉਹਨੂੰ ਥੋੜ੍ਹਾ ਸਾਥੋਂ ਮਹਿੰਗੀ ਫਸਲ ਲੈ ਲੈਣਗੇ 20-50 ਰੁਪਏ ਅਤੇ ਸਾਰੇ ਲੋਕ ਉੱਧਰ ਚਲੇ ਜਾਂਦੇ। ਉਸ ਤੋਂ ਬਾਅਦ ਕੀ ਕਰਦੀ ਹੈ ਸਰਕਾਰ ਕੋਟਾ ਫਿਕਸ ਕਰ ਦਿੰਦੀ ਹੈ। ਅੱਜ MSP ਸਿਰਫ ਪੰਜਾਬ, ਹਰਿਆਣਾ ਜਾਂ UP ਦੇ ਵਿੱਚ ਹੀ ਨਹੀਂ, ਬਾਕੀ ਸਟੇਟਾਂ ਦੇ ਵਿੱਚ ਵੀ 11-12 ਫਸਲਾਂ ਜਿਹੜੀ ਸਰਕਾਰ ਖਰੀਦਦੀ ਹੈ। ਪਰ ਪੰਜਾਬ, ਹਰਿਆਣਾ ਤੇ ਵੈਸਟਰਨ UP ਦੇ ਵਿੱਚ ਦਾਣਾ ਫਸਲ ਦਾ ਖਰੀਦਿਆ ਜਾਂਦਾ। ਪਬਲਿਕ ਪ੍ਰੋਕਿਊਰਮੈਂਟ ਸਾਰਾ ਖਰੀਦਿਆ, ਜਿੰਨਾ ਮਰਜ਼ੀ ਪੈਦਾ ਕਰ ਲਓ ਸਾਰਾ ਖਰੀਦਿਆ ਜਾਂਦਾ। ਬਾਕੀ ਸਟੇਟਾਂ ਦੇ ਵਿੱਚ ਸਾਰਾ ਨਹੀਂ ਖਰੀਦਿਆ ਜਾਂਦਾ। ਕੁਛ ਦਾਲਾਂ ਖਰੀਦੀਆਂ ਨੂੰ ਉਹ ਕੋਟਾ ਫਿਕਸ ਕਰਦੇ ਨੇ, ਉਹਨੂੰ ਅਸੀਂ ਜਿਹੜੀ ਟਾਰਗੇਟਡ ਪ੍ਰੋਕਿਊਰਮੈਂਟ ਕਹਿੰਦੇ ਹਾਂ। ਕਿ ਕਿਉਂਕਿ ਸਾਡਾ ਫੂਡ ਸਿਕਿਉਰਿਟੀ ਵੀ ਹੈਗੀ ਹੈ, ਉਹਦੇ ਵਿੱਚ ਅਸੀਂ ਬਫਰ ਸਟਾਕ ਪੈਦਾ ਕਰਦੇ ਹਾਂ। ਬਫਰ ਸਟਾਕ ਪੈਦਾ ਕਰਨ ਤੋਂ ਬਾਅਦ ਅਸੀਂ PDS ਦੇ ਵਿੱਚ ਇੱਕ ਸਿਸਟਮ ਦੇ ਵਿੱਚ ਅਸੀਂ ਸਸਤਾ ਦਿੰਦੇ ਵੀ ਹਾਂ। ਸੈਂਟਰ ਸਰਕਾਰ ਖਰੀਦਦੀ ਹੈ। ਉਹ ਬਾਕੀ ਥਾਵਾਂ 'ਤੇ ਕਣਕ ਝੋਨਾ ਇੱਥੇ ਖਰੀਦ ਲੈਂਦੀ ਹੈ, ਬਾਕੀ ਥਾਵਾਂ 'ਤੇ ਉਹ ਪਹਿਲਾਂ ਫਿਕਸ ਕੀਤਾ ਜਾਂਦਾ। ਇਹਨੂੰ ਆਪਣੇ ਸ਼ਹਿਰ ਲੈਵਲ 'ਤੇ ਵੀ ਆਪਣੇ ਘਰ ਲੈਵਲ 'ਤੇ ਉਹ ਫਿਕਸ ਕਰ ਦਿੰਦੇ ਨੇ ਕਿ ਆ ਫਲਾਨਾ ਸਿੰਘ ਦਾ ਇੰਨਾ ਜਿਹੜਾ ਇਹਦੇ ਕੋਲ ਏਰੀਆ ਇੰਨਾ ਕੁ ਖਰੀਦਾਂਗੇ। ਕੁਛ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਹੀ ਫਿਕਸ ਕੀਤਾ ਹੋਇਆ ਕਿ ਤੁਹਾਡਾ ਇੰਨਾ ਕੁ ਸਰਕਾਰ ਖਰੀਦ ਲੂਗੀ, ਬਸ ਇਸ ਤੋਂ ਵੱਧ ਨਹੀਂ ਖਰੀਦੀ। ਤਾਂ ਉਹ ਖਰੀਦ ਜਿਹੜੀ ਕੱਚੀ ਜੀ ਖਰੀਦ ਬਾਕੀ ਸਟੇਟਾਂ ਦੇ ਵਿੱਚ ਇਸ ਕਰਕੇ ਉੱਥੇ ਨਹੀਂ ਬਣਿਆ। ਸਾਡੇ ਕੋਲੋਂ ਕੁਝ ਖੁੱਸ ਰਿਹਾ, ਸਾਤੋਂ ਕੁਝ ਖੋਇਆ ਜਾ ਰਿਹਾ। ਉਹਨਾਂ ਸਟੇਟਾਂ ਨੂੰ ਹਾਲੇ ਮਿਲਣਾ ਅਤੇ ਕੁਝ ਚੀਜ਼ਾਂ ਖੋਏ ਜਾਣ 'ਚ ਬਹੁਤ ਫਰਕ ਹੁੰਦਾ ਹੈ। ਇਸੇ ਕਰਕੇ ਇਹੀ ਚੀਜ਼ ਹੈ ਜਿਹੜਾ ਇਹ ਕਹਿੰਦੇ ਕਿ ਝੁੱਗੀਆਂ ਝੌਂਪੜੀਆਂ ਵਾਲੇ ਵੀ ਬੈਠੇ ਨੇ, ਉਹ ਕਿਉਂ ਨਹੀਂ ਖੁਦਕਸ਼ੀਆਂ ਕਰਦੇ, ਕਿਸਾਨ ਕਿਉਂ ਕਰਦੇ ਨੇ? ਇਹ ਕੀ ਹੈ ਕਿ ਸਾਡੇ ਕੁਝ ਚੀਜ਼ਾਂ ਖੋਈਆਂ ਜਾ ਰਹੀਆਂ ਨੇ। ਜਦੋਂ ਚੀਜ਼ਾਂ ਸਾਤੋਂ ਖੋਈਆਂ ਜਾਣ ਤਾਂ ਇੱਕ ਕ੍ਰਾਈਸਿਸ ਖੜ੍ਹਾ ਹੁੰਦਾ ਹੈ। ਸਾਡੇ ਕੋਲ MSP ਖੋਈ ਜਾ ਰਹੀ ਹੈ, ਸਾਡੇ ਕੋਲ ਇਨਕਮ ਖੋਈ ਜਾ ਰਹੀ ਹੈ, ਸਾਡੇ ਕੋਲ ਇਹ ਚੀਜ਼ਾਂ ਨੇ। ਇੱਕ ਹੈ ਕਿ ਹਾਲੇ ਉਹਨਾਂ ਨੇ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਦੇਖਿਆ। ਇਹ ਉਹਨਾਂ ਨੂੰ ਹਾਲੇ ਮਿਲੀ ਨਹੀਂ ਚੀਜ਼। ਨਾ ਮਿਲਣੀ ਅਤੇ ਖੋਈ ਜਾਣੀ, ਇਹਨਾਂ 'ਚ ਦੋਵਾਂ 'ਚ ਫਰਕ ਹੁੰਦਾ। ਬਾਕੀ ਹੈ ਕਿ ਇਹ ਇੱਕ ਸਟੇਟ ਹੈ, ਪੰਜਾਬ ਸਟੇਟ ਇਹੋ ਜਿਹਾ ਸਟੇਟ ਹੈ ਜਿਹੜਾ ਜਦੋਂ ਇਕਨੋਮਿਕਸ ਦੇ ਹਿਸਾਬ ਨਾਲ ਦੇਖਦੇ ਹਾਂ ਤਾਂ ਇੰਡਸਟਰੀ ਇੱਥੇ ਨਹੀਂ ਲੱਗੀ, ਇੰਡਸਟਰੀਅਲ ਡਿਵੈਲਪਮੈਂਟ ਨਹੀਂ ਹੋਈ। ਇੱਥੇ ਵੇਜ ਰੇਟ ਜਿਹੜਾ ਹਾਇਰ ਹੈ ਸਾਡਾ। ਜਦੋਂ ਪ੍ਰੋਬਲਮ ਆਉਂਦੀ ਹੈ, ਜਿਵੇਂ ਪਿੰਡਾਂ ਦੇ ਵਿੱਚ ਜਦੋਂ ਸਮੱਸਿਆ ਆਈ ਤਾਂ ਪਿੰਡਾਂ ਦੇ ਵਿੱਚੋਂ ਲੋਕ ਸ਼ਹਿਰਾਂ ਦੇ ਵਿੱਚ ਆ ਜਾਂਦੇ ਨੇ, ਅਨਐਮਪਲੋਇਮੈਂਟ ਹੁੰਦੀ ਹੈ, ਅਰਬਨ ਮਾਈਗ੍ਰੇਸ਼ਨ ਹੁੰਦੀ ਹੈ। ਸਟੇਟ ਟੂ ਸਟੇਟ ਮਾਈਗ੍ਰੇਸ਼ਨ ਕਿਵੇਂ ਹੁੰਦੀ ਹੈ ਕਿ ਜਿਹੜੇ ਪਾਸੇ ਵੇਜ ਰੇਟ ਹਾਇਰ ਹੁੰਦੇ, ਜਿੱਥੇ ਦਿਹਾੜੀ ਵੱਧ ਮਿਲਦੀ ਹੈ, ਉੱਥੋਂ ਘੱਟ ਦਿਹਾੜੀ ਵਾਲੇ ਪਾਸਿਓਂ ਲੋਕ ਵੱਧ ਦਿਹਾੜੀ ਵਾਲੇ ਪਾਸੇ ਜਾਂ ਵੱਧ ਇਨਕਮ ਵਾਲੇ ਪਾਸੇ ਜਾਂਦੇ ਨੇ। UP ਬਿਹਾਰ ਤੋਂ ਪੰਜਾਬ ਨੂੰ ਆਉਂਦੇ ਨੇ। ਪੰਜਾਬ ਹਾਈ ਸਟੇਜ ਉੱਤੇ ਹੈ, ਪੰਜਾਬ ਤੋਂ ਕਿਤੇ ਨਹੀਂ ਜਾ ਸਕਦੇ, ਤਾਂ ਉਹ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਹਾਂ। ਬਾਹਰਲੇ ਦੇਸ਼ਾਂ 'ਚ ਕਿੰਨੇ ਕੁ ਲੋਕ ਜਾ ਸਕਦੇ ਨੇ? ਇਹਦੀਆਂ ਆਪਣੀਆਂ ਸਮੱਸਿਆਵਾਂ ਉੱਥੇ ਜਾ ਕੇ ਸੈੱਟ ਹੋਣਗੀਆਂ ਵੀ ਅਤੇ ਜਾਣਦੀਆਂ ਵੀ। ਇਸ ਕਰਕੇ ਪੰਜਾਬ ਦੇ ਵਿੱਚ ਇਹ ਇਸ ਕਰਕੇ ਵੱਧ ਹੈ ਕਿ ਪੰਜਾਬ ਤੋਂ ਕਿਤੇ ਮਾਈਗ੍ਰੇਸ਼ਨ ਨਹੀਂ ਹੁੰਦੀ। ਪੰਜਾਬ ਦੇ 5 ਸ਼ਹਿਰਾਂ ਦੀ ਪਾਪੂਲੇਸ਼ਨ ਸ਼ਹਿਰੀ ਵਸੋਂ ਜਿਹੜੀ ਉਹ ਪਿੰਡਾਂ ਨਾਲੋਂ ਵੱਧ ਹੈ। ਅੱਜ ਬਹੁਤ ਸਾਰੇ ਲੋਕ ਨੇ ਜਿਹੜੇ, ਕਿਉਂਕਿ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ, ਉਹ ਸ਼ਹਿਰਾਂ ਦੇ ਵਿੱਚ ਆ ਗਏ। ਤਾਂ ਸ਼ਹਿਰਾਂ ਦੇ ਵਿੱਚ ਆ ਕੇ ਸ਼ਹਿਰਾਂ ਦੀ ਪਾਪੂਲੇਸ਼ਨ ਵਧਾਤੀ, ਪਿੰਡਾਂ ਦੀ ਨਹੀਂ ਵਧੀ। ਪਰ ਸਟੇਟ ਟੂ ਸਟੇਟ ਜਿਹੜੀ ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੋਣੀ, ਲੋਕਾਂ ਦਾ ਉੱਧਰ ਨੂੰ ਜਾਣਾ, ਇਹ ਪੰਜਾਬ ਦੇ ਵਿੱਚ ਸੰਭਵ ਨਹੀਂ। ਅਸੀਂ ਕਿਉਂਕਿ ਹਾਇਰ ਰੇਟ 'ਤੇ ਬੈਠੇ ਹਾਂ, ਬਾਹਰ ਜਾਣਾ ਵੀ ਸੰਭਵ ਨਹੀਂ। ਉਹਨਾਂ ਨੇ ਵੀ ਬਹੁਤ ਸਾਰੇ ਕਸੇ ਹੋਏ ਨੇ, ਉੱਥੇ ਵੀ ਕੰਮ ਦੀ ਵੀ ਪ੍ਰੋਬਲਮ ਹੈ। ਤਾਂ ਇਸ ਸਿਚੁਏਸ਼ਨ 'ਚ ਜਿਹੜੇ ਅਸੀਂ ਫਸੇ ਹੋਏ ਹਾਂ। ਇੰਡਸਟਰੀ ਸੈਕਟਰ 'ਚ ਫਿਰ ਵੀ ਜਾਣਾ ਸੀਗਾ। ਇੰਡਸਟਰੀ ਸੈਕਟਰ ਦਾ ਇਹਨਾਂ ਲਿਬਰਲਾਈਜੇਸ਼ਨ ਦੀਆਂ ਪਾਲਿਸੀਆਂ ਨੇ ਇੰਨਾ ਬੁਰਾ ਹਾਲ ਕੀਤਾ ਕਿ 2007 ਤੋਂ ਲੈ ਕੇ 2015 ਤੱਕ ਦਾ ਸਾਡੇ ਕੋਲ ਡਾਟਾ ਹੈ ਇੰਡਸਟਰੀ ਦਾ।
18,700 ਯੂਨਿਟ ਇੰਡਸਟਰੀ ਦੇ ਬੰਦ ਹੋ ਗਏ। ਆ ਛੋਟਾ ਜਿਹਾ ਪੰਜਾਬ ਹੈ, 18,700 ਯੂਨਿਟ ਇੰਡਸਟਰੀ ਦੇ ਅਸੀਂ 2007 ਤੋਂ ਲੈ ਕੇ 15-8 ਸਾਲਾਂ ਦੇ ਵਿੱਚ ਅਸੀਂ ਬੰਦ ਕਰਕੇ, ਜਦੋਂ ਇਹਨੂੰ ਵੰਡ ਕੇ ਦੇਖੋ, ਹਰ ਰੋਜ਼ 6 ਯੂਨਿਟ ਬੰਦ ਹੋ ਜਾਂਦੇ ਨੇ। ਪਹਿਲੀ ਯੂਨਿਟ ਕਿੰਨੇ ਇੰਡਸਟਰੀ ਪੰਜਾਬ ਦੇ ਵਿੱਚ, ਇਹ ਲਗਾਤਾਰ ਮਤਲਬ 6 ਯੂਨਿਟ ਬੰਦ ਹੋ ਰਹੇ ਨੇ। ਉਸ ਤੋਂ ਬਾਅਦ ਦਾ ਡਾਟਾ ਨਹੀਂ ਆਇਆ, ਇੰਡਸਟਰੀ ਡਿਪਾਰਟਮੈਂਟ ਦਾ ਡਾਟਾ ਹੈ, ਅਤੇ ਲੱਗਦਾ ਕਿ ਇੰਨੀ ਹੁਣ ਜਿਹੜੇ ਉਹ ਬੰਦ ਹੋ ਰਹੇ ਨੇ ਉਹਨਾਂ ਵਿੱਚ ਥੋੜ੍ਹੀ ਬਹੁਤੀ ਲੇਬਰ ਜਿਹੜੀ ਲੱਗਦੀ ਸੀ, ਬਾਕੀ ਹਾਈ ਟੈਕ ਨੇ ਜਿਹੜੇ ਉਹ ਲੱਗਦੇ ਨੇ। ਅਤੇ ਸਾਡੀ ਜਿਹੜੀ ਇਹ ਵੱਡੀ ਗਿਣਤੀ ਜਿਹੜੀ ਅਨਐਮਪਲਾਇਡ ਜਿਹੜੀ ਉਹ ਫੋਰਸ ਹੈ ਉਹ ਲੱਗ ਰਹੀ ਹੈ। ਪੜ੍ਹਾਈ ਬਹੁਤ ਮਹਿੰਗੀ ਹੈ, ਬਹੁਤ ਮਹਿੰਗੀ ਹੋਣ ਤੋਂ ਬਾਅਦ ਕੋਈ ਰੁਜ਼ਗਾਰ ਨਹੀਂ ਮਿਲਦਾ। ਇਹ ਇੱਕ ਕ੍ਰਾਈਸਿਸ ਹੈ। ਤੋ ਦੇਖੋ ਜਿੰਨੀਆਂ ਖੁਦਕੁਸ਼ੀਆਂ ਹੋਈਆਂ ਉਹਨਾਂ 'ਚ ਵੱਡੀ ਗਿਣਤੀ ਜਿਹੜੀ ਉਹ ਯੂਥ ਦੀ ਹੈ। 75% ਯੂਥ ਨੇ, ਮੀਨਜ਼ ਨੌਜਵਾਨਾਂ ਨੇ ਖੁਦਕੁਸ਼ੀ ਕੀਤੀ ਹੈ। ਨੌਜਵਾਨ ਨੇ ਜਿਹੜੇ ਉਹ ਜਿਹੜੇ ਪ੍ਰੋਡਕਟਿਵ ਹੁੰਦੇ ਨੇ, ਕਿਸੇ ਨੂੰ ਰੁਜ਼ਗਾਰ 'ਤੇ ਲਾਉਣ ਦਾ ਇਹ ਨਹੀਂ ਕਿ ਇਸ ਪਰਿਵਾਰ ਦਾ ਅਸੀਂ ਕੁਝ ਭਲਾ ਕਰ ਰਹੇ ਹਾਂ ਤਾਂ ਕਰਕੇ ਰੁਜ਼ਗਾਰ ਦੇ ਰਹੇ ਹਾਂ। ਇੱਕ ਗੱਲ ਬਿਲਕੁਲ ਸਮਝ ਲੈਣੀ ਚਾਹੀਦੀ ਹੈ ਕਿ ਰੁਜ਼ਗਾਰ ਦੇਣ ਦਾ ਮਤਲਬ ਇਹ ਨਹੀਂ ਕਿ ਉਸ ਬੰਦੇ ਨੂੰ ਰੁਜ਼ਗਾਰ ਦੇ ਰਹੇ ਹਾਂ। ਰੁਜ਼ਗਾਰ ਦੇਣ ਦਾ ਜਾਂ ਬੇਰੁਜ਼ਗਾਰ ਕਿਸੇ ਬੰਦੇ ਨੂੰ ਰੱਖ ਕੇ, ਜ਼ਿਆਦਾ ਸਮਝੋ ਕਿ ਬੇਰੁਜ਼ਗਾਰ ਕਿਸੇ ਬੰਦੇ ਨੂੰ ਰੱਖ ਕੇ ਅਸੀਂ ਉਸ ਮਨੁੱਖ ਦੀ ਕੰਟਰੀਬਿਊਸ਼ਨ ਜਿਹੜੀ ਸੋਸਾਇਟੀ ਨੂੰ ਹੋਣੀ ਸੀ ਉਹ ਤੋਂ ਸੋਸਾਇਟੀ ਵਾਂਝੀ ਰਹਿ ਜਾਂਦੀ ਹੈ। ਦੁਨੀਆ ਦੇ ਵਿੱਚ ਪੂਰਾ ਸਾਨੂੰ ਪਤਾ ਹੈ ਕਿ ਇੱਕ ਬੰਦਾ ਖਾਣ ਲਈ ਕੀ ਚਾਹੀਦਾ, ਕੁਝ ਵੀ ਨਹੀਂ ਚਾਹੀਦਾ। ਵੈਸੇ ਵੀ ਪੰਜਾਬੀ 'ਚ ਜੇ ਇੱਕ ਕਹਾਵਤ ਹੈ ਕਿ ਜੇਕਰ ਖਾਣ ਲਈ ਇੱਕ ਮੂੰਹ ਲੱਗਿਆ ਹੋਇਆ ਤਾਂ ਕਮਾਉਣ ਲਈ 2 ਹੱਥ ਨੇ। ਇਹਦਾ ਮਤਲਬ ਕੀ ਹੈ ਕਿ ਅਸੀਂ ਮਨੁੱਖ ਹੈ ਜਿਹੜਾ, ਉਹਨੂੰ ਜਦੋਂ ਅਸੀਂ ਉਹਨੂੰ ਕੰਮ 'ਤੇ ਲਾਉਂਦੇ ਹਾਂ ਤਾਂ ਉਹ ਇੰਨਾ ਹੀ ਨਹੀਂ ਕਮਾਉਂਦਾ ਕਿ ਆਪਣਾ ਪੇਟ ਭਰ ਲਏ, ਉਹ ਇੰਨਾ ਜ਼ਿਆਦਾ ਕਮਾਉਂਦਾ ਹੈ, ਉਹ ਇੰਨਾ ਜ਼ਿਆਦਾ ਕੰਟਰੀਬਿਊਟ ਕਰਕੇ ਜਾਂਦਾ ਹੈ, ਉਹ ਇੰਨਾ ਜ਼ਿਆਦਾ ਲੋਕਾਂ ਨੂੰ ਦੇ ਜਾਂਦਾ ਇੱਥੇ ਇਸ ਸਮਾਜ ਨੂੰ। ਜਿੰਨਾ ਕੁਝ ਇੱਥੇ ਬਣਿਆ ਹੋਇਆ ਸਭ ਮਜ਼ਦੂਰਾਂ ਦੀ ਕਿਰਤ 'ਚੋਂ ਬਣਿਆ ਹੋਇਆ। ਅਤੇ ਇਸ ਨੂੰ ਮਾਰਕਸਵਾਦੀ ਕਹਿੰਦੇ ਨੇ ਕਿ ਇਹ ਸਰਪਲਸ ਵੈਲਿਊ ਕ੍ਰੀਏਟ ਕਰਦਾ ਹੈ। ਸਰਪਲਸ ਵੈਲਿਊ ਕੌਣ ਕਰਦਾ? ਜਿਹੜਾ ਕਿਰਤੀ ਹੈ ਉਹ ਕਰਦਾ ਹੈ। ਉਹ ਭਾਵੇਂ ਕਿਸੇ ਵੀ ਸ਼ੇਪ ਦੇ ਵਿੱਚ ਹੈ, ਮਜ਼ਦੂਰ ਹੈ, ਕਿਸਾਨ ਹੈ, ਜਾਂ ਕੋਈ ਵੀ ਮਿਹਨਤਕਸ਼ ਲੋਕ ਨੇ, ਉਹ ਮੈਂਟਲ ਲੇਬਰ ਹੈ ਜਾਂ ਮੈਨੂਅਲ ਲੇਬਰ ਹੈ, ਉਹ ਬੰਦੇ ਕੰਮ ਕਰਕੇ ਕੁਛ ਸਿਰਜਦੇ ਨੇ। ਜਦੋਂ ਅਸੀਂ ਬੇਰੁਜ਼ਗਾਰ ਜਨਤਾ ਨੂੰ, ਐਡੀ ਵੱਡੀ ਗਿਣਤੀ ਨੂੰ ਬੇਰੁਜ਼ਗਾਰ ਰੱਖ ਲੈਂਦੇ, ਇਹਦਾ ਮਤਲਬ ਕੀ ਹੈ ਕਿ ਇਹਨਾਂ ਲੋਕਾਂ ਨੇ ਬਹੁਤ ਕੁਛ ਕਰਕੇ ਜਾਣਾ ਸੀ ਇਸ ਸਮਾਜ ਨੂੰ। ਇਹ ਨਹੀਂ ਕਿ ਸਾਨੂੰ ਤਰਸ ਆ ਰਿਹਾ ਕੰਮ ਦੇਣਾ, ਇਹ ਨਹੀਂ, ਕਿਉਂਕਿ ਇਸ ਮਨੁੱਖ ਸ਼ਕਤੀ ਨੇ ਬਹੁਤ ਕੁਝ ਬਣਾ ਕੇ ਦੇ ਕੇ ਜਾਣਾ। ਇਸ ਕਰਕੇ ਕੰਮ 'ਤੇ ਲਾਉਣਾ ਇਹ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਸਾਨੂੰ ਕੰਮ ਦੇਣਾ ਇਹਨਾਂ ਨੂੰ। ਜਿਹੜਾ ਅਸੀਂ ਕੰਮ ਕਿੱਥੇ ਦੇ ਰਹੇ ਹਾਂ, ਇੰਡਸਟਰੀ ਦੇ ਵਿੱਚ ਕੋਈ ਕੰਮ ਨਹੀਂ। ਫਿਰ ਜਦੋਂ ਐਗਰੀਕਲਚਰ ਦੇ ਵਿੱਚੋਂ ਵੀ ਮਸ਼ੀਨਰੀ ਨੇ ਬੰਦੇ ਬਾਹਰ ਕੱਢਤੇ, ਜਦੋਂ ਇੰਡਸਟਰੀ ਵੀ ਫੇਲ ਹੋ ਰਹੀ ਹੈ ਤਾਂ ਤੀਜਾ ਇੱਕ ਸਾਡੇ ਕੋਲ ਸੈਕਟਰ ਹੈ ਜਿਹੜਾ ਜਿਹਨੂੰ ਟਰਸ਼ਰੀ ਸੈਕਟਰ ਕਹਿੰਦੇ ਆ। ਉਹਦੇ ਵਿੱਚ ਆਉਂਦਾ ਜਿਹੜਾ ਸਰਵਿਸ ਸੈਕਟਰ ਹੈ, ਟ੍ਰੇਡ, ਟਰਾਂਸਪੋਰਟ, ਕਮਿਊਨੀਕੇਸ਼ਨ, ਬੈਂਕਿੰਗ, ਇੰਸ਼ੋਰੈਂਸ, ਸਾਰਾ ਕੁਛ। ਉਹ ਸੈਕਟਰ ਦੇ ਵਿੱਚ ਵੀ ਕੰਮ, ਕਿਉਂਕਿ ਪ੍ਰੋਡਕਟਿਵ ਸੈਕਟਰ ਇਹੀ ਹੁੰਦੇ ਨੇ। ਖੇਤੀ 'ਚ ਕੁਛ ਪ੍ਰੋਡਕਸ਼ਨ ਹੁੰਦਾ, ਮੈਨੂਫੈਕਚਰਿੰਗ ਸੈਕਟਰ ਜਿਹੜਾ ਉਹਦੇ ਵਿੱਚੋਂ ਕੁਛ ਨਾ ਕੋਈ ਚੀਜ਼ਾਂ ਬਣਦੀਆਂ ਨੇ, ਇਹਨਾਂ ਨਾਲ ਹੀ ਟ੍ਰੇਡ ਹੋਣਾ ਹੁੰਦਾ, ਇਹਨਾਂ ਨਾਲ ਹੀ ਸਰਵਿਸ ਬਣਦੀਆਂ ਨੇ। ਉਹ ਸੈਕਟਰ ਦਾ ਵੀ ਜਿਹੜਾ ਕੋਈ ਗਰੋਥ ਰੇਟ ਨਹੀਂ ਹੈਗਾ। ਇਸ ਉੱਤੇ ਅਸੀਂ ਫਸੇ ਹੋਏ। ਇਸ ਕਰਕੇ ਲੋਕ ਨੇ ਜਿਹੜੇ ਕੁਛ ਲੜ ਰਹੇ ਨੇ। ਇਸ ਕਰਕੇ ਅਸੀਂ ਜਿਹੜੇ ਤੰਨੇ ਕਾਨੂੰਨ ਨੇ, ਜਿਹਨਾਂ ਵਿੱਚ ਇਹ ਕਿਹਾ ਜਾ ਰਿਹਾ ਕਿ ਤੁਹਾਡਾ ਬਹੁਤ ਸਾਰਾ ਫਾਇਦਾ ਹੋ ਜਾਊਗਾ। ਇਹੀ APMC ਐਕਟ ਬਿਹਾਰ ਦੇ ਵਿੱਚ 2006 ਦੇ ਵਿੱਚ ਖਤਮ ਕਰਤਾ ਸੀ। ਪਹਿਲਾ ਐਕਟ ਕੀ ਹੈ? APMC ਬਾਈਪਾਸ ਐਕਟ। APMC ਐਕਟ ਹੈ, ਐਗਰੀ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਹੈ, ਉਹਨੂੰ ਖਤਮ ਕਰਤਾ। ਖਤਮ ਕਰਨ ਦਾ ਮਤਲਬ ਕੀ ਹੈ ਕਿ ਜਿਹੜਾ ਮੰਡੀ ਬੋਰਡ ਬਣਿਆ, ਜਿਹਨੇ ਪਰਚੇਜ਼ ਏਜੰਸੀਆਂ ਬਣੀਆਂ ਨੇ, ਜਿਹੜੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਬਣੀ ਹੈ, ਜਿਹੜਾ ਬਫਰ ਸਟਾਕ ਬਣਿਆ, ਜਿਹੜਾ ਸੈਂਟਰ ਦੇ ਵਿੱਚ ਜਿਹੜਾ ਸਾਡੇ ਕੋਲ ਪੂਰਾ PDS ਸਿਸਟਮ ਹੈ। ਕਿਉਂਕਿ ਫੂਡ ਸਿਕਿਉਰਿਟੀ ਐਕਟ ਵੀ ਆਇਆ, ਚਲੋ ਉਹਦੇ ਵਿੱਚ ਇਹ ਹੈ ਕਿ ਦੇਖੋ ਪਹਿਲਾਂ ਸਾਡੇ ਸੀਗਾ ਯੂਨੀਵਰਸਲ PDS ਕਿ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਹੈ ਜਿਹੜਾ ਉਹ ਸਾਰਿਆਂ ਲਈ ਹੈ। ਉਹਨੂੰ ਅਸੀਂ ਯੂਨੀਵਰਸਲ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਕਹਿੰਦੇ ਸੀਗੇ। ਤਾਂ ਉਹਦੇ ਵਿੱਚ ਸਾਰੇ ਲੋਕਾਂ ਨੂੰ ਜਿਹੜਾ ਇਹ ਰਾਸ਼ਨ ਕਾਰਡਾਂ ਦੇ ਉੱਤੇ ਸਮਾਨ ਦਿੱਤਾ ਜਾਂਦਾ ਸੀ। ਫਿਰ ਇਹਨਾਂ ਨੇ ਬਾਅਦ ਦੇ ਵਿੱਚ ਯੂਨੀਵਰਸਲ ਕੱਟ ਕੇ ਉੱਥੇ T ਲਾਤਾ ਯੂਦੀ ਸੰਦੇ ਟਾਰਗੇਟਡ ਪਬਲਿਕ ਪ੍ਰੋਕਿਊਰਮੈਂਟ ਸਿਸਟਮ। ਪਰ ਟਾਰਗੇਟਡ ਜਿਹੜਾ ਹੈਗਾ ਪਬਲਿਕ ਡਿਸਟਰੀਬਿਊਸ਼ਨ ਸਿਸਟਮ, ਉਹ 'ਚ ਕੀ ਹੈ ਕਿ 67% ਲੋਕਾਂ ਨੂੰ ਹੀ ਕਰਤਾ। ਪੇਂਡੂ ਇਲਾਕੇ ਦੇ ਵਿੱਚ 75% ਲੋਕ ਨੇ ਜਿਹੜੇ ਉਹ 25% ਕੱਟ ਤੇ ਕਿ ਦਿਓ ਨਾ। ਸ਼ਹਿਰੀ ਇਲਾਕੇ ਦੇ ਵਿੱਚ ਵੀ 45% ਲੋਕਾਂ ਨੂੰ ਕੱਟਤਾ ਕਿ ਇਹਨਾਂ ਨੂੰ ਨਹੀਂ ਦੇਣਾ। ਤਾਂ ਇਹ 67% ਲੋਕ ਹੀ ਰਹਿ ਗਏ, ਬਾਕੀ 33% ਲੋਕ ਕੱਟ ਤੇ ਯੂਨੀਵਰਸਲ PDS ਸਿਸਟਮ ਦੇ ਵਿੱਚੋਂ ਕਿ ਇਹਨਾਂ ਨੂੰ ਨਹੀਂ ਦੇਣੇ। ਇਹ ਜਦੋਂ ਐਕਟ ਨਵੇਂ ਆ ਜਾਣਗੇ ਤਾਂ ਇਹ ਲੋਕ ਨੇ ਜਿਹੜੇ ਪਹਿਲਾਂ ਯੂਨੀਵਰਸਲ ਸੀ, ਫਿਰ ਟਾਰਗੇਟਡ ਸੀਗਾ, ਹੁਣ ਇੱਕ ਨਵਾਂ ਟਰਮ ਇਹਨਾਂ ਨੇ ਪਿੱਛੇ ਜਾਂਦੀ ਅੰਤੋਦਿਆ ਇੱਕ ਸਕੀਮ ਸੀ, ਪੂਅਰੈਸਟ ਆਫ ਦੀ ਪੂਅਰ, ਕਿ 35 ਕਿਲੋ ਦਾਣੇ ਦੇਵਾਂਗੇ। ਅੱਜ ਸਰਕਾਰ ਵੱਲੋਂ ਇਹ ਆ ਰਿਹਾ, ਦੋ ਸਟੇਟਮੈਂਟਾਂ ਤੁਸੀਂ ਪੜ੍ਹੋ।
ਇੱਕੋ ਸਟੇਟਮੈਂਟ ਦੇ ਵਿੱਚ ਇਹ ਹੁੰਦਾ ਕਿ ਅਸੀਂ MSP ਤੁਹਾਡੀ ਕਿਤੇ ਨਹੀਂ ਜਾਂਦੀ, ਤੁਹਾਨੂੰ MSP ਦਿੰਦੇ ਰਹਾਂਗੇ, ਤੁਸੀਂ ਜਾਓ, ਅਸੀਂ ਕਾਨੂੰਨ ਨਹੀਂ, ਅਸੀਂ ਜਿਵੇਂ ਸਭ ਨੂੰ ਗੱਲ ਕਰ ਕਿ ਕਾਨੂੰਨ ਨਹੀਂ ਬਣਾ ਸਕਦੇ, ਜੇ ਕਾਨੂੰਨ ਬਣਾ ਤਾਂ ਦੂਜੇ ਰਾਜ ਵੀ ਰੌਲਾ ਪਾਉਣਗੇ, ਤੁਸੀਂ ਚੁੱਪ ਕਰਕੇ ਆਪਣੀਆਂ ਜਿਹੜੀਆਂ ਇਹ ਲੈਂਦੇ ਰਹੋ MSP, ਤੁਹਾਡਾ ਕਿਤੇ ਨਹੀਂ ਜਾਣਾ, ਲਿਖ ਕੇ ਦੇ ਦਿੰਦੇ ਆ। ਕਾਨੂੰਨ ਬਣਾਓ, ਅਸੀਂ ਕਿਹੜਾ ਭਾਈਦਿਆਂ ਮੁੱਕਰਦੇ ਥੋੜ੍ਹਾ, ਲਿਖ ਦਿੰਦੇ ਆ। ਨਾਲ ਦੀ ਨਾਲ ਫਿਰ ਕਹਿਣਗੇ ਕਿ ਜੀ ਅਸੀਂ ਕਰਨੀ ਕੀ ਹੈ ਖਰੀਦ ਕੇ, ਤੁਹਾਡੀ ਕਣਕ ਝੋਨਾ ਅਸੀਂ ਖਰੀਦ ਕੇ ਕੀ ਕਰਨਾ, ਕਿਉਂਕਿ ਸਾਡੇ ਕੋਲੇ 41 ਮਿਲੀਅਨ ਟਨ ਦਾ ਸਟਾਕ ਚਾਹੀਦਾ, ਸਾਡੇ ਕੋਲੇ ਹੁਣ 71 ਮਿਲੀਅਨ ਟਨ, ਪਹਿਲਾਂ 91 ਕਹਿੰਦੇ ਸੀਗੇ, ਉਹ ਟਨ ਅਨਮਿਲਡ ਪੈਡੀ ਹੋਰ ਪਈ ਹੈ ਹਾਲੇ, ਜਿਹੜੀ ਕੱਢੀ ਨਹੀਂ ਹੈਗੀ, ਮਤਲਬ ਜਿਹੜਾ ਹੈਗਾ ਸਾਡੇ ਕੋਲੇ ਚਾਵਲ ਪਏ ਨੇ, ਇਹ ਸਾਡੇ ਕੋਲ 3 ਗੁਣਾ 2.5-3 ਗੁਣਾ ਪਿਆ, ਅਸੀਂ ਕੀ ਕਰਨਾ। ਇਹ ਵੀ ਇਹ ਗਲਤ ਸਟੇਟਮੈਂਟ ਹੈ। ਸਾਡੇ ਕੋਲ ਜਿੰਨਾ ਚਾਵਲ ਪਏ ਨੇ, ਲੋਕ ਤੀਜਾ ਹਿੱਸਾ ਭੁੱਖਾ ਸੌਂਦਾ, ਉਹਨਾਂ ਨੂੰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਨੂੰ ਜੇਕਰ ਉਹ ਕੰਮ ਨਹੀਂ ਦਿੰਦੀ, ਘੱਟੋ ਘੱਟ ਖਾਣ ਨੂੰ ਤਾਂ ਦੇਵੇ, ਜਦੋਂ ਖਾਣ ਨੂੰ ਸਾਡੇ ਕੋਲ ਵਾਧੂ ਪਿਆ ਫਿਰ ਕਿਉਂ ਨਹੀਂ ਦਿੰਦੀ। ਤਾਂ ਇਹ ਇੱਕ ਸਿਸਟਮ ਹੈ ਕਿ ਲੋਕਾਂ ਨੂੰ ਜੇਕਰ ਸਹੀ ਉਹ ਵੰਡ ਦਿੱਤਾ ਜਾਵੇ ਤਾਂ ਸਾਡੇ ਕੋਲ ਕੋਈ ਬਫਰ ਸਟਾਕ ਨਹੀਂ। ਬਫਰ ਸਟਾਕ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਾਡੇ ਕੋਲ ਜਿੰਨਾ ਚਾਹੀਦਾ ਉਨਾ ਹੀ ਹੁੰਦਾ। ਬਫਰ ਸਟਾਕ ਇਹ ਹੁੰਦਾ ਕਿ ਜਿਵੇਂ ਆਪਾਂ ਮਹੀਨੇ ਦਾ ਰਾਸ਼ਨ ਲਿਆ ਕੇ ਘਰੇ ਰੱਖ ਲੈਂਦੇ ਹਾਂ ਕਿ ਇੰਨਾ ਕੁ ਆਪਾਂ ਨੂੰ ਲੋੜ ਪਊ, ਫਿਰ ਤਨਖਾਹ ਤੋਂ ਕਿਤੋਂ ਪੈਸੇ ਆਉਣਗੇ ਫਿਰ ਲਿਆਵਾਂਗੇ। ਇਹਦਾ ਮਤਲਬ ਇਹ ਨਹੀਂ ਕਿ ਸਾਲ ਵਾਸਤੇ ਸਾਨੂੰ ਜਿੰਨਾ ਚਾਹੀਦਾ ਉਹ ਬਫਰ ਆਉਂਦਾ। ਬਫਰ ਦਾ ਮਤਲਬ ਇਹ ਹੈ ਕਿ ਸਾਡੇ ਜੇਕਰ, ਕਿਉਂਕਿ ਕੁਦਰਤੀ ਖੇਤੀ ਹੈ ਜੀ, ਛੱਤ ਥੱਲੇ ਨਹੀਂ ਹੁੰਦੀ, ਬਾਹਰ ਹੁੰਦੀ ਹੈ, ਕਿ ਖੁਦਾ ਨਾ ਕਰਤਾ ਕਿਤੇ ਸਾਡੀ ਫਸਲ ਸਾਰੀ ਮਰ ਜੇ ਤਾਂ ਲੋਕਾਂ ਨੂੰ ਖਾਣ ਲਈ ਜਿਹੜਾ ਦੇਣਾ ਕੁਛ ਨਾ ਕੁਛ, ਉਸ ਲਈ ਅਸੀਂ ਘਰੇ ਆਟਾ ਰੱਖਦੇ ਉਹਨੂੰ ਬਫਰ ਕਹਿੰਦੇ ਹਾਂ। ਬਫਰ ਦਾ ਮਤਲਬ ਬਾਫਰ ਨਹੀਂ, ਵਾਧੂ ਨਹੀਂ, ਇੰਨੀ ਲੋੜ ਨਹੀਂ, ਲੋੜ ਤਾਂ ਇਹਦੋਂ 3 ਗੁਣਾ ਹੀ ਹੁੰਦੀ ਹੈ। ਕਿਤੇ ਵੀ ਜਿਹੜਾ ਸਾਡੇ ਕੋਲੇ ਇਸ ਤਰ੍ਹਾਂ ਦਾ ਨਹੀਂ ਕਿ ਵਾਧੂ ਪਿਆ, ਸਾਡੀ ਲੋੜ ਨਹੀਂ। ਸਾਡੀ ਲੋੜ ਹੈ। ਅੱਜ ਦੁਨੀਆ ਦੇ ਵਿੱਚ ਲੋਕ ਨੇ ਜਿਹੜੇ ਭੁੱਖੇ ਨੇ, ਔਰ ਯੂਨਾਈਟਿਡ ਨੇਸ਼ਨ ਨੇ ਇਹ ਪਿੱਛੇ ਮੀਟਿੰਗ ਵਿੱਚ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਵਿੱਚ ਭੁੱਖਮਰੀ ਫੈਲਣ ਵਾਲੀ ਹੈ। ਤੁਸੀਂ ਦੇਖੋ ਕਿ UN ਜਿਹੜੀ ਹੈਗਾ ਵਰਲਡ ਫੂਡ ਪ੍ਰੋਗਰਾਮ ਹੈ, ਇਸ ਵਾਰੀ ਨੋਬਲ ਪ੍ਰਾਈਜ਼ ਜਿਹੜਾ ਦੁਨੀਆ ਦਾ ਸਾਰਿਆਂ ਤੋਂ ਵੱਡਾ ਪ੍ਰਾਈਜ਼ ਗਿਣਿਆ ਜਾਂਦਾ, ਉਹ ਦਿੱਤਾ ਕਿਹਨੂੰ ਦਿੱਤਾ? ਸ਼ਾਂਤੀ, ਪੀਸ ਦੇ 6 ਨੋਬਲ ਪ੍ਰਾਈਜ਼ ਦਿੱਤੇ ਜਾਂਦੇ ਨੇ। ਇੱਕ ਦਿੱਤਾ ਜਾਂਦਾ ਪੀਸ, ਉਹਨੂੰ ਕਹਿੰਦੇ ਕਿ ਸ਼ਾਂਤੀ ਰੱਖੋ। ਸ਼ਾਂਤੀ ਰੱਖਣ ਲਈ ਜਿਹੜਾ ਯੂਨਾਈਟਿਡ ਨੇਸ਼ਨ ਜਿਹੜਾ ਫੂਡ ਪ੍ਰੋਗਰਾਮ ਹੈ, ਉਹਨੂੰ ਇਸ ਵਾਰੀ ਨੋਬਲ ਪ੍ਰਾਈਜ਼ ਦਿੱਤਾ। ਉਹਨਾਂ ਨੇ ਕਰਿਆ ਕੀ ਸੀ ਇਹ ਜਿਹਾ? ਉਹਨਾਂ ਨੂੰ ਕਿਉਂ ਦਿੱਤਾ ਗਿਆ? ਉਹਨਾਂ ਨੇ ਕਰਿਆ ਕੀ ਸੀ ਕਿ 88 ਦੇਸ਼ਾਂ ਦੇ ਵਿੱਚ ਉਹਨਾਂ ਨੇ ਦੁਨੀਆ ਦੇ 10 ਕਰੋੜ ਭੁੱਖੇ ਲੋਕਾਂ ਨੂੰ ਅਨਾਜ ਵੰਡਿਆ ਸੀ। ਦੁਨੀਆ ਦੇ 88 ਦੇਸ਼ਾਂ ਦੇ 10 ਕਰੋੜ ਭੁੱਖੇ ਲੋਕਾਂ ਨੂੰ ਅਨਾਜ ਵੰਡਿਆ ਸੀ। ਅਨਾਜ ਵੰਡਣ ਲਈ ਉਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤਾ। ਪਰ ਜਿਹੜੇ ਲੋਕ ਅਨਾਜ ਪੈਦਾ ਕਰਦੇ ਨੇ ਉਹ ਸਾਰੇ ਟਿੱਕਰੀ ਸਿੰਘੂ ਬਾਰਡਰ ਤੇ ਬੈਠੇ ਨੇ, ਕਹਿੰਦੇ ਵੀ ਇਹਨਾਂ ਦੇ ਤਾਂ ਡੰਡੇ ਮਾਰੋ, ਅਨਾਜ ਵੰਡਣ ਵਾਲਿਆਂ ਨੂੰ ਦਿਓ। ਤੇ ਉਹਨਾਂ ਨੂੰ ਇੱਕ ਡਾਇਰੈਕਸ਼ਨ ਹੁਣ ਹੋਰ ਦਿੱਤੀ ਹੈ ਕਿ ਤੁਸੀਂ ਹੋਰ ਪ੍ਰਬੰਧ ਵੀ ਕਰਨਾ, ਜਿਵੇਂ ਤੁਸੀਂ ਪਹਿਲਾਂ ਬਹੁਤ ਵਧੀਆ ਕਰਿਆ। 88 ਦੇਸ਼ਾਂ 'ਚ ਭੁੱਖੇ ਲੋਕ ਭੁੱਖ ਨਾਲ ਨਹੀਂ ਮਰਨ ਦਿੱਤੇ, ਵੰਡਿਆ ਸੀ ਅਨਾਜ। ਭਾਵੇਂ ਅਨਾਜ ਕਿਸਾਨਾਂ ਮਜ਼ਦੂਰਾਂ ਨੇ ਪੈਦਾ ਕੀਤਾ ਸੀ, ਪਰ ਤੁਸੀਂ ਹੁਣ ਹੋਰ ਭੁੱਖਮਰੀ ਆਉਣੀ ਹੈ, ਤੁਸੀਂ ਹੋਰ ਅਨਾਜ ਦਾ ਪ੍ਰਬੰਧ ਕਰਨਾ ਹੈ। ਇੱਕ ਪਾਸੇ ਅਸੀਂ ਇੰਡੀਆ ਦਾ ਵੀ ਇਹੀ ਹਾਲ ਹੈ ਕਿ ਅਸੀਂ ਇਹਨਾਂ 'ਚ ਵੀ ਫਸਟ ਆਉਂਦੇ, ਭੁੱਖਿਆਂ 'ਚ ਵੀ। ਇੰਡੀਆ ਮਹਾਨ ਕੰਟਰੀ ਹੈ, ਹਰ ਕੰਮ 'ਚ ਅਸੀਂ ਪਹਿਲੇ ਨੰਬਰ 'ਤੇ ਆਉਂਦੇ। ਜੇ ਦੁਨੀਆ ਦੇ ਭੁੱਖੇ ਲੋਕਾਂ ਦੀ ਲਿਸਟ ਬਣਾਉਣੀ ਹੋਵੇ ਤੇ ਭੁੱਖੇ ਲੋਕਾਂ ਦੀ ਲਿਸਟ ਬਣਾ ਕੇ ਉਹਨੂੰ ਅਲੱਗ ਕੱਢ ਲਈਏ ਤਾਂ ਇਹ ਦੁਨੀਆ ਦਾ ਤੀਜਾ ਵੱਡਾ ਦੇਸ਼ ਬਣ ਜਾਂਦਾ ਇੰਡੀਆ ਤੋਂ ਬਾਅਦ। ਤਾਂ ਤੁਸੀਂ ਦੇਖੋ, ਵੱਧ ਤੋਂ ਵੱਧ ਅਸੀਂ ਚੌਥੇ ਨੰਬਰ 'ਤੇ ਹਰ ਕੰਮ 'ਚ ਆਉਂਦੇ ਹਾਂ। ਜਿਹਨੇ ਇੱਕ ਨੋਬਲ laureate ਨੇ ਲਿਖਿਆ ਸੀ ਵੀ ਜੇ ਤੁਸੀਂ ਕੋਈ ਚੰਗਾ ਕੰਮ ਕਰਨਾ ਹੈ ਤਾਂ ਇੰਡੀਆ ਨੂੰ ਦੇਖ ਲਓ। ਅੱਜ ਸਾਡੀ ਸੈਂਟਰ ਸਰਕਾਰ ਕੀ ਕਰ ਰਹੀ ਹੈ ਇੰਡੀਆ 'ਚ? ਆਹ ਕਾਨੂੰਨਾਂ ਤੋਂ ਪਹਿਲਾਂ ਦੀ ਗੱਲ ਕਰ ਲਓ ਕਿ ਤੁਸੀਂ ਦੇਖ ਲਓ ਇੰਡੀਆ ਕੀ ਕਰ ਰਿਹਾ। ਬਸ ਤੁਸੀਂ ਇੱਕੋ ਹੀ ਕੰਮ ਕਰਨਾ, ਉਹਦੇ ਉਲਟ ਕਰ ਦਿਓ। ਇਹ ਬਹੁਤ ਵਧੀਆ ਕੰਮ ਹੋਊਗਾ। ਇਹ ਕਿਸੇ ਨੋਬਲ laureate ਦੀ ਸਟੇਟਮੈਂਟ ਹੈ, ਮੇਰੀ ਨਹੀਂ, ਕਿ ਤੁਸੀਂ ਕਿਵੇਂ ਹੈਂਡਲ ਕਰ ਰਹੇ ਹੋ। ਇਹ ਨਹੀਂ ਕਿ ਦੁਨੀਆ ਦੇ ਵਿੱਚ ਬਾਕੀ ਕੰਟਰੀ ਵੀ ਬਹੁਤ ਵਧੀਆ ਕਰਦੇ, ਉਹਨਾਂ ਨੂੰ ਵੀ ਦੇਖਣ ਦੀ ਲੋੜ ਹੈ। ਪਰ ਅਸੀਂ ਤਾਂ ਇਹ ਹੈ ਕਿ ਸਾਰੇ ਜੇ ਗਰੀਬੀ ਦੇਖਣੀ ਹੈ, ਭੁੱਖਮਰੀ ਦੇਖਣੀ ਹੈ, ਤਾਂ ਕਈ ਕੰਮਾਂ 'ਚ ਅਸੀਂ ਇੰਡੀਆ ਤੋਂ ਬਾਅਦ ਸਾਰਿਆਂ ਤੋਂ ਵੱਡੀ ਆਬਾਦੀ ਚੀਨ ਦੀ ਹੈ, ਫਿਰ ਇੰਡੀਆ ਦੀ ਹੈ, ਅਤੇ ਤੀਜੇ ਨੰਬਰ 'ਤੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਕੀ ਹੈ। ਕਿਉਂਕਿ ਸਾਨੂੰ ਇਹ ਸਮਝਾਇਆ ਗਿਆ ਕਿ ਵਸੋਂ ਬਹੁਤ ਹੋਊਗੀ, ਇਸ ਕਰਕੇ ਪ੍ਰੋਬਲਮ ਬਹੁਤ ਨੇ।
ਤੁਸੀਂ ਬੱਚੇ ਹੀ ਮਤਲਬ ਇੰਨੇ ਪੈਦਾ ਕਰ ਦਿਓ, ਗਰੀਬਾਂ ਦੇ ਹੋਰ ਬੱਚੇ ਜ਼ਿਆਦਾ ਹੁੰਦੇ ਨੇ, ਤੇ ਇਸ ਕਰਕੇ ਤੁਸੀਂ ਭੁੱਖੇ ਮਰਦੇ ਹੋ। ਇਹ ਬਿਲਕੁਲ ਮਤਲਬ ਇੱਕ ਗਲਤ ਧਾਰਨਾ ਹੈ। ਮਨੁੱਖ ਹੈ ਜਿਹੜਾ ਉਹ ਕਈ ਗੁਣਾ ਵੱਧ ਆਪਣੇ ਨਾਲ ਪੈਦਾ ਕਰਕੇ ਜਾਂਦਾ ਹੈ। ਦੇਖੋ ਚੀਨ ਦੀ 1 ਨੰਬਰ 'ਤੇ ਆਬਾਦੀ ਹੈ, ਉੱਥੇ ਤਾਂ ਭੁੱਖਮਰੀ ਹੈ ਨਹੀਂ। ਫਿਰ ਤੀਜੇ ਨੰਬਰ 'ਤੇ ਮੈਂ ਪੁੱਛਦਾ ਉਹਨਾਂ ਕੌਣ ਹੈ ਇੰਡੀਆ ਤੋਂ ਬਾਅਦ? ਆਪਾਂ ਦੂਜੇ ਨੰਬਰ 'ਤੇ, ਤੀਜੇ ਨੰਬਰ 'ਤੇ ਅਮਰੀਕਾ ਹੈ। ਅਮਰੀਕਾ ਦੇ ਵਿੱਚ ਵੀ ਕੋਈ ਭੁੱਖਮਰੀ ਨਹੀਂ ਹੈਗੀ, ਨਾ ਪਹਿਲੇ ਨੂੰ ਕੋਈ ਵਸੋਂ ਕਹਿੰਦੀ ਹੈ ਕੁਛ, ਨਾ ਤੀਜੇ ਨੂੰ ਕਹਿੰਦੀ ਹੈ। ਇਹ ਵਿੱਚ ਵਿਚਾਲੇ ਸਾਨੂੰ ਕਿੱਥੋਂ ਫੜ ਲੈਂਦੀ ਹੈ? ਤੁਸੀਂ ਦੇਖੋ ਕਿ ਲੋਕ ਨੇ ਜਿਹੜੇ ਦੁਨੀਆ ਦੇ ਬਹੁਤ ਸਾਰੇ ਕੰਟਰੀਆਂ ਕੋਲ ਸਿਰਫ ਲੋਕ ਨੇ, ਕੋਈ ਵੀ ਚੀਜ਼ ਨਹੀਂ। ਸਾਡੇ ਇੰਡੀਆ ਕੋਲ ਸਭ ਕੁਛ ਹੈ। ਜਾਪਾਨ ਹੈ ਵਧੀਆ ਕੰਟਰੀ, ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾ ਰੱਖਿਆ, ਇਕੱਲੇ ਲੋਕ ਨੇ, ਕੋਈ ਨੈਚੁਰਲ ਰਿਸੋਰਸ ਨਹੀਂ, ਕੁਛ ਨਹੀਂ ਹੈਗਾ, ਫਿਰ ਵੀ ਉਹ ਵਰਲਡ ਦੀ ਸੁਪਰ ਪਾਵਰ ਬਣਾ ਬੈਠਾ। ਇਹਦਾ ਮਤਲਬ ਕੀ ਹੈ ਕਿ ਕੋਈ ਚੀਜ਼ਾਂ ਕਰਨ ਦੀ ਲੋੜ ਹੈ ਸਾਨੂੰ। ਇਹੋ ਜਿਹੇ ਜਿਹੜੇ ਸੁਧਾਰ ਕਹਿ ਕੇ, ਰਿਫੋਰਮ ਸੁਧਾਰ ਕਹਿ ਕੇ ਵਿਨਾਸ਼ ਕਰਨਾ ਕਿਸੇ ਇਕੋਨਮੀ ਦਾ, ਇਸ ਉੱਤੇ ਅਸੀਂ ਪਏ ਹੋਏ। ਹਰੀ ਕ੍ਰਾਂਤੀ ਨੇ ਵੀ ਇਹ ਕੀਤਾ, ਨਵੇਂ ਕਾਨੂੰਨਾਂ ਨੇ ਵੀ ਇਹ ਕਰਨਾ। ਨਵੇਂ ਕਾਨੂੰਨਾਂ ਨੇ ਇਹਨਾਂ ਦੇ ਵਿੱਚ ਹੁਣ ਉਹ ਚਾਹੁੰਦੇ ਕੀ ਹੈ ਕਿ ਇੱਕ ਧਾਰਨਾ ਬਣੀ ਹੋਈ ਹੈ ਕਿ ਖੇਤੀ ਦੇ ਵਿੱਚ ਜਿਹੜੇ ਲੋਕ ਨੇ ਇਹਨਾਂ ਦੀ ਆਮਦਨ ਨੂੰ ਘੱਟ ਰੱਖ ਕੇ, ਇਹਨਾਂ ਦੀ ਮਤਲਬ ਜਿਹੜੀ ਦਿਹਾੜੀ, ਇਹਨਾਂ ਦੀ ਆਮਦਨ, ਇਹਨਾਂ ਦਾ ਜਿਹੜੀ ਕਮਾਉਣ ਦੀਆਂ ਕੋਈ ਚੀਜ਼ਾਂ ਨੇ ਉਹਨਾਂ ਨੂੰ ਘੱਟ ਰੱਖ ਕੇ ਇੱਥੋਂ ਜਿਹੜੀ ਸਰਪਲਸ ਵੈਲਿਊ ਜਨਰੇਟ ਹੁੰਦੀ ਹੈ ਇੱਥੋਂ ਲੁੱਟ ਕੇ ਦੂਜੇ ਸੈਕਟਰ ਇੰਡਸਟਰੀ ਨੂੰ ਕਾਮਯਾਬ ਕੀਤਾ ਜਾ ਸਕਦਾ। ਇੰਡਸਟਰੀ ਨੂੰ ਕੱਚਾ ਮਾਲ ਇੱਥੋਂ ਤੱਕ ਸਸਤੀ ਲੇਬਰ ਦਿੱਤੀ ਜਾ ਸਕਦੀ ਹੈ, ਅਤੇ ਇੰਡਸਟਰੀ ਹੈ ਜਿਹੜੀ ਉਹ ਡਿਵੈਲਪ ਇਸੇ ਕਰਕੇ ਹੋ ਸਕਦੀ ਜੇ ਖੇਤੀ ਨੂੰ ਥੱਲੇ ਰੱਖਾਂਗੇ। ਖੇਤੀ ਦੀਆਂ ਕੀਮਤਾਂ ਥੱਲੇ ਰੱਖ ਕੇ ਇੰਡਸਟਰੀ ਨੂੰ ਡਿਵੈਲਪ ਕਰਨ ਦਾ ਇੱਕ ਮਾਡਲ ਹੈ, ਅਤੇ ਇੱਕ ਮਾਡਲ ਇਹਦੇ ਨਾਲ ਹੀ ਆ ਰਿਹਾ। ਇਸੇ 'ਚੋਂ ਨਿਕਲਦਾ ਕਿ ਖੇਤੀ ਨੂੰ ਬਹੁਤਾ ਕੁਝ ਨਹੀਂ ਦੇਣਾ। ਇਹਦਾ ਨਹੀਂ ਕਿ ਦਿੱਤਾ ਨਹੀਂ ਜਾ ਸਕਦਾ। ਅਸੀਂ ਗੱਲ ਕਰਦੇ ਹੁੰਦੇ ਸੀ ਕਿ 17 ਲੱਖ ਕਰੋੜ ਉਹ ਕਹਿੰਦੇ ਚਾਹੀਦਾ ਜੇ ਸਾਰੀ ਫਸਲਾਂ ਖਰੀਦਣੀਆਂ ਹੋਣ। ਉਹਨਾਂ ਨੂੰ ਇਹ ਲੱਗਦਾ ਕਿ ਜਿਵੇਂ 17 ਲੱਖ ਕਰੋੜ ਲੋਕਾਂ ਨੂੰ ਵੰਡੀ ਦੇਣਾ। 17 ਲੱਖ ਕਰੋੜ ਬਣਦਾ ਜੇ ਸਾਰੀਆਂ 23 ਫਸਲਾਂ ਜਿਹਨਾਂ ਦੀ MSP ਅਸੀਂ ਗਿਣਦੇ ਹਾਂ, ਜੇ ਉਹ ਸਾਰੀਆਂ ਸਰਕਾਰ ਨੇ ਖਰੀਦਣੀਆਂ ਹੋਣ ਤਾਂ 17 ਲੱਖ ਕਰੋੜ ਰੁਪਇਆ ਚਾਹੀਦਾ। ਪਰ ਨਾਲ ਦੀ ਨਾਲ ਫਸਲਾਂ ਜਦੋਂ ਵਿਕ ਜਾਂਦੀਆਂ ਨੇ ਮੰਡੀ 'ਚੋਂ, ਇਸ ਸਾਲ ਕਣਕ ਦਾ ਥੋੜ੍ਹਾ ਰੇਟ ਘਟਿਆ। ਪਿਛਲੇ 20-25 ਸਾਲ ਤੋਂ ਮੈਂ ਕਣਕ ਦੇ ਰੇਟ ਦੇਖੇ ਨੇ, ਝੋਨੇ ਦਾ ਰੇਟ ਦੇਖਿਆ, ਸਾਰੀਆਂ ਫਸਲਾਂ ਦਾ ਰੇਟ ਦੇਖਿਆ ਕਿ ਜਦੋਂ ਅਸੀਂ ਖਰੀਦ ਬੰਦ ਕਰਦੇ ਨੇ ਨਾਲ ਦੀ ਨਾਲ ਰੇਟ ਜਿਹੜੇ ਹਾਇਰ ਹੋ ਜਾਂਦੇ ਨੇ, ਨਾਲ ਦੇ ਰੇਟ ਵੱਧ ਜਾਂਦੇ ਨੇ। ਇਹਦਾ ਮਤਲਬ ਕੀ ਹੈ ਕਿ 17 ਲੱਖ ਕਰੋੜ ਦੀ ਜੇਕਰ ਫਸਲ ਸਰਕਾਰ ਖਰੀਦਦੀ ਹੈ ਤਾਂ ਉਹ 20-25 ਲੱਖ ਕਰੋੜ ਦੀ ਵੇਚ ਦੂਗੀ। ਘਾਟਾ ਕਿੱਥੇ ਹੈ? ਇਹਦਾ ਮਤਲਬ ਇਹ ਨਹੀਂ ਕਿ ਕੀਤਾ ਨਹੀਂ ਜਾ ਸਕਦਾ, ਸਭ ਕੁਝ ਕੀਤਾ ਜਾ ਸਕਦਾ ਹੈ, ਕਰਨਾ ਨਹੀਂ। ਜੇਕਰ ਕਾਰਪੋਰੇਟ ਵਰਲਡ ਇਸ ਖੇਤੀ ਦੇ ਵਿੱਚ ਆ ਰਿਹਾ, ਉਹ ਘਾਟੇ ਨੂੰ ਨਹੀਂ ਆ ਰਿਹਾ। ਕੋਈ ਕਮਲਾ ਨਹੀਂ ਕਾਰਪੋਰੇਟ ਕਿ ਉਹਨਾਂ ਨੇ ਘਾਟਾ ਪਾ ਲੈਣਾ, ਜਾਂ ਸਾਡੀ ਸਰਕਾਰ ਤੋਂ ਨਹੀਂ ਹੁੰਦਾ, ਕਾਰਪੋਰੇਟ ਇੱਥੇ ਆ ਰਹੇ ਨੇ, ਉਹ ਘਾਟੇ ਵਾਸਤੇ ਨਹੀਂ ਆ ਰਹੇ। ਔਰ ਇਹਨਾਂ ਦੇ ਗਲ 'ਚ ਅੰਗੂਠਾ ਵੀ ਦੇ ਰਿਹਾ ਕਿ ਇਹ ਜਿਹੜੇ ਅਸੀਂ ਕਰਾਂਗੇ, ਕਿਉਂਕਿ ਕਾਰਪੋਰੇਟ ਬਹੁਤ ਐਡਵਾਂਸ ਸਟੇਜ 'ਤੇ ਪਹੁੰਚੇ ਹੋਏ ਨੇ। ਅਡਾਨੀਆਂ ਨੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਬਾਕੀ ਥਾਵਾਂ 'ਤੇ ਸੈਲੋ ਲਾਏ ਹੋਏ ਨੇ। ਇਨਵੈਸਟਮੈਂਟ ਉਹ ਕਹਿੰਦੇ ਸਾਡਾ ਬਹੁਤ ਹੋ ਗਿਆ। ਇਨਵੈਸਟਮੈਂਟ ਦਾ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਸਿਸਟਮ ਬਾਰੇ, ਕਿ ਕਿੱਥੋਂ ਬੈਂਕਾਂ ਤੋਂ ਸਾਡਾ ਹੀ ਪੈਸਾ ਹੁੰਦਾ। ਉਹ ਇੱਕ ਵੀ ਪੈਸਾ ਨਹੀਂ ਲਾਉਂਦੇ, ਸਾਰੇ ਪੈਸੇ ਸਾਡੇ ਹੀ ਹੁੰਦੇ ਨੇ, ਉਹ ਬੈਂਕਾਂ ਦੇ ਲੈ ਜਾਂਦੇ ਨੇ। ਜੇਕਰ ਘਾਟਾ ਵਜੇ ਉਹ ਭੱਜ ਜਾਂਦੇ ਨੇ। ਉਹਦੀ ਸਟੇਟਮੈਂਟ ਵੀ ਇਸ ਤਰ੍ਹਾਂ ਹੀ ਕੀਤਾ ਹੁੰਦਾ, ਸਭ ਕੁਝ ਕੋਈ ਨੁਕਸਾਨ ਨਹੀਂ ਹੁੰਦਾ। ਪਰ ਉਹਨਾਂ ਨੂੰ ਇਹ ਦਿੰਦਾ ਕਿ ਇੱਕ ਵੱਡਾ ਬਿਜ਼ਨਸ ਹੈ, ਦੁਨੀਆ ਦੇ ਵਿੱਚ ਖਾਦ ਪਦਾਰਥਾਂ ਦੀ ਬਹੁਤ ਵੱਡੀ ਲੋੜ ਹੈ, ਅਸੀਂ ਇਹ 'ਚੋਂ ਫਾਇਦਾ ਕੱਟਾਂਗੇ ਜਦੋਂ ਉਹ ਖਰੀਦ ਵਾਲੇ ਇੱਕ ਹੋਣਗੇ। ਅੱਜ ਖਰੀਦਦਾਰ, ਅਸੀਂ ਇਕਨੋਮਿਕਸ ਦੇ ਵਿੱਚ 2 ਸਿਚੁਏਸ਼ਨਾਂ ਮਾਰਕੀਟ ਦੀਆਂ ਬਹੁਤ ਮਾੜੀਆਂ ਸਮਝਦੇ ਹਾਂ, ਮਨਪਸੰਦੀ ਅਤੇ ਮਨੋਪਲੀ। ਜਦੋਂ ਖਰੀਦਦਾਰ ਇੱਕ ਹੋਵੇ ਅਤੇ ਜਦੋਂ ਉਹ ਵੇਚ ਹੈ ਜਦੋਂ, ਉਦੋਂ ਵੀ ਉਹ ਇੱਕ ਹੋਵੇ। ਇਹ 2 ਸਿਚੁਏਸ਼ਨ ਸਭ ਤੋਂ ਮਾੜੀਆਂ ਸਮਝਦੇ। ਕੰਪਨੀਆਂ ਜਦੋਂ ਆਉਣਗੀਆਂ, ਸਰਕਾਰੀ ਪਰੇ ਹੋ ਜਾਣਗੇ, ਖਰੀਦਦਾਰ ਕੰਪਨੀ ਰਹਿ ਜੂਗੀ। ਉਹ ਆਪਣੀਆਂ ਮਨਮਾਰ MSP ਭੱਜ ਜਾਣੀ ਹੈ, ਤੋੜ ਦੇਣੀ ਹੈ। ਜਿਹੜੀ 1925 ਰੁਪਏ ਨੂੰ, 1858 ਰੁਪਏ ਨੂੰ ਕਣਕ ਝੋਨਾ ਵਿਕਦਾ, ਉਹ 1500 ਨੂੰ ਹੋ ਜਾਣਾ। ਤਾਂ ਇਸ ਉੱਤੇ ਉਹਨਾਂ ਨੇ ਖਰੀਦ ਲੈਣੀ ਹੈ। ਜਦੋਂ ਵੇਚਣੀ ਹੈ ਉਹਨਾਂ ਨੇ, ਫਿਰ ਉਹ ਵੇਚਣ ਵਾਲੇ ਵੀ ਇਕੱਲੇ ਹੋਣਗੇ। ਉਦੋਂ ਉਹਨਾਂ ਨੇ ਸਾਰਿਆਂ ਨੂੰ ਲੁੱਟਣਾ ਹੈ, ਜਿਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਜਿਹੜਾ ਅਟੈਕ ਹੋਣਾ ਉਹਨਾਂ ਲੋਕਾਂ 'ਤੇ ਹੋਣਾ ਜਿਹੜੇ ਰੋਜ਼ ਦਿਹਾੜੀ ਕਰਦੇ ਨੇ। ਕਿਉਂਕਿ ਹਰ ਰੋਜ਼ ਦਿਹਾੜੀ ਕਰਨ ਵਾਲੇ ਦੀ ਆਮਦਨ ਦਾ ਵੱਡਾ ਹਿੱਸਾ 90, ਜੇ 100 ਰੁਪਈਆ ਕਮਾਉਂਦਾ, 90 ਰੁਪਈਏ ਸਿਰਫ ਆਪਣਾ ਪੇਟ ਭਰਨ ਉੱਤੇ ਲੱਗਦੇ ਨੇ। ਕਿਉਂਕਿ ਉਹ ਚੀਜ਼ਾਂ ਕਿੱਥੋਂ ਹੋਣੀਆਂ ਨੇ? ਖੇਤੀ 'ਚ ਹੋਣੀਆਂ। ਉਹ ਕਿਹਦੇ ਕੋਲ ਹੋਣੀਆਂ? ਇਹਨਾਂ ਕੰਪਨੀਆਂ ਕੋਲ ਹੋਣੀਆਂ। ਇਹਨਾਂ ਕੰਪਨੀਆਂ ਨੇ ਉਹ ਚੀਜ਼ਾਂ ਬਹੁਤ ਮਹਿੰਗੀਆਂ ਕਰਕੇ ਵੇਚਣੀਆਂ ਨੇ। ਅਤੇ ਸਭ ਤੋਂ ਵੱਡਾ ਕਹਾਣ ਹੈ ਸਾਡੀ ਮਿਹਨਤਕਸ਼ ਲੋਕਾਂ 'ਤੇ, ਜਿਨ੍ਹਾਂ ਕੋਲੇ ਆਪਣੀ ਲੇਬਰ ਵੇਚਣ ਤੋਂ ਬਿਨਾਂ ਕੁਛ ਨਹੀਂ, ਜਿਨ੍ਹਾਂ ਕੋਲ ਕੋਈ ਵੀ ਸਾਧਨ ਨਹੀਂ ਹੁੰਦਾ। ਉਹਨਾਂ ਕੋਲ ਇੰਨੀ ਆਮਦਨ ਹੁੰਦੀ ਹੈ ਕਿ ਸ਼ਾਮ ਨੂੰ ਖਾਂਦੇ ਨੇ, ਉਹ ਢਿੱਡ ਭਰਦੇ ਨੇ। ਢਿੱਡ ਭਰਨ ਵਾਲੀਆਂ ਚੀਜ਼ਾਂ ਜਿਹੜੀਆਂ ਖੇਤੀ 'ਚ ਆਉਂਦੀਆਂ ਨੇ,
ਖੇਤੀ ਉੱਤੇ ਕੰਟਰੋਲ ਜਿਹੜਾ ਕਾਰਪੋਰੇਟਾਂ ਦਾ ਹੋਊਗਾ ਅਤੇ ਇਹ ਇੱਕ ਵੱਡਾ ਘਾੜਾ ਜਿਹੜਾ ਬਣ ਜਾਣਾ। ਅਤੇ ਜਦੋਂ ਵੱਡੀ ਗਿਣਤੀ ਇਸ ਆਪਣੀ ਖੇਤੀ 'ਚੋਂ ਲੋਕ ਨਿਕਲ ਗਏ, ਵੱਡੀ ਸਪਲਾਈ ਜਿਹੜੀ ਲੇਬਰ ਦੀ ਬਣ ਗਈ, ਤਾਂ ਉਹਨਾਂ ਦੇ ਵੇਜ ਰੇਟ ਵੀ ਘੱਟ ਜਾਣੇ। ਕਿਉਂਕਿ ਦੇਖੋ ਸਾਰੇ ਇਹ ਮਾਡਲ ਨੇ ਜਿਹੜੇ ਉਹ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਵਿੱਚੋਂ, ਅਮਰੀਕਾ ਦੇ ਵਿੱਚੋਂ, ਹੋਰ ਦੇਸ਼ਾਂ ਦੇ ਵਿੱਚੋਂ ਆਏ ਨੇ, ਉਹ ਇੱਥੇ ਆ ਕੇ ਲਾਗੂ ਕਰਦੇ ਨੇ। ਉੱਥੇ ਕੋਈ ਕਾਇਦਾ ਕਾਨੂੰਨ ਹੈਗਾ, ਉੱਥੇ ਆ ਕਰੋਨਾ ਆਇਆ ਸੀ, ਸਾਰੇ ਲੋਕਾਂ ਨੂੰ ਅੰਦਰ ਬੈਠਿਆਂ ਨੂੰ ਵੀ ਉਹਨਾਂ ਨੇ ਪੈਸੇ ਦਿੱਤੇ। ਪਰ ਸਾਡੇ ਕਰੋਨੇ ਵਾਲੇ ਕਿਵੇਂ ਸੜਕਾਂ 'ਤੇ ਜਾ ਕੇ, ਕਿਵੇਂ ਰਸਤੇ ਦੇ ਵਿੱਚ ਬੱਚੇ ਪੈਦਾ ਕੀਤੇ, ਕਿਵੇਂ ਕਿੰਨਾ ਕੁਛ ਹੋਇਆ, ਕਿਸੇ ਨੇ ਹਾਲੇ ਤੱਕ ਉਹਨਾਂ ਦਾ ਹਾਲ ਨਹੀਂ ਪੁੱਛਿਆ। ਉਹ ਕਿੱਥੇ ਨੇ ਹਾਲੇ ਤੱਕ? ਅਸੀਂ ਸੁਬਾਹ ਵੀ ਗੱਲ ਕਰਦੇ, ਸਾਨੂੰ ਵੀ ਨਹੀਂ ਪਤਾ। ਈਵਨ ਅਸੀਂ ਵੀ, ਸਾਡੇ ਲੈਫਟ ਵਾਲਿਆਂ ਲਈ ਵੀ ਇੱਕ ਸਵਾਲ ਹੈ ਕਿ ਉਹਨਾਂ ਦੀ ਅਸੀਂ ਕੋਈ ਹਾਲ ਪੁੱਛਿਆ ਉਹਨਾਂ ਦਾ ਕਿ ਸੱਚਮੁੱਚ ਉਹਨਾਂ ਨੂੰ ਨਹੀਂ, ਇਹਨੂੰ ਆਈਸੋਲੇਸ਼ਨ 'ਚ ਕਰਕੇ ਇਹਨਾਂ ਦੇ ਕੋਈ ਖੇਤੀ ਕਾਨੂੰਨ ਨਹੀਂ। ਇਹ ਨਿਊ ਲਿਬਰਲਿਜ਼ਮ ਦਾ ਇੱਕ ਏਜੰਡਾ ਹੈ ਜਿਹਦੇ ਤਹਿਤ ਉਹ ਇਕੱਲੇ ਇੱਕ ਨੂੰ ਕਰਕੇ ਜਿਹੜਾ ਫੜਦੇ ਆ ਅਤੇ ਉਹਦੇ 'ਤੇ ਘਾੜਾ ਚਲਾਉਂਦੇ ਆ। ਇਹ ਤੋਂ ਗੱਲ 4 ਕੋਡ ਹੈ, 44 ਜਿਹੜੇ ਸੀ ਲੇਬਰ। ਜਦੋਂ ਸਾਨੂੰ ਆਜ਼ਾਦੀ ਮਿਲੀ 1947 ਦੇ ਵਿੱਚ, ਆਜ਼ਾਦੀ ਦੇ ਬਦਲੇ ਕਿ ਉਦੋਂ ਭਗਤ ਸਿੰਘ ਹੋਰੀ ਚਾਹੁੰਦੇ ਸੀਗੇ, ਇਹ ਸਾਰੇ ਗਰੀਬ ਬਾਬੇ ਚਾਹੁੰਦੇ ਸੀ ਕਿ ਇੱਥੇ ਇੱਕ ਇਨਕਲਾਬ ਬਣੇ, ਇੱਕ ਨਵਾਂ ਇਨਕਲਾਬ ਆਵੇ। ਉਹਦੀ ਇਵਜ਼ ਦੇ ਵਿੱਚ ਸਾਨੂੰ ਮਿਲਿਆ ਕੀ ਸੀ? ਕੁਝ ਕਾਨੂੰਨ ਮਿਲ ਗਏ ਕਿ ਯਾਰ ਇਹ ਇਨਕਲਾਬ ਹੀ ਹੈ, ਹੋਰ ਕੀ ਹੈ। ਉਹ ਆਹ ਸਾਰੇ ਲੇਬਰ 44 ਕਾਨੂੰਨ ਸੀਗੇ ਜਿਹੜੇ ਸਾਨੂੰ ਮਿਲੇ ਸੀਗੇ, ਉਹਨੂੰ ਤੋੜ ਕੇ ਕੀ ਬਣਾਤਾ? 4 ਕੋਡ ਬਣਾਓ, ਸਾਰੇ ਕੁਝ ਖੋਲ੍ਹਿਆ। ਇਸ ਸਿਸਟਮ ਦੇ ਵਿੱਚ ਉਹਨਾਂ ਨੇ ਇਹ ਲੇਬਰ ਕੋਡ ਬਣਾਤੇ। ਇਸ ਦੇ ਵਿੱਚ ਜਿਵੇਂ ਹਰ ਇੱਕ ਚੀਜ਼ ਨੂੰ ਉਹਨਾਂ ਨੇ ਸਾਡੀ ਹੈਲਥ ਖੋਲ੍ਹੀ, ਸਾਡੀ ਐਜੂਕੇਸ਼ਨ ਖੋਲ੍ਹੀ, ਸਭ ਤੋਂ ਰੁਜ਼ਗਾਰ ਖੋਲ੍ਹਿਆ, ਸਭ ਤੋਂ ਪਾਣੀ ਖੋਲ੍ਹਿਆ ਬੋਤਲਾਂ ਦੇ ਵਿੱਚ ਪਾ ਕੇ। ਪੰਜਾਬ ਨੂੰ ਅਸੀਂ ਕੀ ਮੰਨਦੇ ਸੀਗੇ? ਸਾਡੇ ਕੋਲ ਹੈ ਕੀ? ਸਾਨੂੰ ਇਹ ਦਿਖਾਇਆ ਜਾਂਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਕਹਾਵਤਾਂ ਹੁੰਦੀਆਂ ਨੇ, ਜੇ ਕੋਈ ਸਵਰਗ 'ਚ ਜਾਣਾ ਹੈ। ਗੁਰਕਮਲ ਹੋਰੀ ਬੈਠੇ ਸੀ ਅਤੇ ਦੋਸਤ ਪ੍ਰਿੰਸੀਪਲ ਆਪਣੇ ਪ੍ਰੀਤ ਮਹਿੰਦਰਪਾਲ ਅਤੇ ਢਿੱਲੋਂ ਸਾਹਿਬ ਅਸੀਂ ਗੱਲ ਕਰਦੇ ਸੀਗੇ ਕਿ ਜੇ ਸਾਨੂੰ ਇਸ ਤਰ੍ਹਾਂ ਦਾ ਦਿਖਾਇਆ ਜਾਂਦਾ ਹੈ ਕਿ ਜੇ ਤੁਸੀਂ ਸਵਰਗ 'ਚ ਜਾਣਾ ਨਾ, ਫਿਰ ਮਰਨਾ ਪਊਗਾ ਸਾਨੂੰ। ਸਾਡੇ ਇੱਕ ਕਹਾਵਤ ਚੱਲਦੀ ਹੈ ਵੀ ਮਰੇ ਤੋਂ ਬਿਨਾਂ ਸਵਰਗਾਂ 'ਚ ਨਹੀਂ ਜਾਣਾ। ਇਹਦਾ ਮਤਲਬ ਕੀ ਹੈ? ਜੇ ਜਿਉਂਦੇ ਰਹਿਣਾ ਨਰਕ 'ਚ ਰਹਿਣਾ ਪਊਗਾ। ਇਹਦਾ ਮਤਲਬ ਇਸ ਗੱਲ ਨੂੰ ਤੁਸੀਂ ਸਮਝੋ, ਸਾਡੇ ਦਿਮਾਗ 'ਚ ਪਤਾ ਵੀ ਸਵਰਗ ਤਾਂ ਹੁੰਦੇ ਆ ਕੋਈ, ਉੱਥੇ ਰੱਬ ਜਿੱਥੇ ਦੀਨਾ ਨਹੀਂ ਲੈ ਜਾ ਤਾਂ ਜਾ ਕੇ ਉੱਥੇ ਕਿਤੇ ਹੁੰਦਾ ਹੋਊਗਾ। ਪਹਿਲਾਂ ਆਪਣੇ ਗਏ ਨੇ ਬਜ਼ੁਰਗ, ਆਪਾਂ ਉੱਥੇ ਹੀ ਚੱਲਾਂਗੇ। ਫਿਰ ਇਹਦਾ ਮਤਲਬ ਕੀ ਹੈ ਕਿ ਨਰਕ 'ਚ ਰਹੋ, ਭਾਵੇਂ ਬੂਟ ਪਾਲਸਾ ਕਰੋ, ਰੋਟੀ ਹੱਕ ਦੀ ਲਓ। ਮੈਨੂੰ ਸਮਝ ਨਹੀਂ ਆਉਂਦੀ ਵੀ ਬੂਟ ਪਾਲਸਾ ਕਿਉਂ ਕਰੀਏ? ਹਰੇਕ ਬੰਦਾ ਆਪਣਾ ਕਰੇ ਅਤੇ ਅਸੀਂ ਹੱਕ ਦੀ ਕੀ ਹੈ? ਹੱਕ ਦੀ ਹੀ ਖਾਂਦਾ ਬੂਟ ਪਾਲਸਾ ਦਾ। ਕਿ ਇਸ ਜਿਹੜਾ ਪੈਰਾਡਾਈਮ ਹੈ, ਇਹਨੂੰ ਬਦਲਣ ਦੀ ਲੋੜ ਹੈ ਕਿ ਸਵਰਗ ਸੱਚਮੁੱਚ ਇਸ ਧਰਤੀ ਉੱਤੇ ਸਿਰਜਿਆ ਜਾ ਸਕਦਾ। ਇਹ ਨਹੀਂ ਹੈਗਾ ਕਿ ਅਸੀਂ ਇਸ ਧਰਤੀ ਦੇ ਉੱਤੇ ਹੀ ਸਵਰਗ ਨਰਕ ਹੈ, ਅਸੀਂ ਨਰਕ 'ਚ ਬੈਠੇ ਹਾਂ। ਸਾਨੂੰ ਇਹ ਪੈਰਾਡਾਈਮ ਸ਼ਿਫਟ ਕਰ ਦੇਣਾ ਚਾਹੀਦਾ ਪੂਰਾ। ਕੁਛ ਨਹੀਂ ਹੋਣਾ ਜੀ, ਮਤਲਬ ਦੀ ਗੱਲ ਕਰਦੇ ਕਿ ਜੇ ਤਿੰਨੇ ਕਾਨੂੰਨ ਖਤਮ ਵੀ ਹੋ ਗਏ, ਸਾਡੀਆਂ ਫੋਰਸਾਂ ਅਗਰੈਸਿਵ ਹੋਣਗੀਆਂ, ਇਹਦਾ ਬਹੁਤ ਜ਼ਿਆਦਾ ਫਾਇਦਾ ਹੋਊ। ਅਸੀਂ ਕੋਈ ਸੋਚਣ ਲਈ ਮਜਬੂਰ ਹੋਵਾਂਗੇ। ਇਹ ਨਹੀਂ ਕਿ ਹੋਣਾ ਨਹੀਂ, ਕਿ ਜਿਸ ਤਰ੍ਹਾਂ ਦਾ ਕਿ ਸਿਸਟਮ ਚੱਲਦਾ ਹੈ ਉਸ 'ਚੋਂ ਸਾਨੂੰ ਪੂਰਾ ਨਿਕਲਣ ਦੀ ਲੋੜ ਹੈ, ਪੂਰਾ ਉਹਨੂੰ ਬਦਲਣ ਦੀ ਲੋੜ ਹੈ। ਇਹਦੇ ਵਿੱਚੋਂ ਸਾਨੂੰ ਬਹੁਤ ਚੀਜ਼ਾਂ ਨਵੀਆਂ ਸਿੱਖਣ ਦੀ ਲੋੜ ਹੈ। ਮੈਂ ਲੰਬਾ ਸਮਾਂ ਆਪਣਾ ਸਿੰਘੂ ਬਾਰਡਰ ਉੱਤੇ ਲਾ ਕੇ ਆਇਆ, ਹੁਣ ਵੀ ਰਾਤ ਉੱਥੋਂ ਹੀ ਆਇਆ। ਅਤੇ ਵੀ ਮੈਨੂੰ ਲੱਗਦਾ ਕਿ ਸੱਚਮੁੱਚ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਸਾਡੀ ਯੂਨੀਵਰਸਿਟੀਆਂ ਵਿੱਚ ਕੀ ਪੜ੍ਹਾਇਆ ਜਾ ਰਿਹਾ ਹੈ, ਇਹ ਟਿਕਰੀ ਬਾਰਡਰ ਤੋਂ ਸਿੱਖਣ ਦੀ ਲੋੜ ਹੈ। ਕੀ ਪੜ੍ਹਾਉਣਾ ਚਾਹੀਦਾ, ਇਹ ਸਾਨੂੰ ਸਿੱਖ ਕੇ ਆਉਣ ਦੀ ਲੋੜ ਹੈ। ਅਸੀਂ ਹਰੀ ਕ੍ਰਾਂਤੀ ਦਾ ਮਾਡਲ ਲਿਆਂਦਾ, ਉਹਦੇ ਵਿੱਚ ਸਾਰਾ ਕੁਝ ਖਰਾਬ ਕਰਤਾ। ਅਸੀਂ ਕਿਵੇਂ ਰਲ ਮਿਲ ਕੇ ਇੱਕ ਦੂਜੇ ਨਾਲ ਰਹਿਣਾ ਹੈ, ਅਸੀਂ ਕਿਵੇਂ ਆਹ ਜਿਹੜੀਆਂ ਵੰਡੀਆਂ ਪਾਈਆਂ ਨੇ ਧਰਮਾਂ ਵਾਲੀਆਂ, ਜਾਤਾਂ ਵਾਲੀਆਂ, ਮਜ਼ਹਬ ਵਾਲੀਆਂ, ਪੰਜਾਬ ਵਾਲੀਆਂ, ਰੀਜਨ ਵਾਲੀਆਂ, ਰਿਲੀਜਨ ਵਾਲੀਆਂ, ਸਭ ਕੁਛ ਕਾਸਟ ਵਾਲੀਆਂ, ਹੋਰ ਸਭ ਕੁਝ ਜਿਹੜੀਆਂ ਕੀਤੀਆਂ ਨੇ ਕਿ ਮੈਂ ਪੜ੍ਹਿਆ ਲਿਖਿਆ, ਮੈਂ ਪ੍ਰੋਫੈਸਰ ਹਾਂ, ਇਹ ਸਾਰਾ ਕੁਛ ਇਹ ਹਰ ਇੱਕ ਦੀ ਇੱਕ ਡਿਊਟੀ ਹੈ। ਹਰ ਇੱਕ ਇੰਪੋਰਟੈਂਟ ਡਿਊਟੀ ਕਰਦਾ। ਉਸ ਹਿਸਾਬ ਨਾਲ ਸਮਝ ਕੇ ਮਨੁੱਖ ਇੱਕ ਰਿਫਾਈਨਡ ਫੋਰਮ ਹੈ। ਮਨੁੱਖ ਇੱਕ, ਇਸ ਤੋਂ ਉੱਪਰ ਕੋਈ ਵਧੀਆ ਫੋਰਮ ਹਾਲੇ ਤੱਕ ਸਾਨੂੰ ਸਮਝ ਨਹੀਂ ਆਈ। ਪਰ ਇਹ ਸਾਰਾ ਕੁਝ ਜਦੋਂ ਇਹ ਬਣਾਇਆ ਜਾਂਦਾ ਕਿ ਇਹ ਤਾਂ ਠੱਗ ਹੁੰਦੇ ਨੇ, ਤਾਂ ਇੱਕ ਦੂਜੇ ਨੂੰ ਫਲਾਣਾ ਕਰਦਾ, ਇਹ ਇੱਕ ਇਨਵਾਇਰਮੈਂਟ ਦੀ ਦੇਣ ਹੈ। ਉਸ ਇਨਵਾਇਰਮੈਂਟ ਨੂੰ ਬਦਲਣ ਦੀ ਲੋੜ ਹੈ ਅਤੇ ਉਸ ਨੂੰ ਬਦਲ ਕੇ ਅਸੀਂ
ਇਹ ਚੀਜ਼ਾਂ ਨੂੰ ਚੇਂਜ ਕਰ ਸਕਦੇ ਹਾਂ। ਤਾਂ ਅਸੀਂ ਇਸ ਲਈ ਸਾਨੂੰ ਇਹ ਚਾਹੀਦਾ ਕਿ ਇਹ ਜੋ ਕਾਰਪੋਰੇਟ ਸਾਡੀ ਇਸ ਮੰਡੀ ਉੱਤੇ ਕਬਜ਼ਾ ਕਰ ਰਹੇ ਨੇ, ਸਟੇਟ ਸਭ ਕੁਝ ਕਰ ਸਕਦੀ ਹੈ, ਪਰ ਸਟੇਟ ਹੈ ਕਿਹਦੇ ਹੱਥ 'ਚ ਇਹ ਦੇਖਣਾ ਬਹੁਤ ਜ਼ਰੂਰੀ ਹੈ। ਅੱਜ ਦੁਨੀਆ ਦੀ ਕੋਈ ਵੀ 4 ਕੰਪਨੀਆਂ ਨੇ ਜਿਹੜੀਆਂ ਖਾਦ ਪਦਾਰਥਾਂ, ਮੈਂ ਪਹਿਲਾਂ ਆਪਣੇ ਆਰਟੀਕਲ ਦੇ ਵਿੱਚ ABCD, ADM, B ਬੁੰਗੇ, C ਕਾਰਗਿਲ, D ਡਰਾਈਵਸ, 4 ਕੰਪਨੀਆਂ ਨੇ ਦੁਨੀਆ ਦੀ ਜਿਹੜੀ ਖਾਦ ਪਦਾਰਥਾਂ ਦੀ, ਦੁਨੀਆ ਦੀ ਖਾਦ ਪਦਾਰਥਾਂ ਦੇ ਉੱਤੇ ਇਹਨਾਂ ਦੀ ਕੰਟਰੋਲ ਹੈ। ਉਹੀ ਅਬਾਨੀ ਅਡਾਨੀਆਂ ਨਾਲ ਰਲ ਕੇ ਇੱਥੇ ਵੀ ਕੰਟਰੋਲ ਕਰਨਗੇ। ਸਾਡੇ ਇੱਥੋਂ ਦੇ ਜਿਹੜੇ ਕੰਪਨੀਆਂ ਨੇ ਸਾਡੀਆਂ, ਇਹ ਵੀ ਚਾਹੁੰਦੀਆਂ ਨੇ ਕਿ ਉਹ ਆ ਜਾਣ, ਕਿਉਂਕਿ ਇਹਨਾਂ ਕੋਲ ਕੋਈ ਇਸ ਤਰ੍ਹਾਂ ਦੀ ਟਕਰੀਕ ਨਹੀਂ। ਦੇਖੋ ਦੋ ਘਰਾਂ ਵਾਸਤੇ, 2 ਘਰ ਕੰਪਨੀਆਂ ਨਹੀਂ, 2 ਘਰ ਨੇ। ਇੱਕ ਪਾਸੇ 128 ਕਰੋੜ ਪਾਪੂਲੇਸ਼ਨ ਹੈ ਦੁਨੀਆ ਦੀ, ਇੰਡੀਆ ਦੀ, ਇੱਕ ਪਾਸੇ 2 ਘਰ ਨੇ। 2 ਘਰਾਂ ਨੂੰ ਫਾਇਦਾ ਪਹੁੰਚਾਉਣ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ। ਲੇਬਰ ਕੋਡ ਵੀ ਉਹਦੇ ਵਾਸਤੇ ਹੈ, ਰੇਲਵੇ ਵੀ ਵੇਚੀ ਉਹਨਾਂ ਨੂੰ ਜਾ ਰਹੀ ਹੈ, ਸਭ ਕੁਝ ਉਹਨਾਂ ਨੂੰ ਵੇਚਿਆ ਜਾ ਰਿਹਾ। ਉਹ 2 ਘਰ ਕਿਵੇਂ ਚਲਾ ਲੈਣਗੇ ਜਦੋਂ ਸਾਥੋਂ ਨਹੀਂ ਚੱਲਦਾ ਸਾਡਾ ਘਰ? ਤਾਂ ਸਾਡੀ ਜਿਹੜੀ ਪਬਲਿਕ ਸੈਕਟਰ ਦੇ, ਜੇਕਰ ਇੰਡੀਆ ਦਾ ਪਬਲਿਕ ਸੈਕਟਰ ਹੈ ਕੋਈ ਵੀ ਸਰਕਾਰੀ ਮਹਿਕਮਾ, ਦੁਨੀਆ ਦੀ ਕੋਈ ਕੰਪਨੀ ਸਾਡੇ ਪਬਲਿਕ ਸੈਕਟਰ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਸੱਚਮੁੱਚ ਉਹ ਮੁਕਾਬਲਾ ਕਰੇ, ਉਹ ਮੁਕਾਬਲਾ ਕਰਨ ਦੇ ਯੋਗ ਹੀ ਨਹੀਂ। ਸਾਡੇ ਜਿਹੜਾ ਇਹ ਬਣਾਇਆ ਜਾ ਰਿਹਾ ਕਿ ਸਾਡੇ ਕੋਲ ਤਾਂ ਇਨਵੈਸਟਮੈਂਟ ਨਹੀਂ, ਸਾਡੇ ਕੋਲ ਤਾਂ ਨਹੀਂ, ਇਹੋ ਜਿਹਾ ਕੁਛ ਨਹੀਂ। ਉਹ ਕੋਈ ਪੈਸਾ ਨਹੀਂ ਲਾਉਂਦੇ, ਸਾਡੀਆਂ ਬੈਂਕਾਂ 'ਚ ਆਪਣਾ ਪੈਸਾ ਲਾਉਂਦੇ ਅਤੇ ਇਸ ਤਰ੍ਹਾਂ ਦੀ ਰਿਪੋਰਟਾਂ ਬਣਾ ਲੈਂਦੇ, ਉਹ ਲੈ ਕੇ ਤੁਰ ਜਾਂਦੇ, ਪੈਸੇ ਲੈ ਕੇ। ਸਾਡੇ ਸਾਰਾ ਰੇਟ ਅੱਜ ਸਾਡੀ ਸਰਕਾਰ ਨੇ ਕੋਈ ਵੀ ਵਰਗ ਇਹੋ ਜਿਹਾ ਨਹੀਂ ਛੱਡਿਆ ਜਿਹਦੇ ਉੱਤੇ ਉਹਨਾਂ ਨੇ ਆਪਣਾ ਤਿੱਖਾ ਕਹਾੜਾ ਨਹੀਂ ਫੇਰਿਆ। ਕੋਈ ਬੰਦਾ ਰਿਟਾਇਰ ਹੋ ਗਿਆ, ਉਹਦੇ ਪੈਸੇ ਪਏ ਨੇ, ਉਹਦਾ ਸਾਰਾ ਰੇਟ ਆਫ ਇੰਟਰਸਟ ਵੀ ਘਟਾਤਾ, ਉਹਦੇ ਉੱਤੇ ਇੱਕ ਮੋਹਰ ਲਾ ਦਿੱਤੀ ਜਾਂਦੀ ਹੈ ਕਿ ਤੈਨੂੰ ਜੇ ਤੇਰਾ 20-30 ਲੱਖ ਰੁਪਏ ਤੇ ਕੋਈ ਜਮ੍ਹਾਂ ਹੋਇਆ ਰਿਟਾਇਰਮੈਂਟ ਤੋਂ ਬਾਅਦ, ਤਾਂ ਜੇ ਬੈਂਕ ਫਿਰ ਉਹਦੀ 1 ਲੱਖ ਰੁਪਏ ਦਿੱਤਾ ਜਾਊਗਾ, ਬਾਕੀ ਗਏ। ਇਹ ਦੁਨੀਆ 'ਚ ਸਭ ਤੋਂ ਘੱਟ ਹੈ। ਇਹਦਾ ਕੋਈ ਸਿਸਟਮ ਹੀ ਨਹੀਂ ਹੈਗਾ। ਮਤਲਬ 1 ਲੱਖ ਰੁਪਏ, ਭਾਵੇਂ ਕਰੋੜ ਹੋਵੇ, ਭਾਵੇਂ 20 ਲੱਖ ਹੋਵੇ, ਭਾਵੇਂ 2 ਲੱਖ, ਭਾਵੇਂ 1.5 ਇੱਕ ਦਿਨ ਹੈ। ਰੇਟ ਆਫ ਇੰਟਰਸਟ ਲਗਾਤਾਰ ਘਟਾਏ ਜਾ ਰਹੇ ਨੇ। ਕਿੱਧਰ ਜਾ ਰਹੇ ਨੇ? ਸਾਰਾ ਇਹ ਪੈਸਾ ਜਿਹੜਾ ਉਹ ਬੈਂਕਾਂ, ਪ੍ਰਾਈਵੇਟ ਬੈਂਕਾਂ ਬਣਾ ਲਓ, ਦੇਤਾ, ਫੇਲ ਕਰ ਦਿਓ, ਜ਼ਿੰਮੇਵਾਰ ਤੁਸੀਂ ਹੋ, ਅਸੀਂ ਨਹੀਂ। ਬੈਂਕ ਖੋਲ੍ਹਣ ਦੀ ਇਜਾਜ਼ਤ ਉਹਨਾਂ ਨੇ ਦਿੱਤੀ ਹੈ, ਲੈ ਜਾਓ ਪੈਸੇ, ਅਤੇ ਜਿਹਦੇ ਪੈਸੇ ਨੇਗੇ ਉਹੀ ਉਹਨਾਂ ਨਾਲ ਡੀਲ ਕਰੇ, ਅਸੀਂ ਨਹੀਂ ਕਰਨਾ। ਪਹਿਲਾਂ ਇਹ RBI ਕਰਦਾ ਹੁੰਦਾ ਸੀ। ਇਹ ਸਾਰਾ ਕੁਛ ਜਿਹੜਾ ਇਹ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਜਿਹੜਾ, ਇਹਨੂੰ ਸਾਨੂੰ ਦੇਖਣ ਦੀ ਲੋੜ ਹੈ। ਬਸ ਮੈਂ ਐਂਡ ਦੇ ਵਿੱਚ ਆਪਣੀ ਗੱਲ ਇਸ ਗੱਲ ਨਾਲ ਖਤਮ ਕਰਦਾ ਕਿ ਹੋਣਾ ਕੀ ਚਾਹੀਦਾ। ਮੈਂ ਉਹਨੂੰ ਬਹੁਤ ਡਿਟੇਲ 'ਚ ਨਹੀਂ ਜਾਊਂਗਾ। ਅਸੀਂ ਕੁਝ ਦੋਸਤ ਬੈਠੇ ਸੀ, ਸੋਚਦੇ ਸੀਗੇ ਕਿ ਕੀ ਹੋਵੇ। 2 ਤਰ੍ਹਾਂ ਦਾ, ਇੱਕ ਤਾਂ ਇਹ ਹੈ ਕਿ ਇਸ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ, ਇਸ ਤੋਂ ਬਾਅਦ ਵਾਲੀ ਚੀਜ਼ ਕੀ ਹੋਊਗੀ? ਕਿਉਂਕਿ ਅੱਜ ਸਾਰਿਆਂ ਦੀਆਂ ਅੱਖ ਸਾਡੀ ਇਸ ਸਰਕਾਰ 'ਤੇ ਲੱਗੀ ਹੋਈ ਹੈ ਕਿ ਇਹ ਕਾਨੂੰਨਾਂ ਨੂੰ ਕਿਵੇਂ ਦੇਖਦੀ ਹੈ। ਇਸ ਕਾਨੂੰਨਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਕਾਨੂੰਨ ਨੇ ਜਿਹੜੇ ਇਹ ਵਾਪਸ ਨਹੀਂ ਹੋ ਸਕਦੇ, ਜਾਂ ਜੇ ਵਾਪਸ ਹੋ ਵੀ ਗਏ ਕਿ ਬਹੁਤ ਕੁਛ ਹੋ ਜਾਊਗਾ। ਇਹ ਠੀਕ ਹੈ ਕਿ ਸਾਨੂੰ ਇੱਕ ਸੋਚਣ ਲਈ ਮਜਬੂਰ ਹੋ ਜਾਣਾ ਕਿ ਨਵਾਂ ਇੱਕ ਸਿਸਟਮ ਇਹੋ ਜਿਹਾ ਬਣੇ ਜਿਹੜਾ ਹਰੀ ਕ੍ਰਾਂਤੀ ਵਾਲਾ ਨਾ ਬਣੇ, ਜਿਹੜਾ ਨਵੇਂ ਕਾਨੂੰਨਾਂ ਵਾਲਾ ਵੀ ਨਾ ਬਣੇ, ਇੱਕ ਨਵਾਂ ਸਿਸਟਮ ਬਣ ਜੇ। ਉਹਦੇ ਵਿੱਚ ਫੌਰੀ ਤੌਰ 'ਤੇ ਸਾਨੂੰ ਇਹ ਕਿ ਜਿੰਨਾ ਕ੍ਰਾਈਸਿਸ ਸਾਡੇ ਚੱਲ ਰਿਹਾ, ਉਹ ਪਰਿਵਾਰਾਂ ਦਾ ਜਿਹੜੇ ਖੁਦਕੁਸ਼ੀਆਂ ਕਰਕੇ, ਉਹ ਪਰਿਵਾਰਾਂ ਜਿਹੜੇ ਖੇਤੀ 'ਚੋਂ ਮਜ਼ਦੂਰੀ 'ਚੋਂ ਬਾਹਰ ਹੋ ਗਏ, ਉਹ ਪਰਿਵਾਰ ਜਿਹੜੇ ਬੇਰੁਜ਼ਗਾਰ ਨੇ, ਉਹਨਾਂ ਦਾ ਕੀ ਕੀਤਾ ਜਾਵੇ। ਇਹਦੇ ਵਾਸਤੇ ਕੁਝ ਕਰਨ ਦੀ ਲੋੜ ਹੈ। ਅਤੇ ਥੋੜ੍ਹਾ ਜਿਹਾ ਜਿਹੜਾ ਮੀਡੀਅਮ ਟਰਮ ਦੀ ਜਿਹੜੀ ਪਲਾਨ ਹੈ, ਉਹਦੇ ਵਿੱਚ ਇਹ ਬਣੇ ਕਿ ਪੂਰੇ ਇੰਡੀਆ ਦੇ ਵਿੱਚ ਇਹ ਇੱਕ ਐਸਟੀਮੇਟ ਕੀਤਾ ਜਾਵੇ ਕਿ ਸਾਡੇ 128 ਕਰੋੜ ਬੰਦੇ ਨੇ, ਉਹਨਾਂ ਨੂੰ ਖਾਣ ਲਈ ਕਿੰਨੀ ਕਣਕ ਚਾਹੀਦੀ ਹੈ, ਕਿੰਨੇ ਚਾਵਲ ਚਾਹੀਦੇ, ਕਿੰਨੀਆਂ ਦਾਲਾਂ ਚਾਹੀਦੀਆਂ ਨੇ, ਕਿੰਨਾ ਫਰੂਟ ਚਾਹੀਦਾ, ਕਿੰਨੇ ਡਰਾਈ ਫਰੂਟ ਚਾਹੀਦੇ ਨੇ, ਕਿੰਨਾ ਜਿਹੜੀਆਂ ਸਬਜ਼ੀਆਂ ਚਾਹੀਦੀਆਂ ਨੇ। ਇਹ ਐਸਟੀਮੇਟ ਕਰਨਾ ਕੋਈ ਔਖਾ ਨਹੀਂ। ਇਹ ਆਰਾਮ ਨਾਲ ਜਿਹੜਾ 1 ਦਿਨ 'ਚ ਹੋ ਸਕਦਾ। ਇਹ ਐਸਟੀਮੇਟ ਕਰਨ ਤੋਂ ਬਾਅਦ ਫਿਰ ਸਾਨੂੰ ਪਤਾ ਕਿ ਕਿਹੜੇ ਇਲਾਕੇ 'ਚ ਕੀ ਹੁੰਦਾ। ਫਰਜ਼ ਕਰੋ ਪੰਜਾਬ ਦੇ ਵਿੱਚ ਕਣਕ ਵਧੀਆ ਹੁੰਦੀ ਹੈ, MP ਦੇ ਵਿੱਚ ਕਣਕ ਵਧੀਆ ਹੁੰਦੀ ਹੈ, ਗੁਜਰਾਤ ਦੇ ਵਿੱਚ ਜਿਹੜੀਆਂ ਫਸਲਾਂ ਜਿੱਥੇ ਹੋ ਸਕਦੀਆਂ ਨੇ, ਕਾਟਨ ਜਿਹੜਾ 9 ਸਟੇਟਾਂ 'ਚ ਹੋ ਸਕਦਾ, ਰਾਜਸਥਾਨ 'ਚ ਹੋ ਸਕਦਾ ਹੈ। ਇਸ ਤਰ੍ਹਾਂ ਹਿਮਾਚਲ ਦੇ ਵਿੱਚ ਸਬਜ਼ੀਆਂ ਹੋ ਸਕਦੀਆਂ, ਫਰੂਟ ਹੋ ਸਕਦਾ, ਕੇਰਲਾ ਦੇ ਵਿੱਚ ਡਰਾਈ ਫਰੂਟ ਹੋ ਸਕਦਾ,
ਡਿਫਰੈਂਟ ਥਾਵਾਂ 'ਤੇ ਡਿਫਰੈਂਟ ਚੀਜ਼ਾਂ ਹੋ ਸਕਦੀਆਂ। ਇਹ ਦੇਖ ਲਓ, ਇਹ ਕਰਨ ਤੋਂ ਬਾਅਦ ਅਸੀਂ ਉੱਥੇ ਹੀ ਫਿਕਸ ਕਰਦੇ, ਉੱਥੇ ਟੈਕਨੋਲੋਜੀ ਦਿਓ, ਉਹਦੀ ਪ੍ਰੋਸੈਸਿੰਗ ਕਰੋ, ਉੱਥੇ ਉਹ ਚੀਜ਼ਾਂ ਉੱਥੇ ਫਿੱਟ ਹੋ ਜਾਣਗੀਆਂ। ਮੱਕੀ ਹੈ 1000 ਪ੍ਰੋਡਕਟ ਬਣਦਾ, 500 ਪ੍ਰੋਡਕਟ ਵਾਏਬਲ ਨੇ, ਇਕਨੋਮਿਕਲੀ ਵਾਏਬਲ ਬਣ ਤਾਂ ਬਹੁਤ ਕੁਝ ਜਾਂਦਾ, ਹਰੇਕ ਚੀਜ਼ ਤੋਂ ਬਹੁਤ ਕੁਝ ਬਣ ਜਾਂਦਾ, ਬਹੁਤ ਚੀਜ਼ਾਂ ਹਰੇਕ ਚੀਜ਼ ਤੋਂ ਬਣ ਸਕਦੀਆਂ ਨੇ, ਇੱਕ ਇੱਕ ਚੀਜ਼ ਤੋਂ ਲੱਖਾਂ ਚੀਜ਼ਾਂ ਬਣਦੀਆਂ ਨੇ, ਪਰ ਅਸੀਂ ਉਹ ਬਣਾਉਣੀਆਂ ਨਹੀਂ ਹੁੰਦੀਆਂ ਕਿਉਂਕਿ ਅਸੀਂ ਇਕਨੋਮਿਕਲੀ ਵਾਏਬਲ ਅਲਟਰਨੇਟਿਵ ਵੀ ਲੱਭਣਾ ਹੁੰਦਾ ਵੀ ਜਿਵੇਂ ਖੰਡ ਕਈ ਚੀਜ਼ਾਂ 'ਚੋਂ ਬਣ ਸਕਦੀ ਹੈ, ਪਰ ਜ਼ਰੂਰੀ ਨਹੀਂ ਕਿ ਉਹਨਾਂ 'ਚੋਂ ਬਣਾਉਣੀ ਹੈ, ਸਾਨੂੰ ਉਹਦੀ ਉਦੋਂ ਸਸਤੀ ਕਿਤੋਂ ਕਿਸੇ ਹੋਰ ਚੀਜ਼ 'ਚੋਂ ਮਿਲ ਜਾਂਦੀ ਉਹ ਬਣਾਉਣੀ ਹੁੰਦੀ ਹੈ। ਤਾਂ ਇਹ ਅਸੀਂ 300-400 ਪ੍ਰੋਡਕਟ ਜਿਵੇਂ ਫਰਜ਼ ਕਰੋ ਇਕਨੋਮਿਕਲੀ ਵਾਏਬਲ ਮੱਕੀ 'ਚੋਂ ਬਣਾਓ, ਇੱਥੇ ਕਣਕ ਤੋਂ ਬਣਾਓ, ਝੋਨੇ ਤੋਂ ਬਣਾਓ, ਅਤੇ ਇਹ ਬਣਾਉਣ ਤੋਂ ਬਾਅਦ ਅਸੀਂ ਜਿਹੜੀਆਂ ਪ੍ਰੋਸੈਸਿੰਗ ਯੂਨਿਟਾਂ ਨੇ ਉਸ ਏਰੀਏ ਦੇ ਵਿੱਚ ਕਿ ਆਹ ਵੀਟ ਹੱਬ ਆਫ ਦੀ ਵਰਲਡ ਹੈ ਇੰਡੀਆ, ਪਹਿਲਾਂ ਕਿ ਇੱਥੇ ਕਣਕ ਹੋਊਗੀ ਪਹਿਲੇ, ਇੱਥੇ ਆਹ ਹੋਣਗੇ, ਉਹਦੇ ਨਾਲ ਪ੍ਰੋਸੈਸਿੰਗ ਯੂਨਿਟ ਵੀ ਲੱਗਣੇ, ਉੱਥੇ ਜਿਹੜੀ ਪਾਪੂਲੇਸ਼ਨ ਤੇ ਰੁਜ਼ਗਾਰ ਵੀ ਹੋਊ ਕਿਉਂਕਿ ਦੁਨੀਆ ਦੇ ਵਿੱਚ ਸਾਨੂੰ ਹੋਰ ਕਿਤੇ ਰੁਜ਼ਗਾਰ ਨਹੀਂ ਅਸੀਂ ਦੇ ਸਕਦੇ। ਘੱਟੋ ਘੱਟ ਥਰਡ ਵਰਲਡ ਕੰਟਰੀਆਂ ਦੇ ਵਿੱਚ ਰੁਜ਼ਗਾਰ ਹੈ ਜਿਹੜਾ ਉਹ ਖੇਤੀ ਤੋਂ ਬਿਨਾਂ ਹੋਰ ਕਿਤੇ ਨਹੀਂ ਦਿੱਤਾ ਜਾ ਸਕਦਾ। 57 ਕਰੋੜ ਲੋਕ ਅੱਜ ਖੇਤੀ ਦੇ ਵਿੱਚ ਲੱਗੇ ਹੋਏ ਨੇ। ਸਕਿੱਲ ਡਿਵੈਲਪਮੈਂਟ ਕੌਂਸਲ ਆਫ ਇੰਡੀਆ ਕਹਿੰਦੀ ਹੈ, ਪਹਿਲਾਂ ਕਹਿੰਦੀ 18 ਕਰੋੜ ਕਰ ਦਿਓ, ਪਰ ਹੁਣ ਉਹਨਾਂ ਨੇ ਕਹਿੰਦਾ 37 ਕਰੋੜ ਲੋਕਾਂ ਨੂੰ ਇੱਥੇ 37-38 ਕਰੋੜ ਲੋਕਾਂ ਨੂੰ ਖੇਤੀ 'ਚ ਰੱਖੋ, 20 ਕਰੋੜ ਲੋਕਾਂ ਨੂੰ ਬਾਹਰ ਕੱਢ ਦਿਓ। ਲੈ ਕੇ ਕਿੱਥੇ ਜਾਂਦੇ ਨੇ? ਇੰਡਸਟਰੀ 'ਚ ਵੀ ਨਹੀਂ ਜਾ ਰਹੇ। ਅਤੇ ਇੱਥੇ ਐਗਰੋ ਇੰਡਸਟਰੀ ਜਿਹੜੀ ਲੱਗ ਜੇ, ਇਹਦੇ ਨਾਲ ਕੀ ਹੋਊਗਾ ਕਿ ਇਹ ਸਾਰਾ ਸਾਰੇ ਮੈਂ ਇੱਕ ਪਿੰਡ ਦੀ ਪਲਾਨ ਬਣਾਈ ਕਿ ਮੈਂ ਕਹਿੰਦਾ ਕਿ ਇੱਕ ਪਿੰਡ ਦੀ ਪਲਾਨ ਦੇ ਵਿੱਚ ਅਸੀਂ ਇਹ ਦੇਖਿਆ ਕਿ ਜਿੰਨਾ ਸਾਡੇ ਕੋਲ ਟਰੈਕਟਰ ਨੇ, ਜਿੰਨੀ ਸਾਡੇ ਕੋਲ ਜ਼ਮੀਨ ਹੈ, ਜਿੰਨੇ ਸਾਡੇ ਕੋਲ ਲੋਕ ਨੇ, ਬਲਦ ਨੇ, ਹੋਰ ਨੇ, ਪਸ਼ੂ ਨੇ, ਸਾਰਾ ਕੁਝ ਉਹਦੇ ਹਿਸਾਬ ਨਾਲ ਇੱਕ ਪਿੰਡ ਵਾਏਬਲ ਯੂਨਿਟ ਬਣਦਾ। ਸਾਨੂੰ ਸਰਕਾਰ ਦੀ ਕਿਸੇ ਸਪੋਰਟ ਤੋਂ ਬਿਨਾਂ ਅਸੀਂ ਇੱਕ ਵਾਏਬਲ ਯੂਨਿਟ ਬਣਾ ਸਕਦੇ ਹਾਂ। ਅਸੀਂ ਸਾਰੇ ਪਿੰਡ ਦੇ ਪੇਂਡੂ ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਉੱਥੇ ਕੰਮ ਦੇ ਸਕਦੇ ਹਾਂ। ਇਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਇਹ ਚੀਜ਼ਾਂ ਕਿੱਥੇ ਭੇਜਣੀਆਂ ਨੇ। ਹਰ ਸਾਲ ਅਸੀਂ ਦਾਲਾਂ ਬਾਹਰੋਂ ਮੰਗਾਉਂਦੇ, ਹਰ ਸਾਲ ਅਸੀਂ 5 ਲੱਖ ਟਨ ਜਿਹੜਾ ਕਾਟਨ ਹੈ ਬਾਹਰੋਂ ਆਉਂਦਾ, ਭਾਵੇਂ ਸਾਡੇ ਫਸਲ ਕਿੰਨੀ ਹੋ ਜਾਏ ਅਸੀਂ ਬਾਹਰੋਂ ਮੰਗਾਉਂਦੇ। ਉਸ ਤਰ੍ਹਾਂ ਦਾ ਕਹਿੰਦੇ ਕਾਟਨ ਬਣਾਉਣ ਲਈ ਸਾਡੇ ਕੋਲ ਲੰਬੇ ਰੇਸ਼ ਦਾ ਕਾਟਨ ਹੈ ਨਹੀਂ, ਇੰਪੋਰਟ ਕਰਦੇ ਹੀ ਕਰਦੇ ਹਾਂ। ਅਤੇ ਵਰਲਡ ਦੇ ਵਿੱਚ ਸਸਤਾ ਪ੍ਰੋਡਕਸ਼ਨ ਹੈ ਜਿਹੜਾ ਉਹ ਇੰਡੀਆ ਕਰਦਾ ਹੈ। ਸਭ ਤੋਂ ਸਸਤਾ ਪ੍ਰੋਡਕਸ਼ਨ ਹੈ ਜਿਹੜਾ ਅਸੀਂ ਕਰਦੇ ਹਾਂ, ਪੰਜਾਬ ਦੇ ਵਿੱਚ ਅਸੀਂ ਕਰਦੇ ਹਾਂ। ਪਰ ਜੇਕਰ ਇਹ ਕਹਿੰਦੇ ਕਿ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਕਣਕ ਦਾ ਰੇਟ ਬਹੁਤ ਜ਼ਿਆਦਾ, ਅਸੀਂ ਕੀ ਕਰੀਏ? ਇਹ ਗੱਲ ਹੈ ਜਿਹੜੀ ਸਿਰਫ ਸਬਸਿਡੀਆਂ ਕਰਕੇ, ਉੱਥੇ ਸਬਸਿਡੀਆਂ ਨੇ 40% ਤੱਕ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ। ਜੇਕਰ ਉਹ ਸਬਸਿਡੀਆਂ ਨੂੰ ਕੱਢ ਲਈਏ ਤਾਂ ਉਹ ਸਾਡੇ ਮੁਕਾਬਲੇ 'ਚ ਨਹੀਂ ਆਉਂਦੇ। ਸਾਡੀ ਉਤਪਾਦਕਤਾ ਝਾੜ ਵੱਧ ਹੈ, ਸਾਡਾ ਸਸਤਾ ਪ੍ਰੋਡਕਸ਼ਨ ਹੈ, ਸਾਡੀ ਆਪਦੀ ਮੰਡੀ ਵੱਡੀ ਹੈ। ਅਸੀਂ ਬਾਹਰ ਨਾ ਜਾਈਏ, ਆਪਦੀ ਮੰਡੀ ਸਾਡੀ ਖੇਤੀ ਲਈ ਬਹੁਤ ਜ਼ਿਆਦਾ ਹੈ। ਅਸੀਂ ਜੇਕਰ ਆਪਣੀ ਮੰਡੀ ਦੇ ਵਿੱਚ ਵੀ ਸਾਰਾ ਕੁਝ ਵੇਚ ਲਾਂਗੇ ਤਾਂ ਅਸੀਂ ਜੇ WTO ਦੇ ਵਿੱਚ ਇਹ ਕਹਿੰਦੇ ਕਿ WTO ਬਾਲੀ ਦੀ ਮੀਟਿੰਗ ਹੋਈ 2012 ਦੇ ਵਿੱਚ, ਫਿਰ ਉਹ 5 ਸਾਲ ਤੱਕ ਇਹ ਕੀਤਾ ਕਿ ਪੀਸ ਕਲੌਜ ਦੇ ਵਿੱਚ ਕਰਕੇ MSP ਦੇਤੀ, ਜਿਹਦੇ ਵਿੱਚ ਅਸੀਂ ਫਸੇ ਹੋਏ ਹਾਂ। ਇਸ ਕਰਕੇ ਉਹ ਕਹਿੰਦੇ ਨੇ ਕਿ ਅਸੀਂ MSP ਨਹੀਂ ਦੇ ਸਕਦੇ ਕਿਉਂਕਿ ਬਾਲੀ ਦੀ ਮੀਟਿੰਗ ਦੇ ਵਿੱਚ ਅਸੀਂ 17 ਤੱਕ ਦਸੰਬਰ 18 ਉਹਨਾਂ ਨੇ 1 ਸਾਲ ਲਿਆ ਸੀ। ਹੁਣ ਉਹ ਜਿਹੜਾ ਸ਼ਿਕਾਇਤ ਨਵੇੜੂ ਜਿਹੜਾ ਉਹਨਾਂ ਦਾ ਫੋਰਮ ਉਹਦੇ ਵਿੱਚ ਗਿਆ ਹੋਇਆ ਕੇਸ। WTO ਦੇ ਵਿੱਚ ਵੀ ਪ੍ਰੋਵੀਜ਼ਨ ਹੈ ਕਿ ਤੁਸੀਂ ਉਹਦੇ ਵਿੱਚੋਂ ਇਸ ਗੱਲ ਨੂੰ ਜੇਕਰ ਸ਼ੋਅ ਕਰ ਦਿੰਦੇ ਹੋ ਤਾਂ ਉਹ 'ਚ ਬਾਹਰ ਆ ਸਕਦੇ ਹੋ, ਉਸ ਨੂੰ ਕੁਛ ਨਹੀਂ ਕਹਿੰਦਾ। ਵੈਸੇ ਵੀ ਅੱਜ ਕੱਲ੍ਹ WTO ਮਰੇ ਹੀ ਪਿਆ ਲਗਭਗ, ਸਾਨੂੰ ਇੰਨਾ ਉਹਦੇ ਪ੍ਰੈਸ਼ਰ ਥੱਲੇ ਨਹੀਂ ਆਉਣਾ ਚਾਹੀਦਾ। ਅਸੀਂ MSP ਦੇ ਸਕਦੇ ਹਾਂ, ਸਾਰੀਆਂ ਚੀਜ਼ਾਂ ਦੇ ਸਕਦੇ ਹਾਂ, ਇੱਥੇ ਪ੍ਰੋਸੈਸਿੰਗ ਲਾ ਸਕਦੇ ਹਾਂ। ਇੰਡਸਟਰੀ ਦੇ ਵਿੱਚੋਂ ਬਹੁਤ ਚੀਜ਼ਾਂ, ਟਰੈਕਟਰ ਆਉਣੇ ਨੇ, HMT ਸਵਰਾਜ ਸਾਡਾ ਵਧੀਆ ਸੀ, ਬੰਦ ਕਰਤੇ ਸਾਰੇ ਬਿਨਾਂ ਕਿਸੇ ਗੱਲ ਤੋਂ। ਸਾਡੇ ਇਨਪੁੱਟਸ ਨੇ ਜਿਹੜੇ ਇੱਥੇ ਬਣਨੇ ਚਾਹੀਦੇ ਨੇ, ਕੈਮੀਕਲ ਇੱਥੇ ਬਣਨੇ ਚਾਹੀਦੇ ਨੇ, ਪੈਸਟੀਸਾਈਡ ਇੱਥੇ ਬਣਨੇ ਚਾਹੀਦੇ ਨੇ, ਜਿੰਨੀਆਂ ਕੁ ਲੋੜ ਹੈ ਜ਼ਰੂਰਤ ਮੁਤਾਬਕ ਉਹ ਜਿਹੜੀਆਂ ਉੱਥੇ ਬੀਜੇ ਜਾਣ ਅਤੇ ਇਹਨਾਂ ਦੀ ਪ੍ਰੋਸੈਸਿੰਗ ਕਰਕੇ ਇੱਕ ਜਿਹੜਾ ਡੱਬਾਬੰਦੀ ਕਰਕੇ ਇੱਕ ਹੋਰ ਚੀਜ਼ਾਂ ਕਰਕੇ ਅਸੀਂ ਸਾਡੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਅਤੇ ਇਹਦੇ ਨਾਲ ਅਸੀਂ ਲੋਕਾਂ ਨੂੰ ਜਿਹੜਾ ਰੁਜ਼ਗਾਰ ਦੇ ਸਕਦੇ ਹਾਂ। ਫਿਰ ਕੰਪਿਊਟਰ ਵੀ ਬਣਾਉਂਦੇ ਉੱਤੇ ਇੰਡਸਟਰੀਆਂ ਨੇ, ਉਹ ਵੀ ਇੱਥੇ ਲੱਗਣੇ ਚਾਹੀਦੇ ਨੇ। ਇਹ ਲੱਗ ਕੇ ਅਸੀਂ ਇੱਕ ਪਾਇਦਾਰ ਇੱਕ ਸਿਸਟਮ ਬਣਾ ਸਕਦੇ ਹਾਂ, ਜਿਹਦੇ ਨਾਲ ਮੈਂ ਇਹ ਕਹਿੰਦਾ ਹੁੰਦਾ ਕਿ ਦੁਨੀਆ ਦੇ ਵਿੱਚ ਇਸ ਚੀਜ਼ ਦੀ ਕੋਈ ਕਮੀ ਨਹੀਂ। 750 ਕਰੋੜ ਪਾਪੂਲੇਸ਼ਨ ਹੈ ਵਰਲਡ ਦੀ, ਸਾਡੀ 125 ਕਰੋੜ ਹੈ। 750 ਕਰੋੜ ਪਾਪੂਲੇਸ਼ਨ ਨੂੰ ਗੁਜ਼ਾਰਾ ਨਹੀਂ, ਮੌਜਾਂ ਕਰਾਈਆਂ ਜਾ ਸਕਦੀਆਂ। 750 ਕਰੋੜ ਨੂੰ ਨਹੀਂ, ਸਾਡੇ ਕੋਲ ਹੈ ਕਿ 1100 ਕਰੋੜ ਪਾਪੂਲੇਸ਼ਨ ਨੂੰ ਅੱਜ ਦੀ ਤਕਨੀਕ ਨਾਲ 1100 ਕਰੋੜ 750 ਹੀ ਹੈ, 1100 ਕਰੋੜ ਪਾਪੂਲੇਸ਼ਨ ਨੂੰ ਅੱਜ ਦੀ ਤਕਨੀਕ, ਅੱਜ ਦੇ ਪ੍ਰੋਡਕਸ਼ਨ ਨਾਲ ਜਿੰਨਾ ਪਿਆ ਕੱਪੜੇ ਸਭ ਕੁਛ, ਕਾਰਾਂ ਸਭ ਕੁਛ ਜਿੰਨਾ ਪਿਆ, ਇਹੀ ਤਕਨੀਕ ਨਾਲ ਮੌਜਾਂ ਕਰਾਈਆਂ ਜਾ ਸਕਦੀਆਂ ਨੇ। ਗੁਜ਼ਾਰਾ ਨਹੀਂ, ਸਭ ਕੁਝ ਦਿੱਤਾ ਜਾ ਸਕਦਾ। ਗੱਲ ਇਹ ਹੈ ਕਿ ਇਹਨੂੰ ਰੀਡਿਸਟਰੀਬਿਊਟ, ਨਵੀਆਂ ਆਰਥਿਕ ਨੀਤੀਆਂ ਨਾਲ, ਲਿਬਰਲਿਜ਼ਮ ਦੀਆਂ ਨਵੀਆਂ ਆਰਥਿਕ ਨੀਤੀਆਂ ਨਾਲ ਇੱਕੋ ਚੀਜ਼ 'ਚ ਵਾਧਾ ਹੋਇਆ,
ਆਮਦਨ ਦੀ ਕਾਣੀ ਵੰਡ, ਹੋਰ ਕੁਝ ਨਹੀਂ। ਆਮਦਨ ਤੇ ਸਾਧਨਾਂ ਦੀ ਕਾਣੀ ਵੰਡ ਨੂੰ ਜਦੋਂ ਅਸੀਂ ਠੀਕ ਨਹੀਂ ਕਰਦੇ ਜਿੰਨਾ ਚਿਰ, ਉਹਨਾਂ ਚਿਰ ਕੁਝ ਨਹੀਂ ਹੋਣਾ। ਪ੍ਰੋਡਕਸ਼ਨ ਦੀ ਕੋਈ ਲੋੜ ਨਹੀਂ, ਸਿਰਫ ਡਿਸਟਰੀਬਿਊਸ਼ਨ ਦੀ ਲੋੜ ਹੈ। ਅਤੇ ਅਸੀਂ ਜਿੱਥੇ ਸ਼ਿਕਾਗੋ ਜਿਹੜਾ ਮੇਅ ਡੇ ਮਨਾਉਂਦੇ ਹਾਂ, ਅਸੀਂ ਇੰਨੇ ਸਾਲ ਹੋ ਗਏ 8 ਘੰਟੇ ਅਸੀਂ ਕਰਵਾਏ ਸੀ, ਅੱਜ 12-12 ਘੰਟੇ 18-18 ਘੰਟੇ ਮਜ਼ਦੂਰਾਂ ਦਾ ਕੰਮ ਲੈ, ਇਹਨੂੰ ਠੀਕ ਕਰਕੇ 6 ਘੰਟਿਆਂ ਦੇ 4 ਘੰਟਿਆਂ ਦੇ ਕੰਮ ਲੈ ਕੇ ਆਉਣਾ ਚਾਹੀਦਾ, ਤਾਂ ਕਿ ਲੋਕ ਨੇ ਜਿਹੜੇ ਇੰਨੀ ਵਧੀਆ ਹਿਊਮਨ ਇੱਕ ਸਪੀਸੀ ਹੈ, ਇੱਕ ਦੂਜੇ ਨਾਲ ਗੱਲ ਕਰੇ, ਆਪਣੇ ਦੁੱਖ ਸੁੱਖ ਫਰੋਲੇ, ਇਕੱਠੇ ਹੋਣ, ਖੇਡਣ, ਮਿਊਜ਼ਿਕ ਕਰਨ, ਹੋਰ ਕਈ ਚੀਜ਼ਾਂ ਕਰਨ। ਇਹ ਇੱਕ ਰਿਫਾਈਨਡ ਸਪੀਸੀ ਹੈ ਜਿਹਨੂੰ ਅਸੀਂ ਇਹ ਬਣਾ ਰੱਖਿਆ ਕਿ ਇਹਨੂੰ ਥੋੜ੍ਹਾ ਥੋੜ੍ਹਾ ਸਹਿਕਦੇ ਰੱਖੋ। ਇਹ ਨਿਜ਼ਾਮ ਨੂੰ ਬਦਲਣ ਦੀ ਲੋੜ ਹੈ। ਸੱਚਮੁੱਚ ਦਾ ਸਵਰਗ ਹੈ ਜਿਹੜਾ ਇਸ ਧਰਤੀ ਉੱਤੇ ਵਿਛਾਉਣ ਦੀ ਲੋੜ ਹੈ। ਇਹਨਾਂ ਸਾਰੇ ਸ਼ਬਦਾਂ ਨੂੰ ਸਾਰੇ ਦੋਸਤਾਂ ਨੂੰ ਬਹੁਤ ਧੰਨਵਾਦ। ਥੈਂਕ ਯੂ।